ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ DAN ਕਾਲਜ ਆਫ ਐਜੂਕੇਸ਼ਨ ਫॉर ਵਿਮਨ, ਨਵਾਂ ਸ਼ਹਿਰ ਤੁਹਾਡਾ ਸਾਰਿਆਂ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਵਸ ਦੇ 400 ਸਾਲਾ ਯਾਦਗਾਰ ਨੂੰ ਸਮਰਪਿਤ ਇਸ ਆਨਲਾਈਨ ਰਾਸ਼ਟਰੀ ਵੈਬੀਨਾਰ ਵਿੱਚ ਸ਼ਾਮਲ ਹੋਣ ਲਈ ਸਵਾਗਤ ਕਰਦੀ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਸਾਡੇ ਸਰੋਤ ਵਿਅਕਤੀ ਪ੍ਰੋਫੈਸਰ ਸਰਦਾਰ ਅਵਤਾਰ ਸਿੰਘ, ਹੋਰ ਮਹਿਮਾਨ ਸਾਡੇ ਪ੍ਰਤੀਭਾਗੀਆਂ ਨੂੰ ਮੈਂ ਜੀ ਆਇਆਂ ਆਖਦੀ ਹਾਂ ਕਿ ਉਹ ਸਾਰੇ ਸਾਡੇ ਨਾਲ ਅੱਜ ਦੇ ਵੈਬੀਨਾਰ ਦੇ ਵਿਸ਼ੇ ਤਹਿਤ ਜ਼ੂਮ ਪਲੇਟਫਾਰਮ ਰਾਹੀਂ ਜੁੜ ਕੇ ਵਿਚਾਰਾਂ ਦੀ ਸਾਂਝ ਪਾਉਣਗੇ। ਅੱਜ ਦੇ ਆਨਲਾਈਨ ਵੈਬੀਨਾਰ ਦਾ ਆਯੋਜਨ ਕਾਲਜ ਦੇ IQAC ਅਤੇ ਪੰਜਾਬੀ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ। ਵੈਬੀਨਾਰ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਤਿਆਗ, ਤੇਗ ਅਤੇ ਸ਼ਹਾਦਤ ਚੁਣਨ ਦਾ ਸਾਡਾ ਕੇਵਲ ਇੱਕ ਹੀ ਮਕਸਦ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਨਵਤਾ ਦੀ ਭਲਾਈ ਲਈ ਰਹਿਨੁਮਾਈ ਕਰਨ ਵਾਲੇ ਇੱਕ ਅਜਿਹੀ ਸੱਚੀ ਸੁੱਚੀ ਸ਼ਖਸੀਅਤ ਹਨ ਜਿਨ੍ਹਾਂ ਨੇ ਹਮੇਸ਼ਾ ਜ਼ੁਲਮ ਦਾ ਟਾਕਰਾ ਬਹੁਤ ਹੀ ਸਹਿਨਸ਼ੀਲਤਾ ਅਤੇ ਬਹਾਦਰੀ ਨਾਲ ਕੀਤਾ। ਉਹ ਕਦੇ ਵੀ ਜ਼ਾਲਿਮ ਅੱਗੇ ਝੁਕੇ ਨਹੀਂ ਅਤੇ ਸੰਸਾਰ ਨੂੰ ਵੀ ਇਹੀ ਸੰਦੇਸ਼ ਦਿੱਤਾ ਕਿ ਜ਼ੁਲਮ ਦਾ ਟਾਕਰਾ ਕਰਨ ਲਈ ਹੌਸਲੇ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹੌਸਲੇ ਨਾਲ ਹੀ ਵਿਅਕਤੀ ਵੱਡੀ ਤੋਂ ਵੱਡੀ ਸਮੱਸਿਆ ਦਾ ਨਿਵਾਰਨ ਕਰ ਸਕਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਗੁਰੂ ਜੀ ਦੇ ਜੀਵਨ ਫਲਸਫੇ ਨੂੰ ਅਪਣਾਉਣ ਦੀ ਲੋੜ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਪਦਾਰਥਵਾਦੀ ਅਤੇ ਸਵਾਰਥੀ ਸੋਚ ਕਰਕੇ ਵਿਅਕਤੀ ਭਾਵਨਾਵਾਂ ਤੋਂ ਮੁਹੀਨ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਉਹ ਨਾ ਤਾਂ ਇੱਕ ਉਸਾਰੂ ਸਮਾਜ ਸਿਰਜਣ ਦੀ ਸਮਰੱਥਾ ਦਾ ਧਾਰਨੀ ਹੋ ਸਕਦਾ ਹੈ ਤੇ ਨਾ ਹੀ ਉਸਾਰੂ ਸ਼ਖਸੀਅਤ ਦਾ ਮਾਲਕ ਬਣ ਸਕਦਾ ਹੈ। ਤਿਆਗ ਅਤੇ ਬਲੀਦਾਨ ਦੀ ਭਾਵਨਾ ਵਿਅਕਤੀ ਨੂੰ ਸਵੈ ਤੋਂ ਉੱਪਰ ਉੱਠ ਕੇ ਸਮਾਜ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਲਈ ਅਗਵਾਈ ਕਰਦੀ ਹੈ ਅਤੇ ਇਹ ਅਗਵਾਈ ਸਾਨੂੰ ਗੁਰੂ ਜੀ ਦੇ ਜੀਵਨ ਤੋਂ ਅਸਲ ਅਰਥਾਂ ਵਿੱਚ ਮਿਲਦੀ ਹੈ। ਅੱਜ ਪੂਰੀ ਦੁਨੀਆ ਗੁਰੂ ਜੀ ਦੇ ਜੀਵਨ ਸੰਬੰਧੀ ਫਲਸਫੇ, ਬਹਾਦਰੀ, ਤਿਆਗ ਅਤੇ ਸ਼ਹਾਦਤ ਤੋਂ ਸੇਧ ਲੈਣ ਲਈ ਅਤੇ ਆਪਣੇ ਸਮਾਜ ਨੂੰ ਨਰੋਈ ਤੇ ਪ੍ਰਗਤੀਸ਼ੀਲ ਦਿਸ਼ਾ ਪ੍ਰਦਾਨ ਕਰਨ ਲਈ ਉਹਨਾਂ ਦੇ 400 ਸਾਲਾ ਜਨਮ ਦਿਵਸ ਸੰਬੰਧੀ ਸਮਾਗਮ ਮਨਾ ਕੇ ਆਪਣਾ ਫਰਜ਼ ਨਿਭਾ ਰਹੀ ਹੈ। ਅੱਜ ਦੇ ਵੈਬੀਨਾਰ ਦਾ ਆਯੋਜਨ ਕਰਨਾ ਵੀ ਸਾਡੀ ਇੱਕ ਅਜਿਹੀ ਹੀ ਕੋਸ਼ਿਸ਼ ਹੈ। ਹੁਣ ਮੈਂ ਆਪਣੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਗੁਰਵਿੰਦਰ ਕੌਰ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਾਡੇ ਅੱਜ ਦੇ ਵੈਬੀਨਾਰ ਦੇ ਸਰੋਤ ਵਿਅਕਤੀ ਕਾਲਜ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਸ਼੍ਰੀ ਵਿਨੋਦ ਭਾਰਦਵਾਜ ਜੀ, ਵੱਖ-ਵੱਖ ਵਿਦਿਅਕ ਅਦਾਰਿਆਂ ਤੋਂ ਜੁੜੇ ਹੋਏ ਅਧਿਆਪਕਾਂ, ਵਿਦਿਆਰਥੀਆਂ, ਪ੍ਰਿੰਸੀਪਲਾਂ ਆਦਿ ਸਭ ਦੇ ਸਵਾਗਤ ਦੇ ਵਿੱਚ ਦੋ ਸ਼ਬਦ ਜ਼ਰੂਰ ਸਾਂਝੇ ਕਰਾਂ। ਮੈਡਮ ਪ੍ਰਿੰਸੀਪਲ ਮੈਮ ਸ਼੍ਰੀਮਤੀ ਗੁਰਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਤਰ। ਆਪ ਸਭ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ। ਮੈਂ ਆਪਣੀ ਕਾਲਜ ਦੀ ਪ੍ਰਬੰਧਕੀ ਕਮੇਟੀ, ਅਧਿਆਪਕ ਵਰਗ, ਸਹਿਯੋਗੀ ਵਰਗ ਅਤੇ ਵਿਦਿਆਰਥੀਆਂ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਅਤੇ ਉਚੇਚੇ ਤੌਰ ਤੇ ਅੱਜ ਦੇ ਮੁੱਖ ਵਕਤਾ ਸਰਦਾਰ ਅਵਤਾਰ ਸਿੰਘ, ਐਸੋਸੀਏਟ ਪ੍ਰੋਫੈਸਰ ਰਾਮਗੜੀਆ ਕਾਲਜ ਫਗਵਾੜਾ ਨੂੰ ਜੀ ਆਇਆਂ ਆਖਦੀ ਹਾਂ ਅਤੇ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਅਤੇ ਅੱਜ ਤੇ ਗੁਰੂ ਦੀ ਬਹਾਦਰ ਤੇ ਅਤੇ ਸ਼ਹਾਦਤ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਗੁਰੂ ਨਾਨਕ ਦੇਵ ਜੀ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਜੀ ਤੇਗ ਦੇ ਤਿਆਗ ਦੀ ਮੂਰਤ ਨੇ ਆਪਣਾ ਸਾਰਾ ਜੀਵਨ ਸਬਰ ਤੇ ਸਿਦਕ, ਨਿਰਭਉ ਅਤੇ ਨਿਰਵੈਰ, ਸੱਚ ਅਤੇ ਸੱਚ ਦੀ ਪ੍ਰਕਿਰਿਆ ਵਿੱਚ ਤਿਲਕ ਜੰਜੂ ਰਾਕਾ ਪ੍ਰਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਗੁਰੂ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ। ਵਿਸ਼ਵ ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ, ਬਲਕਿ ਮਾਨਵਤਾ ਨੂੰ ਬਚਾਉਣ ਦੇ ਖਾਤਰ ਦਿੱਤੀ ਗਈ। ਕਿਸੇ ਹੋਰ ਧਰਮ ਦੇ ਵਿਸ਼ਵਾਸਾਂ, ਅਕੀਦਿਆਂ ਅਤੇ ਧਾਰਮਿਕ ਚਿੰਨ੍ਹਾਂ ਜਿਨ੍ਹਾਂ ਉੱਤੇ ਨਾ ਤਾਂ ਗੁਰੂ ਜੀ ਅਕੀਦਾ ਰੱਖਦੇ ਸਨ ਅਤੇ ਨਾ ਹੀ ਉਹਨਾਂ ਦੇ ਧਾਰਨੀ ਸੀ, ਦੀ ਰਾਖੀ ਲਈ ਉਹਨਾਂ ਆਪਾ ਕੁਰਬਾਨ ਕਰ ਇਸ ਗੌਰਵਮਈ ਸ਼ਹਾਦਤ ਸਿਰਫ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ, ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ ਅਤੇ ਧਰਮ ਲਈ ਮਰ ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ,
ਨਿਤਾਣਿਆਂ, ਨਿਉਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਹੋਵੇ। ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ ਹੋ ਜਾਂਦੀ ਹੈ, ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ ਨਾਂ ਤੇ, ਧਰਮ ਦੇ ਨਾਂ ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗੁਰੂ ਜੀ ਦੀ ਲਸਾਨੀ ਸ਼ਹਾਦਤ ਦੀ ਰੋਸ਼ਨੀ ਸਾਨੂੰ ਚਾਨਣ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ। ਅੱਜ ਲੋੜ ਹੈ ਸੰਸਾਰ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਮਾਰਗ ਅਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ। ਆਓ ਰਲ ਕੇ ਸਰਬ ਸਾਂਝੇ ਧਰਮ ਭਾਵ ਮਾਨਵਤਾ, ਅਹਿੰਸਾ, ਦਇਆ, ਅਮਨ, ਪਰਉਪਕਾਰ, ਅਖੰਡਤਾ ਦੇ ਰਸਤੇ ਉੱਤੇ ਆਪਣੇ ਕਦਮ ਪਾਈਏ। ਧੰਨਵਾਦ। ਧੰਨਵਾਦ ਮੈਮ। ਹੁਣ ਸਮਾਂ ਹੈ ਅੱਜ ਦੇ ਵੈਬੀਨਾਰ ਦੇ ਵਿਸ਼ੇ ਸੰਬੰਧੀ ਆਪਣੇ ਬਹੁਮੁੱਲੇ ਵਿਚਾਰਾਂ ਨੂੰ ਸਾਡੇ ਨਾਲ ਸਾਂਝੇ ਕਰਨ ਵਾਲੇ ਸਾਡੇ ਸਰੋਤ ਵਿਅਕਤੀ ਪ੍ਰੋਫੈਸਰ ਸਰਦਾਰ ਅਵਤਾਰ ਸਿੰਘ ਜੀ ਦੀ ਤੁਹਾਡੀ ਸਾਰਿਆਂ ਨਾਲ ਜਾਣ ਪਛਾਣ ਦਾ। ਸਰਦਾਰ ਅਵਤਾਰ ਸਿੰਘ ਬਤੌਰ ਐਸੋਸੀਏਟ ਪ੍ਰੋਫੈਸਰ ਰਾਮਗੜੀਆ ਕਾਲਜ ਫਗਵਾੜਾ ਵਿਖੇ ਆਪਣੀਆਂ ਸੇਵਾਵਾਂ ਅਧਿਆਪਨ ਦੇ ਖੇਤਰ ਵਿੱਚ ਨਿਭਾ ਰਹੇ ਹਨ। ਸਰਦਾਰ ਅਵਤਾਰ ਸਿੰਘ ਜੀ ਨੇ ਆਪਣੀ BA ਦੀ ਡਿਗਰੀ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਹਾਸਲ ਕੀਤੀ ਅਤੇ ਉਚੇਰੀ ਪੜ੍ਹਾਈ ਵਿੱਚ MA ਪੰਜਾਬੀ ਅਤੇ MPhil ਪੰਜਾਬੀ ਦੀ ਡਿਗਰੀ ਸਕੂਲ ਆਫ ਪੰਜਾਬੀ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਇਹਨਾਂ ਨੇ ਆਪਣੀ MPhil ਪੰਜਾਬੀ ਦਾ ਖੋਜ ਕਾਰਜ ਨਿਬੰਧਕਾਰ ਸਰਦਾਰ ਕਪੂਰ ਸਿੰਘ ਪ੍ਰੋਫੈਸਰ ਆਫ ਸਿੱਖਿਜ਼ਮ ਤੇ ਕੀਤਾ। ਸਰਦਾਰ ਅਵਤਾਰ ਸਿੰਘ ਜੀ ਰਾਮਗੜੀਆ ਕਾਲਜ ਫਗਵਾੜਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਿੱਚ ਅਧਿਆਪਨ ਕਾਰਜ ਦੀ ਜ਼ਿੰਮੇਵਾਰੀ ਤਕਰੀਬਨ 30 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਬਹੁਤ ਹੀ ਤਨਦੇਹੀ ਨਾਲ ਨਿਭਾ ਰਹੇ ਹਨ। ਇਹਨਾਂ ਦੇ ਕਾਰਜ ਦਾ ਵਿਸ਼ੇਸ਼ ਦਿਲਚਸਪੀ ਖੇਤਰ ਸਿੱਖ ਇਤਿਹਾਸ ਅਤੇ ਪੰਜਾਬੀ ਸਾਹਿਤ ਹੈ। ਸਰਦਾਰ ਅਵਤਾਰ ਸਿੰਘ ਜੀ ਨੇ ਸਿੱਖ ਸੈਨਿਕਾਂ ਸਿਰਲੇਖ ਦੇਣ ਇੱਕ ਪੁਸਤਕ ਵੀ ਜਿਹੜੀ ਹੈ ਉਹ ਪ੍ਰਕਾਸ਼ਿਤ ਕਰਵਾਈ ਹੈ। ਇਸ ਤੋਂ ਇਲਾਵਾ ਸਰਦਾਰ ਅਵਤਾਰ ਸਿੰਘ ਜੀ ਹੁਣ ਤੱਕ ਬਹੁਤ ਸਾਰੇ ਸਥਾਨਿਕ, ਰਾਸ਼ਟਰੀ, ਅੰਤਰਰਾਸ਼ਟਰੀ ਸੈਮੀਨਾਰਾਂ, ਵੈਬੀਨਾਰਾਂ, ਕਾਨਫਰੰਸਾਂ, ਸਿੰਪੋਜ਼ੀਅਮ ਅਤੇ ਪੈਨਲ ਚਰਚਾਵਾਂ ਦਾ ਹਿੱਸਾ ਬਣ ਚੁੱਕੇ ਹਨ। ਵਰਤਮਾਨ ਸਮੇਂ ਵਿੱਚ ਵੀ ਸਰਦਾਰ ਅਵਤਾਰ ਸਿੰਘ ਜੀ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਸੰਬੰਧੀ ਆਕਾਸ਼ਵਾਣੀ ਰੇਡੀਓ ਅਤੇ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਅਤੇ ਵਿਚਾਰ ਚਰਚਾਵਾਂ ਦੇ ਨਾਲ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ। ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਵੈਬੀਨਾਰ ਦੇ ਸਰੋਤ ਵਿਅਕਤੀ ਪ੍ਰੋਫੈਸਰ ਸਰਦਾਰ ਅਵਤਾਰ ਸਿੰਘ ਜੀ ਨੂੰ ਸੱਦਾ ਦਿੰਦੀ ਹਾਂ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਿਆਗ, ਤੇਗ ਅਤੇ ਸ਼ਹਾਦਤ ਵਿਸ਼ੇ ਸੰਬੰਧੀ ਆਪਣੇ ਵਿਚਾਰਾਂ ਨੂੰ ਸਾਡੇ ਸਭ ਦੇ ਨਾਲ ਸਾਂਝੇ ਕਰਨ। ਪ੍ਰੋਫੈਸਰ ਸਰਦਾਰ ਅਵਤਾਰ ਸਿੰਘ ਜੀ। ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਆਪਣੇ ਕਾਲਜ ਵਿੱਚ ਯਾਦ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਪਿੰਡ ਦੁਪਾਲਪੁਰ ਆ ਅਤੇ RK ਆਰੀਆ ਕਾਲਜ ਤੋਂ 13 ਕਿਲੋਮੀਟਰ ਪਿੰਡ ਹੈ ਮੇਰਾ। 1979 ਦੇ ਵਿੱਚ ਮੈਂ ਪ੍ਰੈਪ ਵਿੱਚ RK ਆਰੀਆ ਕਾਲਜ ਲੱਗਿਆ ਸੀਗਾ ਅਤੇ ਰੋਜ਼ ਸਾਈਕਲ 'ਤੇ ਆਉਂਦਾ ਹੁੰਦਾ ਸੀਗਾ ਅਤੇ ਪ੍ਰੈਪ ਤੇ BA Part 1 ਮੈਂ ਉੱਥੋਂ ਕੀਤੀ ਸੀ। ਅਤੇ ਫਿਰ ਕਈ ਵਾਰੀ ਘੁੰਮਦੇ ਘੁੰਮਦੇ ਤੁਹਾਡੇ ਕਾਲਜ ਵਿੱਚ ਵੀ ਜਾਂਦਾ ਹੁੰਦਾ ਸੀਗਾ ਅਤੇ ਮੈਨੂੰ ਯਾਦ ਹੈ ਤੁਹਾਡੇ ਕਾਲਜ ਦੇ ਨਾਲ ਇੱਕ ਸਵਿਮਿੰਗ ਪੂਲ ਬਣਿਆ ਹੋਇਆ, ਉਹਦੇ ਵਿੱਚ ਵੀ ਮੈਨੂੰ ਮੈਂ ਆਪਣੇ ਦੋਸਤਾਂ ਨਾਲ ਬਹੁਤ ਵਾਰੀ ਗਿਆ। ਉਦੋਂ ਉਹ ਖੁੱਲ੍ਹਾ ਹੁੰਦਾ ਸੀਗਾ, ਹੁਣ ਤਾਂ ਸ਼ਾਇਦ ਬੰਦ ਹੈ ਉਹ। ਅਤੇ ਮੇਰੀਆਂ ਯਾਦਾਂ ਤੁਹਾਡੇ ਕਾਲਜ ਨਾਲ ਜੁੜੀਆਂ ਹੋਈਆਂ। ਇੱਕ ਵਾਰੀ 1979 ਦੇ ਵਿੱਚ ਯੂਥ ਫੈਸਟੀਵਲ ਹੋਇਆ ਸੀਗਾ, ਜੋ ਯੂਥ ਫੈਸਟੀਵਲ ਵੀ ਮੈਂ ਤੁਹਾਡੇ ਕਾਲਜ ਅਟੈਂਡ ਕੀਤਾ ਸੀਗਾ ਅਤੇ ਉਹਦੇ ਵਿੱਚ ਮੈਨੂੰ ਯਾਦ ਹੈ ਅੱਜ ਤੱਕ। ਐਕਸਕਿਊਜ਼ ਮੀ ਸਰ, ਦੇयर इज अ ਰਿਕੁਐਸਟ, ਪਲੀਜ਼ ਤੁਸੀਂ ਥੋੜਾ ਆਵਾਜ਼ ਉੱਚੀ ਕਰ ਸਕਦੇ ਹੋ? ਮਤਲਬ ਬਹੁਤ ਸਲੋ ਆਵਾਜ਼ ਆ ਰਹੀ ਹੈ। ਅੱਛਾ ਜੀ। ਹਾਂਜੀ, ਹੁਣ ਕਿਸ ਤਰ੍ਹਾਂ ਆ ਰਹੀ ਹੈ ਆਵਾਜ਼? ਹਾਂਜੀ ਸਰ। ਹਾਂਜੀ, ਅਤੇ ਤੁਹਾਡੇ ਕਾਲਜ ਨਾਲ ਮੈਂ ਦੱਸ ਰਿਹਾ ਸੀਗਾ ਮੇਰਾ ਕੁਛ ਯਾਦਾਂ ਜੁੜੀਆਂ ਹੋਈਆਂ ਸਵਿਮਿੰਗ ਪੂਲ ਨਾਲ। ਅਤੇ ਤੁਹਾਡੇ ਕਾਲਜ ਵਿੱਚ 1979 ਦੇ ਵਿੱਚ ਯੂਥ ਫੈਸਟੀਵਲ ਹੋਇਆ ਸੀਗਾ, ਮੈਂ ਉਹ ਅਟੈਂਡ ਕੀਤਾ ਸੀਗਾ ਇੱਕ ਸਰੋਤੇ ਦੇ ਤੌਰ 'ਤੇ। ਅਤੇ ਉਹਦੇ ਵਿੱਚ ਜਿਹੜੀਆਂ ਕਵਿਤਾਵਾਂ ਪੜ੍ਹੀਆਂ ਗਈਆਂ ਸੀਗੀਆਂ ਮੈਨੂੰ ਅੱਜ ਤੱਕ ਉਹ ਵੀ ਮੇਰੇ ਕੰਨਾਂ 'ਚ ਗੂੰਜਦੀਆਂ। ਅਤੇ ਬੜਾ ਅੱਛਾ ਵਾਤਾਵਰਨ ਆਰੀਆ ਕਾਲਜ ਦੇ, ਤੁਹਾਡੇ ਕਾਲਜ ਦਾ। ਅਤੇ ਅੱਜ ਮੈਨੂੰ ਮੁੜ ਕੇ ਉਸ ਕਾਲਜ ਵਿੱਚ ਬੁਲਾਇਆ ਗਿਆ ਅਤੇ ਖਾਸ ਤੌਰ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਬਾਰੇ ਬੋਲਣ ਲਈ, ਅਤੇ ਮੈਨੂੰ ਬੜਾ ਅੱਛਾ ਲੱਗ ਰਿਹਾ। ਮੇਰੇ ਬਾਰੇ ਬੜੇ ਚੰਗੇ ਸ਼ਬਦ ਬੋਲੇ ਗਏ ਅਤੇ ਮੈਂ ਇੱਕ ਸਧਾਰਨ ਅਧਿਆਪਕ ਹਾਂ, ਲੇਕਿਨ ਪੜ੍ਹਦਾ ਲਿਖਦਾ ਰਹਿੰਦਾ, ਪੜ੍ਹਦਾ ਵੀ ਰਹਿੰਦਾ, ਲਿਖਦਾ ਵੀ ਰਹਿੰਦਾ ਅਤੇ ਬੋਲਦਾ ਵੀ ਰਹਿੰਦਾ।
ਜਿੱਥੇ ਕਿਤੇ ਵੀ ਮੈਨੂੰ ਕੋਈ ਬੁਲਾਵੇ ਤੇ ਮੈਂ ਜਾਣਾ ਵੀ ਹਾਂ। ਪਰ ਮੈਨੂੰ ਅੱਜ ਇੱਦਾਂ ਲੱਗ ਰਿਹਾ ਜਿਵੇਂ ਮੈਂ ਆਪਣੇ ਘਰ ਵਿੱਚ ਹੀ ਮੈਨੂੰ ਬੁਲਾਇਆ ਗਿਆ ਹੋਵੇ। ਅੱਜ ਦਾ ਟੌਪਿਕ ਹੈਗਾ ਮੇਰਾ ਗੁਰੂ ਤੇਗ ਬਹਾਦਰ ਜੀ ਦੇ ਉੱਤੇ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਵਰ੍ਹਾ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਔਰ 1975 ਦੇ ਵਿੱਚ ਉਹਨਾਂ ਦੀ ਸ਼ਹਾਦਤ ਦੀ ਵਰ੍ਹੇਗੰਢ ਮਨਾਈ ਗਈ ਸੀ ਤੇ ਉਦੋਂ ਵੀ ਬਹੁਤ ਜ਼ਿਆਦਾ ਦੇਸ਼ ਵਿਦੇਸ਼ ਵਿੱਚ ਸੈਮੀਨਾਰ ਹੋਏ ਸੀਗੇ ਔਰ ਉਹਨਾਂ ਦੇ ਨਾਲ ਸੰਬੰਧਿਤ ਕਿਤਾਬਾਂ ਛਾਪੀਆਂ ਗਈਆਂ ਸੀਗੀਆਂ। ਉਹਨਾਂ ਦੀ ਬਾਣੀ ਗਾਈ ਗਈ ਸੀ, ਜਿਵੇਂ ਹੁਣੇ ਅਸੀਂ ਸ਼ੁਰੂ ਵਿੱਚ ਜਗਜੀਤ ਸਿੰਘ ਜੀ ਦੇ ਗਾਏ ਹੋਏ ਉਹਨਾਂ ਦੇ ਸ਼ਲੋਕ ਜਿਹੜੇ ਸੁਣ ਰਹੇ ਸੀਗੇ। ਤੇ ਬੜੀਆਂ ਸੰਸਥਾਵਾਂ ਬਣੀਆਂ ਤੇ ਲੇਕਿਨ ਇਹ ਜਿਹੜਾ ਵਰ੍ਹਾ ਉਹਨਾਂ ਦੀ ਜਨਮ ਸ਼ਤਾਬਦੀ ਆ, ਇਸ ਕਰਕੇ ਮੈਂ ਚਾਹੁੰਦਾ ਕਿ ਉਹਨਾਂ ਦੇ ਪੂਰੇ ਜੀਵਨ ਨੂੰ, ਖਾਸ ਤੌਰ ਦੇ ਉੱਤੇ ਗੁਰੂ ਸਾਹਿਬ ਦੇ ਜਨਮ ਨੂੰ ਫੋਕਸ ਵਿੱਚ ਰੱਖ ਕੇ ਗੱਲ ਕੀਤੀ ਜਾਵੇ। ਤਾਂ ਮੈਨੂੰ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ ਮੇਰੀ ਠੀਕ ਠਾਕ? सर थोड़ा क्या और वॉल्यूम आवाज सर आ रही है बट थोड़ी स्लो आ रही है। मेरे ख्याल ਤੁਹਾਡੇ ਪਾਰਟ ਤੇ ਕੁਝ ਹੋਣਾ ਜੀ, ਮੇਰੇ ਵੱਲੋਂ ਤਾਂ ਕੋਈ ਨਹੀਂ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ। ਤੇ ਹਾਂਜੀ ਗੁਜ਼ਾਰਾ ਨਹੀਂ ਹੋ ਰਿਹਾ, ਤੁਸੀਂ ਆਪਣੀ ਆਵਾਜ਼ ਥੋੜਾ ਕਰੋ। ਮੈਂ ਤਾਂ ਜਿੰਨੀ ਕਿ ਹੁੰਦੀ ਹੈ ਇੱਥੇ ਅਕਸਰ ਮੈਂ ਇਹਦੇ ਵਿੱਚ ਕਰਦਾ ਹਾਂ लैपटॉप ਵਿੱਚ। कोई नहीं सर ठीक है। ਹਾਂਜੀ कंटिन्यू। ਚਲੋ ਮੈਂ ਹੋਰ ਨੇੜੇ ਹੋਣ ਦੀ ਕੋਸ਼ਿਸ਼ ਕਰਦਾ। ਅੱਜ ਦਾ ਜਿਹੜਾ ਟੌਪਿਕ ਹੈ ਮੇਰਾ, ਗੁਰੂ ਤੇਗ ਬਹਾਦਰ ਜੀ ਤਿਆਗ ਤੋਂ ਤੇਗ ਤੱਕ। ਸਭ ਤੋਂ ਪਹਿਲਾਂ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਹਾਂ ਤੇ ਸਾਡੇ ਜ਼ਿਹਨ ਵਿੱਚ ਇੱਕ ਕੁਝ ਆਵਾਜ਼ਾਂ ਆਉਂਦੀਆਂ। ਜਦੋਂ ਪੰਜਾਬ ਦੇ ਪਿੰਡਾਂ ਵਿੱਚ ਕੋਈ ਖੁਸ਼ੀ ਜਾਂ ਕੋਈ ਗਮੀ ਦਾ ਸਮਾਗਮ ਹੁੰਦਾ ਤੇ ਲੋਕ ਸਹਿਜ ਪਾਠ ਜਾਂ ਅਖੰਡ ਪਾਠ ਕਰਦੇ ਆ ਤੇ ਜਿਸ ਵੇਲੇ ਉਸ ਅਖੰਡ ਪਾਠ ਦੀ ਸਮਾਪਤੀ ਹੁੰਦੀ ਆ ਤੇ ਉਸ ਵੇਲੇ ਭਾਈ ਸਾਹਿਬ ਬੈਠ ਕੇ ਬੜੇ ਹੀ ਵਿਰਾਗਮਈ ਅੰਦਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੀਰਲੇ ਸਮਾਪਨ ਦੇ ਸ਼ਲੋਕ ਜਿਹੜੇ ਪੜ੍ਹਦੇ ਆ ਔਰ ਜਦੋਂ ਉਹ ਸ਼ਲੋਕ ਪੜ੍ਹੇ ਜਾ ਰਹੇ ਹੁੰਦੇ ਆ, ਬੇਸ਼ੱਕ ਉਹ ਮੌਕਾ ਖੁਸ਼ੀ ਦਾ ਹੋਵੇ ਚਾਹੇ ਗਮੀ ਦਾ ਹੋਵੇ, ਲੇਕਿਨ ਉਹ ਆਖਰੀ ਵਕਤ ਤੇ ਬੜਾ ਹੀ ਵਿਰਾਗ ਭਰਪੂਰ ਹੋ ਜਾਂਦਾ। ਔਰ ਅਕਸਰ ਮੈਂ ਦੇਖਿਆ ਵੀ ਲੋਕਾਂ ਦੇ ਅੱਖਾਂ ਵਿੱਚ ਅੱਖਾਂ ਨਮ ਹੋ ਜਾਂਦੀਆਂ। ਉਹ ਸ਼ਲੋਕ 9ਵੇਂ ਪਾਤਸ਼ਾਹ ਦੇ ਹੁੰਦੇ ਆ, ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਉਸ ਵੇਲੇ ਪੜ੍ਹੇ ਜਾਂਦੇ ਆ ਤੇ ਉਹੀ ਸ਼ਲੋਕ ਹੁਣ ਸ਼ੁਰੂ ਵਿੱਚ ਤੁਹਾਡਾ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਜਗਜੀਤ ਸਿੰਘ ਨੇ ਜਿਹੜੇ ਗਾਏ ਆ ਉਹ ਸ਼ਲੋਕ ਚੱਲ ਰਹੇ ਸੀਗੇ। ਤੇ ਜਦੋਂ ਮੈਂ ਸੁਣ ਰਿਹਾ ਸੀਗਾ ਸੱਚਮੁੱਚ ਉਹ ਇੰਨਾ ਵਿਰਾਗਮਈ ਮਾਹੌਲ ਬਣਦਾ ਉਹਨਾਂ ਨਾਲ ਤੇ ਕਿਸੇ ਵੀ ਇਨਸਾਨ ਦੀਆਂ ਨਾ ਹੋਈਆਂ ਜਿਹਨਾਂ ਨੂੰ ਵੀ ਸਮਝ ਆਉਂਦੇ ਨਹੀਂ ਸਮਝ ਆਉਂਦੇ ਆ, ਉਹਨਾਂ ਦੀ ਧੁਨ ਐਸੀ ਆ, ਉਹਨਾਂ ਦੀ ਸੁਰ ਐਸੀ ਆ ਕਿ ਬੰਦਾ ਵਿਰਾਗ ਵਿੱਚ ਪੁੱਜ ਜਾਂਦਾ। ਔਰ ਮੈਂ ਦੇਖਦਾ ਵੀ ਜਦੋਂ ਅਸੀਂ 9ਵੇਂ ਪਾਤਸ਼ਾਹ ਦਾ ਜਿਹੜਾ ਸਾਡੇ ਸਮਾਜ ਵਿੱਚ ਜਾਂ ਸਾਡੇ ਦੇਸ਼ ਵਿੱਚ ਬਹੁਤਾ ਫੋਕਸ ਕੀਤਾ ਜਾਂਦਾ, ਉਹਨਾਂ ਦੀ ਸ਼ਹਾਦਤ ਦੇ ਉੱਤੇ ਫੋਕਸ ਕੀਤਾ ਜਾਂਦਾ, ਲੇਕਿਨ ਇਹ ਜਨਮ ਸ਼ਤਾਬਦੀ ਆ ਤੇ ਉਹਨਾਂ ਦੇ ਜਨਮ ਬਾਰੇ, ਉਹਨਾਂ ਦੇ ਬਚਪਨ ਬਾਰੇ ਸਾਨੂੰ ਬਹੁਤ ਘੱਟ ਪਤਾ। ਤੇ ਮੈਂ ਤੇਰੇ ਬਾਰੇ ਜਿਹੜੀਆਂ ਵੱਡੇ ਵਿਦਵਾਨਾਂ ਦੀਆਂ ਕਿਤਾਬਾਂ ਮੈਂ ਤਕਰੀਬਨ ਕੀ ਮੈਂ ਸਾਰੀਆਂ ਲਿਖੀਆਂ, ਮੈਂ ਸਾਰੀਆਂ ਆਪਣੇ ਕੋਲ ਰੱਖੀਆਂ। ਪਿਛਲੇ ਨੂੰ ਜਾਣਾ ਪਿਆ ਉਹਨਾਂ ਦੇ ਬਾਰੇ ਆਪਣੇ ਭਾਸ਼ਣ ਦੇਣ ਜਾਂ ਪਰ ਕਰਨ ਲਈ, ਇੱਕ ਡਾਕਟਰ ਤਲੋਚਨ ਸਿੰਘ ਬਹੁਤ ਵੱਡੇ ਵਿਦਵਾਨ, ਉਹਨਾਂ ਦੀ ਕਿਤਾਬ, ਪ੍ਰੋਫੈਸਰ ਹਰਬੰਸ ਸਿੰਘ ਜਿਨ੍ਹਾਂ ਨੇ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਲਿਖਿਆ, ਉਹਨਾਂ ਦੀ ਜੀਵਨੀ ਲਿਖੀ ਆ। ਫਿਰ ਮਕਾਲਫ 9ਵੇਂ ਪਾਤਸ਼ਾਹ ਜੀਵਨੀ ਲਿਖੀ ਆ। ਡਾਕਟਰ ਦਲਜੀਤ ਸਿੰਘ ਇੱਕ ਹੋਏ ਆ ਪੁਰਾਣੇ ਸਮਿਆਂ ਦੇ ਵਿਦਵਾਨ, ਉਹਨਾਂ ਨੇ ਲਿਖੀ ਆ।
ਗਿਆਨੀ ਹਰਭਜਨ ਸਿੰਘ, ਉਹਨਾਂ ਨੇ ਪੰਜਾਬੀ ਵਿੱਚ ਉਹਨਾਂ ਦੀ ਜੀਵਨੀ ਲਿਖੀ ਹੈ। ਤਵਾਰੀ ਗੁਰੂ ਖਾਲਸਾ ਜਿਹੜਾ ਪੂਰਾ ਇਤਿਹਾਸ ਦਾ ਗ੍ਰੰਥ ਹੈ, ਗਿਆਨੀ ਗਿਆਨ ਸਿੰਘ ਨੇ ਲਿਖਿਆ ਹੋਇਆ, ਉਹਦੇ ਵਿੱਚ ਬੜੀ ਡਿਟੇਲ ਵਿੱਚ ਉਹਨਾਂ ਦੇ ਬਚਪਨ ਦੀ ਗੱਲਾਂ ਲਿਖੀਆਂ ਹੋਈਆਂ। ਫਿਰ ਸੂਰਜ ਪ੍ਰਕਾਸ਼ ਜਿਹੜਾ ਬ੍ਰਜ ਭਾਸ਼ਾ ਵਿੱਚ ਭਾਈ ਸੰਤੋਖ ਸਿੰਘ ਦਾ ਬਹੁਤ ਵੱਡਾ ਗ੍ਰੰਥ ਹੈ, ਉਹਦੇ ਵਿੱਚ ਵੀ 9ਵੇਂ ਪਾਤਸ਼ਾਹ ਦੀ ਡਿਟੇਲ ਵਿੱਚ ਉਹਨਾਂ ਦੇ ਜੀਵਨ ਬਿਰਤਾਂਤ ਲਿਖਿਆ ਹੋਇਆ। ਤੇ ਫਿਰ ਜਿਹੜਾ ਗੁਰਬਚਨ ਸਿੰਘ ਤਾਲਿਬ ਇੱਕ ਬਹੁਤ ਵੱਡੇ ਵਿਦਵਾਨ ਹੋਏ ਆ, ਜਿਨ੍ਹਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਉਹਨਾਂ ਨੇ ਵੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਅੰਗਰੇਜ਼ੀ ਵਿੱਚ ਲਿਖੀ ਆ, ਤੇ ਉਹਨਾਂ ਨੇ ਵੀ ਬਹੁਤ ਸਾਰੇ ਉਹਨਾਂ ਦੇ ਵਾਕਿਆਤ ਜਿਹੜੇ ਬਚਪਨ ਦੇ ਬੜੇ ਦਿਲਚਸਪ ਵਾਕਿਆਤ ਲਿਖੇ ਆ, ਤੇ ਜਿਨ੍ਹਾਂ ਨੂੰ ਪੜ੍ਹ ਕੇ ਉਹਨਾਂ ਦੇ ਜੀਵਨ ਦਾ ਜੋ ਆਖਿਰ ਸਾਡੇ ਸਾਹਮਣੇ ਬਣਦਾ, ਤੇ ਮੈਂ ਤੁਹਾਡੇ ਸਾਹਮਣੇ ਉਹ ਰੱਖਣਾ ਚਾਹੁੰਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਸ ਵੇਲੇ 9ਵੇਂ ਪਾਤਸ਼ਾਹ ਦਾ ਜਨਮ ਹੋਇਆ ਤੇ ਉਹਨਾਂ ਦਾ ਨਾਮਕਰਨ ਜਿਹੜਾ ਉਹ ਬੜਾ ਦਿਲਚਸਪ ਹੈ। ਕਹਿੰਦੇ ਆ ਵੀ ਇਹ ਸਾਰੀ ਕਿਤਾਬਾਂ 'ਚ ਲਿਖਿਆ ਹੋਇਆ ਵੀ ਜਿਸ ਵੇਲੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ, ਉਸ ਵੇਲੇ ਜਿਵੇਂ ਅਕਸਰ ਬੱਚੇ ਰੋਂਦੇ ਹੁੰਦੇ ਆ, ਕੁਰਲਾ ਰਹੇ ਹੁੰਦੇ ਆ, ਤੇ ਬਿਲਕੁਲ ਵੀ ਟਿਕਾ ਵਿੱਚ ਨਹੀਂ ਹੁੰਦੇ, ਆਪਣੇ ਹੱਥ ਪੈਰ ਮਾਰ ਰਹੇ ਹੁੰਦੇ ਆ। ਲੇਕਿਨ 9ਵੇਂ ਪਾਤਸ਼ਾਹ ਜਦੋਂ ਜਨਮ ਹੋਇਆ, ਆਮ ਬੱਚੇ ਦੇ ਵਿਪਰੀਤ ਬਿਲਕੁਲ ਅਡੋਲ ਤੇ ਸ਼ਾਂਤ ਚਿੱਤ ਪਏ ਰਹਿੰਦੇ ਸੀਗੇ, ਔਰ ਬਿਲਕੁਲ ਵੀ ਰੋਂਦੇ ਨਹੀਂ ਸੀ, ਕੋਈ ਉਹਨਾਂ ਦੀ ਆਵਾਜ਼ ਨਹੀਂ ਸੀ ਆਉਂਦੀ। ਤੇ ਉਹਨਾਂ ਦੇ ਮਾਤਾ ਜੀ, ਮਾਤਾ ਨਾਨਕੀ, ਉਹਨਾਂ ਨੂੰ ਫਿਕਰ ਹੋ ਗਿਆ ਉਹਨਾਂ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ। ਔਰ ਜਦੋਂ ਉਹਨਾਂ ਨੂੰ ਫਿਕਰ ਹੋ ਗਿਆ ਤੇ ਉਹ ਸੋਚਣ ਲੱਗ ਪਏ ਵੀ ਕੋਈ ਬਿਮਾਰੀ ਨਾ ਹੋਵੇ, ਕੋਈ ਕਮੀ ਪੇਸ਼ੀ ਨਾ ਹੋਵੇ ਬੱਚੇ ਦੀ ਸਿਹਤ ਵਿੱਚ, ਜਿਹਦੇ ਕਰਕੇ ਇਸ ਤਰ੍ਹਾਂ ਕੋਈ ਇਹਨਾਂ ਦੀ ਆਵਾਜ਼ ਨਹੀਂ ਆਉਂਦੀ, ਕੋਈ ਬਹੁਤਾ ਰੌਲਾ ਨਹੀਂ ਪਾਉਂਦੇ, ਰੋਂਦੇ ਨਹੀਂ ਜਾਂ ਲੱਤਾਂ ਬਾਹਾਂ ਨਹੀਂ ਮਾਰਦੇ। ਤੇ ਜਿਸ ਵੇਲੇ ਕਹਿੰਦੇ ਆ ਵੀ 6ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਹਰਗੋਬਿੰਦ ਸਾਹਿਬ, ਜਦੋਂ ਉਹ ਆਪਣੇ ਬੇਟੇ ਨੂੰ ਦੇਖਣ ਆਏ 4-5 ਸਿੱਖਾਂ ਨੂੰ ਨਾਲ ਲੈ ਕੇ, ਤੇ ਜਿਸ ਵੇਲੇ ਉਹਨਾਂ ਨੇ ਬੇਟੇ ਨੂੰ ਦੇਖਿਆ ਤੇ ਉਹ ਇੱਕਦਮ ਦੇਖ ਕੇ ਮੁਸਕਰਾ ਪਏ। ਔਰ 6ਵੇਂ ਪਾਤਸ਼ਾਹ ਦੀ ਜਿਹੜੀ ਮੁਸਕਰਾਹਟ ਸੀ ਉਹ ਬੜੀ ਮੀਨਿੰਗਫੁਲ ਮੁਸਕਰਾਹਟ ਸੀ। ਔਰ ਜਦੋਂ ਉਹਨਾਂ ਦੇ 9ਵੇਂ ਪਾਤਸ਼ਾਹ ਦੇ ਮਾਤਾ ਜੀ, ਮਾਤਾ ਨਾਨਕੀ ਨੇ ਦੇਖਿਆ ਕਿ ਉਹਨਾਂ ਦੇ ਪਤੀ ਜਿਹੜੇ ਆਪਣੇ ਬੱਚੇ ਨੂੰ ਦੇਖ ਕੇ ਮੁਸਕਰਾ ਪਏ, ਤਾਂ ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਮੁਸਕਰਾ ਰਹੇ ਆ, ਵੀ ਤੁਹਾਨੂੰ ਲੱਗਦਾ ਨਹੀਂ ਹੈ ਵੀ ਬੱਚੇ ਦੀ ਸਿਹਤ ਵਿੱਚ ਕੋਈ ਕਮੀ ਹੋ ਸਕਦੀ ਆ? ਵੀ ਇਹ ਬਿਲਕੁਲ ਵੀ ਇਹਨਾਂ ਦੀ ਕੋਈ ਆਵਾਜ਼ ਨਹੀਂ, ਰੋਂਦੇ ਨਹੀਂ, ਕੁਰਲਾਉਂਦੇ ਨਹੀਂ ਜਾਂ ਲੱਤਾਂ ਪੈਰਾਂ ਨਹੀਂ ਮਾਰਦੇ, ਬਿਲਕੁਲ ਸ਼ਾਂਤ ਪਏ ਆ। ਤੇ 6ਵੇਂ ਪਾਤਸ਼ਾਹ ਨੇ ਆਪਣੇ ਪਤਨੀ ਮਹਿਲ ਮਾਤਾ ਨਾਨਕੀ ਨੂੰ ਕਿਹਾ ਕਿ ਇਹ ਮੇਰਾ ਤਿਆਗ ਮੱਲ ਹੈ। ਔਰ ਨਾਲ ਹੀ ਉਹਨਾਂ ਨੇ ਇੱਕ ਭਵਿੱਖਬਾਣੀ ਕੀਤੀ ਕਿ ਵੱਡਾ ਹੋ ਕੇ ਬਹੁਤ ਵੱਡਾ ਪ੍ਰਕਰਮੀ ਯੋਧਾ ਹੋਏਗਾ। ਇਹ ਗੱਲ ਕਹਿਣ ਨਾਲ ਸਾਰਿਆਂ ਨੂੰ ਨਿਸ਼ਚਿੰਤ ਹੋ ਗਿਆ ਵੀ ਜਿਹੜੀ ਉਹਨਾਂ ਦੀ ਤਬੀਅਤ ਹੈ ਇੱਕ ਬੱਚੇ ਦੀ 9ਵੇਂ ਪਾਤਸ਼ਾਹ ਦੀ, ਉਹ ਕੋਈ ਬਿਮਾਰੀ ਦੀ ਸੂਚਕ ਜਾਂ ਕਿਸੇ ਕਮੀ ਪੇਸ਼ੀ ਕਾਰਨ ਨਹੀਂ ਹੈ, ਲੇਕਿਨ ਉਹਨਾਂ ਦੀ ਸ਼ਖਸੀਅਤ ਦੀ ਗੰਭੀਰਤਾ ਦੇ ਕਰਕੇ, ਉਹਨਾਂ ਦੇ ਪ੍ਰਕਰਮੀ ਹੋਣ ਦੇ ਸੰਕੇਤ ਵਜੋਂ ਉਹਨਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਤਬੀਅਤ ਹੈ। ਇਹ ਸਾਰਿਆਂ ਨੇ ਇਸ ਤਰ੍ਹਾਂ ਮਹਿਸੂਸ ਕੀਤਾ। ਔਰ ਨਾਲ ਹੀ ਉਹਨਾਂ ਦਾ ਨਾਂ ਜਿਹੜਾ ਆ ਉਹ ਜਿਹੜਾ 6ਵੇਂ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਚੋਂ ਉਚਾਰਿਆ, ਉਹ ਨਾਂ ਵੀ ਪ੍ਰਚਲਿਤ ਹੋ ਗਿਆ। ਸਾਰੇ ਉਹਨਾਂ ਨੂੰ ਤਿਆਗਮੱਲ ਕਹਿਣ ਲੱਗ ਪਏ। ਤਿਆਗ ਦਾ ਸਾਰਿਆਂ ਨੂੰ ਸਾਨੂੰ ਪਤਾ ਹੈ, ਤਿਆਗ ਦਾ ਮਤਲਬ ਹੁੰਦਾ ਸੰਨਿਆਸ, ਜਿਹਦਾ ਦੁਨਿਆਵੀ ਰੁਚੀਆਂ ਵਿੱਚ ਜਾਂ ਦੁਨਿਆਵੀ ਕੰਮਾਂ ਵਿੱਚ, ਦੁਨਿਆਵੀ ਗੱਲਾਂ ਵਿੱਚ, ਦੁਨਿਆਵੀ ਚੀਜ਼ਾਂ ਵਿੱਚ ਬਿਲਕੁਲ ਵੀ ਕੋਈ ਰੁਚੀ ਨਾ ਹੋਵੇ। ਔਰ ਉਦੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਵੀ ਬੱਚੇ ਦੀ ਗਰੋਥ ਹੁੰਦੀ ਆ, ਬੱਚਾ ਰੁੜਨ ਲੱਗਦਾ, ਬੱਚਾ ਤੁਰਨ ਲੱਗਦਾ, ਤੇ ਉਹਨਾਂ ਸਾਲਾਂ ਦੇ ਵਿੱਚ ਬਹੁਤ ਸਾਰੇ ਵਾਕਿਆਤ ਜਿਹੜੇ ਆ, ਜਿਨ੍ਹਾਂ ਗ੍ਰੰਥਾਂ ਦਾ ਮੈਂ ਜ਼ਿਕਰ ਕੀਤਾ, ਇਹਨਾਂ ਗ੍ਰੰਥਾਂ ਵਿੱਚ ਲਿਖੇ ਹੋਏ ਆ। ਵੀ ਕਹਿੰਦੇ ਆ ਵੀ 9ਵੇਂ ਪਾਤਸ਼ਾਹ ਤਿਆਗਮੱਲ ਜਦੋਂ ਉਹਨਾਂ ਨੂੰ ਮਾਤਾ ਜੀ ਤਿਆਰ ਕਰਦੇ ਸੀਗੇ, ਉਹਨਾਂ ਦਾ ਇਸ਼ਨਾਨ ਕਰਾ ਕੇ, ਉਹਨਾਂ ਦੇ ਸੋਹਣੇ ਕੱਪੜੇ ਪਾ ਕੇ ਉਹਨਾਂ ਨੂੰ ਬੱਚਿਆਂ ਵੱਲ ਨੂੰ ਖੇਡਣ ਤੋਰਦੇ ਸੀਗੇ, ਤਾਂ ਕਹਿੰਦੇ ਆ ਵੀ ਉਹ ਥੋੜ੍ਹੀ ਦੇਰ ਬਾਅਦ ਜਦੋਂ ਆਉਂਦੇ ਸੀਗੇ ਵਾਪਸ, ਤਾਂ ਉਹਨਾਂ ਦੇ ਕੱਪੜੇ ਨਹੀਂ ਦੇਹ ਦੇ ਉੱਤੇ, ਉਹ ਆਪਣੇ ਕੱਪੜੇ ਉਤਾਰ ਕੇ ਕਿਸੇ ਨੂੰ ਦੇ ਆਉਂਦੇ ਸੀਗੇ। ਜਦੋਂ ਮਾਤਾ ਜੀ ਨੂੰ ਪੁੱਛਦੇ ਸੀਗੇ ਵੀ ਤੁਹਾਡੇ ਕੱਪੜੇ ਕਿੱਥੇ ਗਏ, ਤਾਂ ਕਹਿੰਦੇ ਸੀਗੇ ਵੀ ਮੇਰੇ ਕੋਲ ਇੱਕ ਬੱਚਾ ਸੀਗਾ, ਉਹ ਨਗਨ ਸੀਗਾ,
ਉਹਦੇ ਕੋਲ ਕੋਈ ਕੱਪੜੇ ਨਹੀਂ ਸੀਗੇ ਤੇ ਮੈਂ ਆਪਣੇ ਕੱਪੜੇ ਉਤਾਰ ਕੇ ਉਹਨੂੰ ਦੇ ਆਇਆ। ਔਰ ਨਾਲ ਕਹਿੰਦੇ ਸੀਗੇ ਵੀ ਤੁਸੀਂ ਤਾਂ ਮੈਨੂੰ ਹੋਰ ਕੱਪੜੇ ਲੈ ਦੋਗੇ, ਪਰ ਉਸ ਬੱਚੇ ਨੂੰ ਕਿਸੇ ਨੇ ਕੱਪੜੇ ਲੈ ਕੇ ਨਹੀਂ ਸੀ ਦੇਣੇ। ਇਸ ਤਰ੍ਹਾਂ ਦੇ ਵਾਕਿਆਤ ਕਈ ਵਾਰੀ ਹੋਏ, ਦੱਸਿਆ ਗਿਆ ਸਾਡੇ ਇਤਿਹਾਸਕ ਗ੍ਰੰਥਾਂ ਵਿੱਚ। ਇੱਕ ਬੜਾ ਹੀ ਦਿਲਚਸਪ ਵਾਕਿਆਤ ਉਹਨਾਂ ਦੀ ਤਬੀਅਤ ਨੂੰ ਦੱਸਦਾ ਕਿ ਜਿਸ ਵੇਲੇ ਉਹ ਹੌਲੀ ਹੌਲੀ ਤੁਰਨਾ ਸਿੱਖੇ ਤੇ ਉਸ ਵੇਲੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਸੀਗਾ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਬੰਦਗੀ ਕਰਦੇ ਹੁੰਦੇ ਸੀਗੇ ਜਾਂ ਪਾਠ ਕਰਦੇ ਹੁੰਦੇ ਸੀਗੇ, ਉਸ ਵੇਲੇ ਤਿਆਗਮੱਲ ਤੁਰਦੇ ਤੁਰਦੇ ਉਹਨਾਂ ਦੇ ਕੋਲ ਜਾ ਕੇ ਜਾਂ ਉਹਨਾਂ ਦੀ ਗੋਦ ਵਿੱਚ ਬੈਠ ਜਾਂਦੇ ਸੀਗੇ, ਜਾਂ ਉਹਨਾਂ ਦੇ ਕੋਲ ਐਨ ਉਸੇ ਤਰ੍ਹਾਂ ਹੀ ਸਮਾਧੀ ਲਾ ਕੇ ਬੈਠ ਜਾਂਦੇ ਸੀਗੇ। ਇਹ ਵੀ ਉਹਨਾਂ ਦੀ ਇੱਕ ਖਾਸ ਗੱਲ ਸੀ ਕਿ ਜਦੋਂ ਬੱਚੇ ਸ਼ਰਾਰਤਾਂ ਕਰਦੇ ਹੁੰਦੇ ਆ, ਬੱਚਿਆਂ ਦਾ ਖੇਡਣ ਦੇ ਵਿੱਚ ਜਿਹੜਾ ਮਨ ਹੁੰਦਾ, ਔਰ ਉਸ ਵੇਲੇ ਸਾਡੇ ਤਿਆਗਮੱਲ ਯਾਨੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਜੀ ਦੇ ਕੋਲ ਉਸੇ ਬੰਦਗੀ ਦੀ ਮੁਦਰਾ 'ਚ ਬਿਰਾਜਮਾਨ ਹੋ ਜਾਂਦੇ ਸੀਗੇ। ਤਾਂ ਇੱਕ ਬੜੀ ਹੋਰ ਦਿਲਚਸਪ ਗੱਲ ਉਹਨਾਂ ਦੇ ਬਾਰੇ ਮਿਲਦੀ ਆ ਕਿ ਜਦੋਂ ਉਹਨਾਂ ਦੇ ਵੱਡੇ ਭਰਾਤਾ ਦੀ ਸ਼ਾਦੀ ਹੋਈ ਤਾਂ ਜਿਵੇਂ ਅਸੀਂ ਜਾਣਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਛੋਟਾ ਭਰਾ ਹੁੰਦਾ ਉਹਨੂੰ ਸਰਬਾਲੇ ਦੇ ਤੌਰ ਤੇ ਸਜਾਇਆ ਜਾਂਦਾ ਔਰ ਉਹਦੇ ਵੀ ਉਸ ਤਰ੍ਹਾਂ ਹੀ ਹਾਰ ਸ਼ਿੰਗਾਰ ਕੀਤਾ ਜਾਂਦਾ ਆ। ਤੇ ਜਦੋਂ 9ਵੇਂ ਪਾਤਸ਼ਾਹ ਦੇ ਵੱਡੇ ਭਰਾਤਾ ਸੂਰਜਮਲ ਜੀ ਦੀ ਸ਼ਾਦੀ ਹੋਣੀ ਸੀ, ਬਰਾਤ ਤੁਰਨੀ ਸੀ, ਤੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਬਹੁਤ ਛੋਟੇ ਸੀਗੇ, ਇਹਨਾਂ ਨੂੰ ਵੀ ਸਰਬਾਲੇ ਦੇ ਤੌਰ ਤੇ ਤਿਆਰ ਕੀਤਾ ਗਿਆ ਔਰ ਇਹਨਾਂ ਦੇ ਵੀ ਇਸ ਤਰ੍ਹਾਂ ਕੈਂਠਾ ਵਗੈਰਾ ਪਾਇਆ ਗਿਆ, ਹੋਰ ਗਹਿਣੇ ਪਾਏ ਗਏ, ਸੋਹਣੇ ਵਸਤਰ ਸਜਾਏ ਗਏ। ਕਹਿੰਦੇ ਜਦੋਂ ਬਰਾਤ ਤੁਰਨ ਲੱਗੀ ਤੇ ਸਾਰਿਆਂ ਨੂੰ ਉਹ ਇਕੱਠੇ ਕਰ ਰਹੇ ਸੀਗੇ ਵੀ ਬਰਾਤ ਜਿਹੜੀ ਆ ਤੁਰਨੀ ਆ, ਘੋੜਿਆਂ ਦੇ ਉੱਤੇ ਸਵਾਰ ਹੋਣਾ ਸਾਰਿਆਂ ਨੇ। ਤੇ ਬਾਲ ਗੋਬਿੰਦ ਆਪਣੇ ਇਹ ਜਿਹੜੇ ਆ ਤਿਆਗਮੱਲ ਜੀ ਇਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੇ। ਉਹ ਬੜਾ ਫਿਕਰ ਹੋ ਗਿਆ ਵੀ ਇੱਕਦਮ ਕਿੱਧਰ ਚਲੇ ਗਏ। ਤੇ ਜਦੋਂ ਇੱਧਰ ਉੱਧਰੋਂ ਜਾ ਕੇ ਦੇਖਿਆ, ਬੰਦੇ ਭੇਜੇ ਤੇ ਲੱਭ ਕੇ ਲਿਆਂਦਾ ਔਰ ਬਿਲਕੁਲ ਉਸ ਵੇਲੇ ਉਹ ਨਗਨ ਅਵਸਥਾ ਵਿੱਚ ਆ ਗਏ। ਉਹਨਾਂ ਦੇ ਤਨ ਦੇ ਵਸਤਰ ਕੋਈ ਨਹੀਂ ਸੀ, ਨਾ ਕੋਈ ਗਹਿਣਾ ਸੀਗਾ। ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਵਸਤਰ ਕਿੱਥੇ ਗਏ, ਤੁਹਾਡੇ ਗਹਿਣੇ ਕਿੱਥੇ ਗਏ? ਤਾਂ ਉਹਨਾਂ ਨੇ ਉਹੀ ਜਵਾਬ ਦਿੱਤਾ ਕਿ ਮੈਨੂੰ ਇੱਕ ਬਹੁਤ ਹੀ ਗਰੀਬ ਬੱਚਾ ਮਿਲ ਗਿਆ ਤੇ ਉਹਦੇ ਤਨ ਦੇ ਉੱਤੇ ਕੱਪੜੇ ਨਹੀਂ ਸੀਗੇ। ਤਾਂ ਉਹਨਾਂ ਨੇ ਉਹੀ ਜਵਾਬ ਦਿੱਤਾ ਕਿ ਮੈਨੂੰ ਤਾਂ ਤੁਸੀਂ ਹੋਰ ਲੈ ਦੋਗੇ, ਉਹਨੂੰ ਕਿਹਨੇ ਲੈ ਕੇ ਦੇਣੇ ਸੀਗੇ। ਤਾਂ ਉਸ ਵੇਲੇ ਖੜੇ ਪੈਰ ਉਹਨਾਂ ਨੂੰ ਫਿਰ ਤਿਆਰ ਕੀਤਾ ਹੋਣਾ, ਜਿੱਦਾਂ ਵੀ ਕੀਤਾ ਹੋਣਾ, ਤੇ ਵਿਆਹ ਨੂੰ ਗਿਆ। ਤੇ ਇੱਕ ਉਹਨਾਂ ਦੇ ਸੁਭਾਅ ਦੀ ਇੱਕ ਹੋਰ ਖਾਸੀਅਤ ਜਿਹੜੀ ਆ, ਇਹ ਸਾਰੇ ਲੱਛਣ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਦੀਆਂ ਨਿਸ਼ਾਨੀਆਂ ਉਹਨਾਂ ਦੇ ਬਚਪਨ ਦੀਆਂ, ਇਹ ਅੱਗੇ ਜਾ ਕੇ ਇਹ ਉਹਦੇ ਨਾਲ ਜਿਵੇਂ ਉਹਨਾਂ ਦੀ ਸ਼ਹਾਦਤ ਦੇ ਨਾਲ ਜਾ ਜੁੜਦੀਆਂ। ਤੇ ਇੱਕ ਬੜੀ ਇੰਟਰਸਟਿੰਗ ਜਿਹੜੀ ਗੱਲ ਮਿਲਦੀ ਆ ਉਹਨਾਂ ਬਾਰੇ ਲਿਖੀ ਹੋਈ ਕਿ ਉਹ ਅਕਸਰ ਆਸ-ਪਾਸ ਦੇ ਖੇਤਾਂ ਵਿੱਚ ਜਾ ਕੇ ਲੁਕ ਜਾਂਦੇ ਸੀਗੇ, ਕਈ ਵਾਰੀ ਖੋਰੀ ਦੇ ਵਿੱਚ ਜਾ ਕੇ ਵੜ ਜਾਂਦੇ ਸੀਗੇ, ਕਮਾਦ ਵਿੱਚ ਜਾ ਕੇ ਵੜ ਜਾਂਦੇ ਸੀਗੇ ਔਰ ਕਈ ਘੰਟੇ ਲੱਗ ਜਾਂਦੇ ਸੀ ਉਹਨਾਂ ਨੂੰ ਲੱਭਣ ਲਈ। ਔਰ ਜਦੋਂ ਲੱਭ ਕੇ ਲਿਆਉਂਦੇ ਸੀਗੇ ਤੇ ਉਹ ਰੋਂਦੇ ਹੁੰਦੇ ਸੀਗੇ, ਉਹਨਾਂ ਦੀਆਂ ਅੱਖਾਂ ਗਿੱਲੀਆਂ ਹੁੰਦੀਆਂ ਸੀਗੀਆਂ। ਤਾਂ ਕਹਿੰਦੇ ਆ ਵੀ ਉਹਨਾਂ ਦੀਆਂ ਅੱਖਾਂ ਅਕਸਰ ਹੀ ਕਦੇ ਵੀ ਉਹਨਾਂ ਦੀ ਖੁਸ਼ਕ ਅੱਖਾਂ ਨਹੀਂ ਸੀ ਦੇਖੀਆਂ ਕਿਸੇ ਨੇ, ਉਹਨਾਂ ਦੀਆਂ ਅੱਖਾਂ ਹਮੇਸ਼ਾ ਹੀ ਨਾਮ ਰਹਿੰਦੀਆਂ ਸੀਗੀਆਂ। ਇਹ ਉਹਨਾਂ ਦੇ ਬਚਪਨ ਦੀਆਂ ਗੱਲਾਂ ਜਿਹੜੀਆਂ ਇਹ ਖਾਸ ਤੌਰ ਤੇ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਗੁਰੂ ਖਾਲਸਾ ਵਿੱਚ ਲਿਖੀਆਂ ਹੋਈਆਂ ਔਰ ਇਹਨਾਂ ਦਾ ਅਕਸਰ ਸਾਡੇ ਸਮਾਜ ਵਿੱਚ ਜਦੋਂ ਅਸੀਂ 9ਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ ਦੀ ਇਹ ਗੱਲਾਂ ਕਦੇ ਵੀ ਅਸੀਂ ਸੁਣੀਆਂ ਨਹੀਂ, ਕੁਝ ਕਦੇ ਕੋਈ ਦੱਸਦਾ ਨਹੀਂ ਹੈ ਤਾਂ ਸਾਡਾ ਦੇ ਕਦੇ ਵੀ ਉਸ ਵੱਲ ਧਿਆਨ ਨਹੀਂ ਗਿਆ। ਲੇਕਿਨ ਗ੍ਰੰਥਾਂ ਵਿੱਚ ਸਾਰਿਆਂ ਵਿੱਚ ਤਕਰੀਬਨ ਤੇ ਖਾਸ ਤੌਰ ਦੇ ਉੱਤੇ ਤਵਾਰੀ ਗੁਰੂ ਖਾਲਸਾ ਦੇ ਵਿੱਚ ਇਹ ਗੱਲਾਂ ਬੜੀਆਂ ਡਿਟੇਲ ਵਿੱਚ ਲਿਖੀਆਂ ਹੋਈਆਂ ਤੇ ਇਹਨਾਂ ਗੱਲਾਂ ਤੋਂ ਸਾਨੂੰ ਉਹਨਾਂ ਦੀ ਜਿਹੜੀ ਤਿਆਰੀ ਹੈ, ਜਿਹੜੀ ਅੱਗੇ ਜਾ ਕੇ ਜਿਹੜਾ ਅਸੀਂ ਸ਼ਹਾਦਤ ਦਾ ਉਹਨਾਂ ਦਾ ਅੰਤਮ ਦੌਰ ਜਿਹੜਾ ਦੇਖਦੇ ਹਾਂ, ਇਹਦੀ ਉਹਦੇ ਕੰਸੋ, ਉਹਦੇ ਸੰਕੇਤ ਇਹਨਾਂ ਦੇ ਬਚਪਨ ਦੀ ਜਿਹੜੀ ਹੈ ਸੁਭਾਅ ਆ ਉਹਦੇ ਵਿੱਚੋਂ ਦੇਖੇ ਜਾ ਸਕਦੇ ਆ। ਅੱਗੇ ਇਹ ਵੀ ਅਸੀਂ ਦੇਖਦੇ ਹਾਂ ਕਿ 6ਵੇਂ ਪਾਤਸ਼ਾਹ ਨੇ, ਕਿਉਂਕਿ 6ਵੇਂ ਪਾਤਸ਼ਾਹ ਦੇ 5 ਬੱਚੇ ਸੀਗੇ ਤੇ ਉਹਨਾਂ ਦੀ ਇੱਕ ਭੈਣ ਸੀਗੀ ਬੀਬੀ ਵੀਰੋ ਔਰ ਸਭ ਤੋਂ ਛੋਟੇ ਜਿਹੜੇ ਆ ਇਹ ਗੁਰੂ ਤੇਗ ਬਹਾਦਰ ਜੀ ਸੀਗੇ। ਤੇ ਇਹਨਾਂ ਦੀ ਸਿੱਖਿਆ ਦਾ ਪ੍ਰਬੰਧ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤਾ। ਤੁਹਾਨੂੰ ਪਤਾ ਵੀ ਸਿੱਖ ਮੱਤ ਦੇ ਸਭ ਤੋਂ ਵੱਡੇ ਜਿਹੜੇ ਵਿਦਵਾਨ ਜਾਂ ਪਹਿਲੇ ਵਿਦਵਾਨ ਕਵੀ ਔਰ ਉਹ ਭਾਈ ਗੁਰਦਾਸ ਜੀ ਸਮਝੇ ਜਾਂਦੇ ਆ। ਔਰ ਭਾਈ ਗੁਰਦਾਸ ਜੀ ਨੇ ਬ੍ਰਜ ਭਾਸ਼ਾ ਵਿੱਚ ਕਵਿਤ ਲਿਖੇ ਆ ਔਰ ਉਹਨਾਂ ਨੇ ਠੇਠ ਪੰਜਾਬੀ ਵਿੱਚ ਵਾਰਾਂ ਲਿਖੀਆਂ ਔਰ ਭਾਈ ਗੁਰਦਾਸ ਜੀ ਦੀ ਜਿਹੜੀ ਰਚਨਾ ਆ ਉਹਨੂੰ ਗੁਰਮਤਿ ਦੀ ਕੁੰਜੀ ਦਾ ਦਰਜਾ ਦਿੱਤਾ ਗਿਆ। ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਵੇਲੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਉੱਥੇ ਹਮੇਸ਼ਾ ਕੀਰਤਨ ਹੁੰਦਾ ਹੈ, ਉਹ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਗਾਇਨ ਕੀਤਾ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ
ਹੋਰ ਜਿਹੜੀ ਰਚਨਾ ਨੂੰ ਇਹ ਮਨਜ਼ੂਰੀ ਆ ਕਿ ਜਿਹਦਾ ਉੱਤੇ ਕੀਰਤਨ ਹੋ ਸਕਦਾ, ਉਹ ਭਾਈ ਗੁਰਦਾਸ ਜੀ ਦੇ ਕਵਿਤ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਵੀ ਕੀਰਤਨ ਦਰਬਾਰ ਸਾਹਿਬ ਹੋ ਸਕਦਾ, ਤੇ ਅਕਸਰ ਹੁੰਦਾ ਜਿਹੜਾ ਅਸੀਂ ਸਰਵਣ ਕਰਦੇ ਹਾਂ। ਤੇ ਉਸ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਗਿਆ, ਜਿਨ੍ਹਾਂ ਦੀ ਰਚਨਾ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਗੁਰਬਾਣੀ ਦੇ ਬਰਾਬਰ ਗਾਈ ਜਾਂਦੀ ਹੈ, ਉਸ ਭਾਈ ਗੁਰਦਾਸ ਜੀ ਨੂੰ ਜ਼ਿੰਮਾ ਸੌਂਪਿਆ ਗਿਆ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਦਾ। ਔਰ ਸਿੱਖਿਆ ਕਿਹੜੀ? ਉਹਨਾਂ ਨੇ ਠੇਠ ਪੰਜਾਬੀ ਜਿਹੜੀ ਆ ਉਹਨਾਂ ਨੂੰ ਪੜ੍ਹਨੀ ਲਿਖਣੀ ਸਿਖਾਈ, ਔਰ ਇਸ ਤੋਂ ਇਲਾਵਾ ਉਹਨਾਂ ਨੂੰ ਸੰਸਕ੍ਰਿਤ ਸਿਖਾਈ। ਉਹ ਤੋਂ ਇਲਾਵਾ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੀ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਇੱਕ ਬੜੀ ਮਕਬੂਲ ਔਰ ਬੜੀ ਸ਼ਾਇਸਤਾ ਜਿਹੜੀ ਭਾਸ਼ਾ, ਸਾਹਿਤਕ ਭਾਸ਼ਾ ਮੰਨੀ ਜਾਂਦੀ ਸੀ, ਉਹ ਬ੍ਰਜ ਭਾਸ਼ਾ ਸੀ। ਔਰ ਕਹਿੰਦੇ ਆ ਵੀ ਹਿੰਦੁਸਤਾਨ ਦੀ ਸੰਸਕ੍ਰਿਤ ਤੋਂ ਬਾਅਦ ਜੇ ਕੋਈ ਸਾਹਿਤਕ ਤੌਰ ਤੇ ਮਕਬੂਲ ਭਾਸ਼ਾ, ਉਹ ਬ੍ਰਜ ਭਾਸ਼ਾ। ਔਰ ਬ੍ਰਜ ਭਾਸ਼ਾ ਵਿੱਚ ਜਿਹੜੀ ਕਵਿਤਾ ਜਿਹੜੀ ਆ ਉਹਦੀ ਰਵਾਨਗੀ ਇਹੋ ਜਿਹੀ ਹੁੰਦੀ ਹੈ ਕਿ ਜਿਹਦਾ ਕੋਈ ਮੁਕਾਬਲਾ ਹੋਰ ਭਾਸ਼ਾ ਨਹੀਂ ਕਰ ਸਕਦੀ। ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬ੍ਰਜ ਭਾਸ਼ਾ ਸਿਖਾਈ, ਸੰਸਕ੍ਰਿਤ ਵੀ ਸਿਖਾਈ, ਪੰਜਾਬੀ ਵੀ ਸਿਖਾਈ, ਲੇਕਿਨ ਸਪੈਸ਼ਲ ਟ੍ਰੇਨਿੰਗ ਜਿਹੜੀ ਉਹਨਾਂ ਦੀ ਆ ਉਹ ਬ੍ਰਜ ਭਾਸ਼ਾ ਵਿੱਚ ਹੋਈ। ਇਸੇ ਕਰਕੇ ਨੌਵੇਂ ਪਾਤਸ਼ਾਹ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਉਹ ਬਿਲਕੁਲ ਉਹ ਬ੍ਰਜ ਭਾਸ਼ਾ ਦਾ ਹੀ, ਉਹ ਬ੍ਰਜ ਭਾਸ਼ਾ ਹੀ ਉਹਨੂੰ ਕਿਹਾ ਜਾ ਸਕਦਾ। ਔਰ ਉਹਦੇ ਵਿੱਚ ਬ੍ਰਜ ਭਾਸ਼ਾ ਦਾ ਇੰਨਾ ਅਸਰ ਆ ਉਹਦੇ ਉੱਤੇ, ਉਹਦੀ ਕਾਵਕਤਾ ਦੇ ਉੱਤੇ, ਉਹਦੀ ਜਿਹੜੀ ਆ ਉਹਦਾ ਮੀਟਰ ਜਿਹੜਾ, ਉਹਦੀ ਚਾਲ ਜਿਹੜੀ ਉਹਦੇ ਉੱਤੇ, ਉਹ ਬ੍ਰਜ ਭਾਸ਼ਾ ਦਾ ਬਿਲਕੁਲ ਅਸਰ ਅਸੀਂ ਦੇਖ ਸਕਦੇ ਹਾਂ। ਔਰ ਪਤਾ ਲੱਗਦਾ ਕਿ ਭਾਈ ਗੁਰਦਾਸ ਜੀ ਨੇ ਕਿੰਨੀ ਮਿਹਨਤ ਨਾਲ ਉਹਨਾਂ ਨੂੰ ਬ੍ਰਜ ਭਾਸ਼ਾ ਦੇ ਵਿੱਚ ਅਬੂਰ ਜਿਹੜਾ ਉਹਨਾਂ ਨੂੰ ਮੁਕੰਮਲਤਾ ਜਿਹੜੀ ਦਿੱਤੀ ਹੋਏਗੀ। ਔਰ ਇਹ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਸਤਰ ਵਿੱਦਿਆ ਵੀ ਸਿਖਾਈ, ਯਾਨੀ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿੱਦਿਆ ਵੀ ਉਹਨਾਂ ਨੇ ਸਿਖਾਈ। ਔਰ ਜਿਹੜਾ ਸਬੂਤ ਇੱਥੋਂ ਮਿਲਦਾ ਕਿ ਤੁਹਾਨੂੰ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਅਨੰਦਪੁਰ ਸਾਹਿਬ ਅੰਮ੍ਰਿਤਸਰ ਛੱਡਣਾ ਪਿਆ ਸੀਗਾ, ਤੇ ਉਹ ਛੱਡਦੇ ਆ ਰਹੇ ਸੀਗੇ, ਕੀਰਤਪੁਰ ਸਾਹਿਬ ਵੱਲ ਨੂੰ ਆ ਰਹੇ ਸੀਗੇ। ਰਸਤੇ ਵਿੱਚ ਉਹਨਾਂ ਨੂੰ ਦੁਸ਼ਮਣ ਨਾਲ ਜੰਗਾਂ ਕਰਨੀਆਂ ਪਈਆਂ, ਜਿਵੇਂ ਹਰਗੋਬਿੰਦਪੁਰ ਜੰਗ ਹੋਈ, ਔਰ ਉਦੋਂ ਬਾਅਦ ਜਿਹੜਾ ਜਲੰਧਰ ਦੇ ਕੋਲ ਕਰਤਾਰਪੁਰ ਆ, ਉੱਥੇ ਬੜੀ ਘਮਸਾਨ ਦੀ ਜੰਗ ਹੋਈ। ਔਰ ਜਦੋਂ ਕਰਤਾਰਪੁਰ ਦੀ ਜੰਗ ਹੋਈ, ਉਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਹਲੇ ਛੋਟੀ ਉਮਰ ਦੇ ਸੀਗੇ, ਉਹਨਾਂ ਨੇ ਉਸ ਜੰਗ ਦੇ ਵਿੱਚ ਭਾਗ ਲਿਆ ਔਰ ਇੰਨੀ ਜ਼ਬਰਦਸਤ ਤਲਵਾਰ ਚਲਾਈ ਔਰ ਇੰਨੇ ਚੰਗੇ ਸੁਲਝੇ ਹੋਏ ਤਰੀਕੇ ਨਾਲ ਤਲਵਾਰ ਚਲਾਈ ਕਿ ਉਹ ਜੰਗ ਜਿਹੜੀ ਆ ਗੁਰੂ ਸਾਹਿਬ ਜਿੱਤ ਗਏ ਸੀਗੇ। ਔਰ ਜਿਸ ਵੇਲੇ ਜਦੋਂ ਜੰਗ ਜਿੱਤਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀਗੀਆਂ, ਸ਼ਾਮ ਦੇ ਵਕਤ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬੇਟੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਕਲਾਵੇ ਵਿੱਚ ਲਿਆ। ਔਰ ਕਿਉਂਕਿ ਉਸ ਵੇਲੇ ਤੱਕ ਉਹਨਾਂ ਦਾ ਨਾਮ ਤਿਆਗਮਲ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਪਿਆਰ ਦੇ ਨਾਲ ਕਿਹਾ ਕਿ ਇਹ ਮੇਰਾ ਤਿਆਗਮਲ ਨਹੀਂ, ਇਹ ਮੇਰਾ ਤੇਗ ਬਹਾਦਰ ਹੈ। ਉਸ ਦਿਨ ਤੋਂ ਬਾਅਦ ਤਿਆਗਮਲ ਤੇਗ ਬਹਾਦਰ ਹੋ ਗਏ ਔਰ ਉਹਨਾਂ ਨੂੰ ਸਾਰੇ ਭਾਈਚਾਰੇ ਵਿੱਚ, ਸਾਰੇ ਸਿੱਖਾਂ ਦੇ ਵਿੱਚ ਉਹਨਾਂ ਨੂੰ ਤੇਗ ਬਹਾਦਰ ਕਿਹਾ ਜਾਣ ਲੱਗ ਪਿਆ। ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੱਕ ਉਹ ਤਿਆਗਮਲ ਸੀਗੇ, ਉਦੋਂ ਤੱਕ ਉਹਨਾਂ ਨੇ ਤਲਵਾਰ ਚਲਾਉਣੀ ਸਿੱਖੀ ਔਰ ਤਿਆਗਮਲ ਹੁੰਦਿਆਂ ਹੋਇਆਂ ਉਹਨਾਂ ਨੇ ਜੰਗ ਦੇ ਵਿੱਚ ਵੀ ਭਾਗ ਲਿਆ ਔਰ ਉਹਨਾਂ ਨੇ ਤਲਵਾਰ ਦੀ ਵਰਤੋਂ ਵੀ ਕੀਤੀ। ਲੇਕਿਨ ਜਿਸ ਵੇਲੇ ਉਹਨਾਂ ਦਾ ਨਾਂ ਜਿਹੜਾ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਹੋ ਗਿਆ, ਉਹ ਤੋਂ ਬਾਅਦ ਉਹਨਾਂ ਨੇ ਕੋਈ ਵੀ ਜੰਗ ਨਹੀਂ ਕੀਤੀ, ਕਿਸੇ ਵੀ ਜੰਗ ਵਿੱਚ ਭਾਗ ਨਹੀਂ ਲਿਆ। ਇਹ ਬੜੀ ਇੱਕ ਕੋਈ ਗੁੱਝੀ ਰਮਜ਼ ਹੈਗੀ ਇਸ ਗੱਲ ਵਿੱਚ, ਜਿਹਦੇ ਅਰਥ ਸਾਨੂੰ ਥੋੜ੍ਹੇ ਥੋੜ੍ਹੇ ਸਮਝ ਆਉਂਦੇ ਵੀ ਆ, ਲੇਕਿਨ ਉਹਦੇ ਅਰਥ ਸਾਨੂੰ ਹੋਰ ਸਮਝਣੇ ਚਾਹੀਦੇ ਆ ਕਿ ਇਹ ਕੀ ਮਤਲਬ ਹੈ। ਜਦੋਂ ਤਿਆਗਮਲ ਹੈ ਉਦੋਂ ਤੇਗ ਚਲਾਉਂਦੇ ਆ, ਜਦੋਂ ਤੇਗ ਬਹਾਦਰ ਹੈ ਉਦੋਂ ਤੇਗ ਨਹੀਂ ਚਲਾਉਂਦੇ। ਤੇ ਉਹ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਜਿਵੇਂ ਛੇਵੇਂ ਪਾਤਸ਼ਾਹ ਦੇ ਨਾਲ ਉਹ ਕੀਰਤਪੁਰ ਸਾਹਿਬ ਚਲੇ ਗਏ ਤੇ ਆਪਣੇ ਸਾਰੇ ਭਰਾਵਾਂ ਦੇ ਨਾਲ ਕੀਰਤਪੁਰ ਸਾਹਿਬ ਜਾ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੌਵੇਂ ਪਾਤਸ਼ਾਹ ਦੇ ਪਿਤਾ ਜੀ ਜਦੋਂ ਉਹਨਾਂ ਨੇ ਅਕਾਲ ਚਲਾਣਾ ਕੀਤਾ, ਤੇ ਉਹਨਾਂ ਨੇ ਆਪਣੇ ਵੱਡੇ ਬੇਟੇ ਨੂੰ ਗੁਰਿਆਈ ਦੇ ਦਿੱਤੀ, ਬਾਬਾ ਗੁਰਦਿੱਤਾ ਜੀ ਦੇ ਬੇਟੇ ਨੂੰ। ਤਾਂ ਉਸ ਵੇਲੇ ਘਰ ਵਿੱਚ ਜਿਵੇਂ ਅਕਸਰ ਗੁਰਿਆਈ ਦੇ ਸਮੇਂ ਥੋੜ੍ਹਾ ਬਹੁਤਾ ਖਿੱਚਾ ਖਿੱਚੀ ਹੋ ਜਾਂਦੀ ਹੈ, ਤੇ ਮਾਤਾ ਨਾਨਕੀ ਜੀ ਆਪਣੇ ਬੇਟੇ ਤੇਗ ਬਹਾਦਰ ਨੂੰ ਲੈ ਕੇ ਆਪਣੇ ਪੇਕੇ ਬਕਾਲੇ ਆ ਗਏ, ਕਿ ਉੱਥੇ ਗੱਦੀ ਜਿਹੜੀ ਆ
ਉਹ ਹੋਰ ਵੱਡੇ ਬੇਟੇ ਨੂੰ ਮਿਲ ਗਈ ਆ, ਤੇ ਛੋਟਾ ਬੇਟਾ ਜਿਹੜਾ ਉਹ ਉਹਨਾਂ ਦੇ ਮਾਤਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ 3 ਵਿਆਹ ਹੋਏ ਸੀਗੇ, ਤੇ ਤਿੰਨਾਂ ਉਹਨਾਂ ਦੀਆਂ ਮਹਿਲਾਂ ਦੇ ਬੱਚੇ ਸੀਗੇ, ਤੇ ਇਸ ਕਰਕੇ ਘਰ ਦੇ ਵਿੱਚ ਕੋਈ 19-21 ਹੋਣ ਦੀ ਸੰਭਾਵਨਾ ਜਿਹੜੀ ਆ ਉਹਨੂੰ ਟਾਲਣ ਲਈ ਉਹਨਾਂ ਦੇ ਮਾਤਾ ਨਾਨਕੀ ਜੀ ਆਪਣੇ ਬੱਚੇ ਨੂੰ ਲੈ ਕੇ ਜਿਹੜਾ ਇੱਥੇ ਪਿੰਡ ਹੈਗਾ ਬਕਾਲੇ ਆ ਗਏ। ਉਹਨਾਂ ਦਾ ਆਪਣਾ ਪਿੰਡ ਸੀਗਾ, ਉਹ ਆਪਣੇ ਪੇਕਾ ਘਰ, ਔਰ 9ਵੇਂ ਪਾਤਸ਼ਾਹ ਦਾ ਉਹ ਨਾਨਕਾ ਘਰ ਸੀਗਾ, ਜਿੱਥੇ ਉਹ ਆ ਗਏ। ਔਰ ਉੱਥੇ ਜਦੋਂ ਆ ਗਏ, ਮਾਤਾ ਨਾਨਕੀ ਜੀ ਨੇ ਬਕਾਲੇ ਵਿੱਚ ਆਪਣੇ ਬੇਟੇ ਗੁਰੂ ਤੇਗ ਬਹਾਦਰ ਜੀ ਦੀ ਤਬੀਅਤ ਦੇ ਮੁਤਾਬਕ ਉਹਨਾਂ ਲਈ ਇੱਕ ਖਾਸ ਤੌਰ ਦੇ ਉੱਤੇ ਭੋਰਾ ਤਿਆਰ ਕਰਵਾਇਆ। ਭੋਰਾ ਇੱਕ ਜ਼ਮੀਨਦੋਜ਼ ਕਮਰਾ ਹੁੰਦਾ ਹੈ, ਯਾਨੀ ਇੱਕ ਬੇਸਮੈਂਟ ਹੁੰਦੀ ਹੈ ਜਿਹੜੀ ਜ਼ਮੀਨ ਦੇ ਥੱਲੇ ਹੁੰਦੀ ਹੈ, ਔਰ ਉਹ ਭੋਰਾ ਜਿਹੜਾ ਉਹ ਖਾਸ ਤੌਰ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਲਈ ਬਣਾਇਆ ਗਿਆ। ਔਰ ਕਹਿੰਦੇ ਆ ਵੀ ਉਹਨਾਂ ਨੇ ਕਾਫੀ ਲੰਮਾ ਅਰਸਾ 20 ਸਾਲ ਤੋਂ ਵੱਧ ਉੱਥੇ ਉਹਨਾਂ ਨੇ ਬੰਦਗੀ ਕੀਤੀ, ਭਗਤੀ ਕੀਤੀ ਉਸ ਭੋਰੇ ਦੇ ਵਿੱਚ। ਅੱਜ ਵੀ ਅਸੀਂ ਬਾਬੇ ਬਕਾਲੇ ਜਾ ਕੇ ਉਹ ਭੋਰਾ ਗੁਰੂ ਤੇਗ ਬਹਾਦਰ ਜੀ ਦਾ ਦੇਖ ਸਕਦੇ ਹਾਂ। ਔਰ ਉਸ ਵੇਲੇ ਵੀ ਉਹ ਉਹਨਾਂ ਨੇ ਜਿਵੇਂ ਭੋਰਾ ਵੀ ਉਹਨਾਂ ਦੀ ਤਬੀਅਤ ਨੂੰ ਦੱਸਦਾ ਵੀ ਉਹਨਾਂ ਦਾ ਛੁਪੇ ਰਹਿਣ ਦੀ ਚਾਹ ਉਹਨਾਂ ਦੇ ਮਨ ਵਿੱਚ ਹੁੰਦੀ ਸੀ। ਜਿਵੇਂ ਸਾਡੇ ਪੰਜਾਬੀ ਦੇ ਇੱਕ ਕਵੀ ਨੇ ਲਿਖਿਆ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ। ਔਰ ਜਿਹੜੇ ਭਗਤੀ ਵਾਲੇ ਬੰਦਗੀ ਵਾਲੇ ਲੋਕ ਹੁੰਦੇ ਆ, ਉਹਨਾਂ ਦੀ ਤਬੀਅਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਪ੍ਰਗਟ ਨਹੀਂ ਹੋਣਾ ਚਾਹੁੰਦੇ, ਉਹ ਬਹੁਤਾ ਦੁਨੀਆ ਦੇ ਵਿੱਚ ਵਿਚਰਨਾ ਪਸੰਦ ਨਹੀਂ ਕਰਦੇ। ਤੇ 9ਵੇਂ ਪਾਤਸ਼ਾਹ ਵੀ ਇਸ ਤਰ੍ਹਾਂ ਹੀ ਭੋਰਾ ਪਸੰਦ ਤਬੀਅਤ ਸਨ, ਉਹਨਾਂ ਦੀ ਤਬੀਅਤ ਸੀ, ਔਰ ਭੋਰੇ ਵਿੱਚ ਹੀ ਰਹਿੰਦੇ ਸੀਗੇ। ਔਰ ਉਸ ਵੇਲੇ ਦੀਆਂ ਉਹਨਾਂ ਦੀਆਂ ਬਾਹਰਲੀਆਂ ਕੋਈ ਗਤੀਵਿਧੀਆਂ ਉਹ ਜ਼ਿਆਦਾ ਕਿਸੇ ਇਤਿਹਾਸ ਵਿੱਚ ਸਾਨੂੰ ਲਿਖੀਆਂ ਹੋਈਆਂ ਨਹੀਂ ਮਿਲਦੀਆਂ ਕਿ ਉਹਨਾਂ ਦਿਨਾਂ ਵਿੱਚ ਇਹ ਨਹੀਂ ਵੀ ਭੋਰੇ ਚੋਂ ਬਾਹਰ ਨਹੀਂ ਨਿਕਲਦੇ ਹੋਣਗੇ, ਰੋਟੀ ਪਾਣੀ ਖਾਂਦੇ ਹੋਣਗੇ, ਲੇਕਿਨ ਕੋਈ ਖਾਸ ਗਤੀਵਿਧੀਆਂ ਉਹਨਾਂ ਦੀਆਂ ਜ਼ਿਕਰ ਵਿੱਚ ਨਹੀਂ ਹੈਗੀਆਂ ਕਿ ਉਹ ਕਿਤੇ ਦੂਰ ਦਰਾਡੇ ਕਿਸੇ ਨੂੰ ਮਿਲਣ ਗਏ ਜਾਂ ਕਿਤੇ ਗਏ, ਤੇ ਉਹ ਜ਼ਿਆਦਾ ਭੋਰੇ ਵਿੱਚ ਰਹੇ। ਤੇ ਭੋਰੇ ਵਿੱਚੋਂ ਜਦੋਂ ਪ੍ਰਗਟ ਹੁੰਦੇ ਆ, ਉਹ ਵੀ ਬੜੀ ਦਿਲਚਸਪ ਵਾਰਤਾ, ਉਹ ਸਾਰੇ ਤਕਰੀਬਨ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦਾ ਇੱਕ ਸਿੱਖ ਜਿਹੜਾ ਮੱਖਣ ਸ਼ਾਹ ਸੀਗਾ, ਜਿਹੜਾ ਲੁਬਾਣਾ ਸੀਗਾ ਔਰ ਵੱਡਾ ਵਪਾਰੀ ਸੀਗਾ, ਕਿ ਉਹ ਕਿਸ ਤਰ੍ਹਾਂ ਉਹਦਾ ਜਹਾਜ਼ ਜਿਹੜਾ ਸਮੁੰਦਰ ਦੇ ਵਿੱਚ ਘਿਰ ਗਿਆ ਸੀਗਾ, ਔਰ ਕਿਸ ਤਰ੍ਹਾਂ ਉਹਨੇ ਸੁਖਣਾ ਸੁਖੀ ਕਿ ਸੱਚੇ ਪਾਤਸ਼ਾਹ ਮੇਰਾ ਜਹਾਜ਼ ਬੰਨਣੇ ਲੱਗ ਜਾਵੇ ਔਰ ਮੈਂ 500 ਮੋਹਰਾਂ ਚੜਾਵਾਂ। ਔਰ ਜਦੋਂ ਆਇਆ ਤੇ ਜਦੋਂ ਉਹਨੇ ਦੇਖਿਆ, ਕਿਉਂਕਿ ਉਹਨਾਂ ਦਿਨਾਂ ਵਿੱਚ ਜਿਹੜੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਉਹ ਦਿੱਲੀ ਵਿੱਚ ਅਕਾਲ ਚਲਾਣਾ ਕਰ ਗਏ ਸੀਗੇ, ਕਿਉਂਕਿ ਜਦੋਂ ਉਹਨਾਂ ਦਾ 8ਵੇਂ ਪਾਤਸ਼ਾਹ ਨੇ ਦਿੱਲੀ ਵਿੱਚ ਅਕਾਲ ਚਲਾਣਾ ਕੀਤਾ, ਉਹਨਾਂ ਦੀ ਸਿਹਤ ਬੜੀ ਖਰਾਬ ਸੀ ਔਰ ਉਹਨੂੰ ਕੋਈ ਬੋਲਿਆ ਵੀ ਠੀਕ ਤਰ੍ਹਾਂ ਨਹੀਂ ਸੀ ਜਾਂਦਾ ਹੈ। ਜਦੋਂ ਉਹਨਾਂ ਨੂੰ ਅੰਤਮ ਸਮੇਂ ਸਿੱਖਾਂ ਨੇ ਪੁੱਛਿਆ ਸੀਗਾ ਕਿ ਤੁਹਾਡੇ ਤੋਂ ਬਾਅਦ ਗੁਰੂ ਕੌਣ ਹੋਵੇਗਾ, ਤਾਂ ਉਹਨਾਂ ਨੇ ਸਿਰਫ ਇੰਨਾ ਕਿਹਾ ਸੀਗਾ, ਬਾਬਾ ਬਕਾਲਾ। ਇਹ 2 ਸ਼ਬਦ ਉਹਨਾਂ ਨੇ ਕਹੇ, ਬਾਬਾ ਬਕਾਲਾ। ਤੇ ਸਿੱਖ ਜਦੋਂ ਬਕਾਲੇ ਆਏ ਤੇ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਵੀ ਗੁਰੂ ਤੇਗ ਬਹਾਦਰ ਜੀ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਸੀ। ਤਾਂ ਉਸ ਵੇਲੇ ਕੀ ਸੀਗਾ, ਜਿਹੜੇ ਵੀ ਗੁਰੂ ਹਰਕ੍ਰਿਸ਼ਨ ਜੀ ਦੇ ਰਿਸ਼ਤੇ ਦੇ ਵਿੱਚੋਂ ਜਿਹੜੇ ਬਾਬੇ ਦੀ ਥਾਂ ਲੱਗਦੇ ਸੀਗੇ, ਉਹ ਸਾਰੇ ਵੱਡੇ ਬੰਦੇ ਬਕਾਲੇ ਦੇ ਪਿੰਡ ਵਿੱਚ ਆ ਕੇ ਉਹ ਮੰਜੀਆਂ ਡਾਹ ਕੇ ਬੈਠ ਕੇ ਮੱਥੇ ਟਿਕਾਉਣ ਲੱਗ ਪਏ ਔਰ ਸਾਰੇ ਕਹਿਣ ਲੱਗ ਪਏ ਵੀ ਮੈਂ ਉਹ ਬਾਬਾ ਜਿਹੜਾ ਉਹਨਾਂ ਦਾ ਬਾਬਾ ਲੱਗਦਾ, ਮੈਂ ਹੀ ਗੁਰੂ ਹਾਂ। ਔਰ ਇੰਨੇ ਗੁਰੂ ਜਦੋਂ ਮੱਖਣ ਸ਼ਾਹ ਲੁਬਾਣੇ ਨੇ ਆ ਕੇ ਦੇਖੇ ਤੇ ਉਹ ਬੜਾ ਸ਼ਸ਼ੋਪੰਜ ਵਿੱਚ ਪੈ ਗਿਆ, ਮੈਂ 500 ਮੋਹਰ ਚੁੱਕੀ ਆ, ਤੇ ਇਹਨੂੰ ਹੁਣ ਕਿਹੜੇ ਗੁਰੂ ਨੂੰ 500 ਮੋਹਰ ਚੜਾਵਾਂ, ਇਹਨਾਂ 'ਚ ਕਿਹੜਾ ਅਸਲੀ ਆ ਕਿਹੜਾ ਨਕਲੀ ਆ, ਕਿਸ ਤਰ੍ਹਾਂ ਪਤਾ ਲੱਗੇ। ਔਰ ਕਹਿੰਦੇ ਆ ਵੀ ਜਦੋਂ ਮੱਖਣ ਸ਼ਾਹ ਲੁਬਾਣੇ ਦੇ ਮਨ 'ਚ ਆਈਡੀਆ ਆਇਆ ਵੀ ਚਲੋ ਇੰਨੇ ਸਾਰੇ ਹੈਗੇ ਆ, ਮੈਂ 5 ਮੋਹਰਾਂ ਚੜਾਈ ਜਾਂਦਾ, ਜਿਹੜਾ ਸੱਚਾ ਹੋਊਗਾ ਉਹ ਆਪ ਹੀ ਮੈਨੂੰ ਦੱਸ ਦਊਗਾ ਵੀ 5 ਮੋਹਰਾਂ ਨਹੀਂ 500 ਮੋਹਰਾਂ ਚੜਾਉਣੀਆਂ। ਔਰ ਕਹਿੰਦੇ ਆ ਵੀ ਉਹਨੇ 22 ਦੇ 22 ਜਿੰਨੇ ਸੀਗੇ ਸਾਰਿਆਂ ਨੂੰ 5 ਮੋਹਰਾਂ ਚੜਾਈਆਂ ਔਰ ਸਾਰਿਆਂ ਨੇ ਉਹਨੂੰ ਆਸ਼ੀਰਵਾਦ ਦਿੱਤਾ, ਤੇ ਕਿਸੇ ਨੂੰ ਵੀ ਪਤਾ ਨਾ ਲੱਗਿਆ ਵੀ ਇਹ 500 ਮੋਹਰ ਚੁੱਕੀ ਸੀ ਇਹਨੇ ਔਰ 5 ਮੋਹਰਾਂ ਚੜਾਈਆਂ। ਔਰ ਜਦੋਂ ਉਹ ਨਿਰਾਸ਼ ਹੋ ਗਿਆ ਸ਼ਾਮ ਨੂੰ, ਉਹਨੇ ਉੱਥੇ ਕਿਸੇ ਨੂੰ ਪੁੱਛਿਆ ਵੀ ਇੱਥੇ ਹੋਰ ਵੀ ਕੋਈ ਹੈਗਾ ਗੁਰੂ, ਤੇ ਕਿਸੇ ਨੇ ਦੱਸਿਆ ਵੀ ਗੁਰੂ ਤਾਂ ਇਹੀ ਆ, ਵੀ ਇੱਕ ਹੈਗਾ ਉੱਥੇ ਵੀ ਉਹ ਭੋਰੇ ਵਿੱਚ ਰਹਿੰਦਾ, ਵੀ ਉਹਨੂੰ ਤੇਗਾ ਕਹਿੰਦੇ ਆ, ਵੀ ਜਾ ਕੇ ਤੁਸੀਂ ਦੇਖ ਲਓ। ਔਰ ਕਹਿੰਦੇ ਆ ਜਦੋਂ ਮੱਖਣ ਸ਼ਾਹ ਲੁਬਾਣਾ ਉਹ ਭੋਰੇ ਅੰਦਰ ਗਿਆ ਔਰ 9ਵੇਂ ਪਾਤਸ਼ਾਹ ਉਸ ਵੇਲੇ ਅਡੋਲ ਅਵਸਥਾ ਵਿੱਚ ਸਮਾਧੀ ਵਿੱਚ ਲੀਨ ਸੀਗੇ, ਜਦੋਂ ਮੱਖਣ ਸ਼ਾਹ ਨੇ ਉਹਨਾਂ ਦੇ ਮੋਹਰੇ 5 ਮੋਹਰਾਂ ਚੜਾਈਆਂ ਤਾਂ ਕਹਿੰਦੇ ਆ ਵੀ 9ਵੇਂ ਪਾਤਸ਼ਾਹ ਨੇ ਮੱਖਣ ਸ਼ਾਹ ਦਾ ਹੱਥ ਫੜ ਲਿਆ ਔਰ ਉਹਨੂੰ ਕਿਹਾ ਵੀ ਸਿੱਖਾ ਤੂੰ 500 ਮੋਹਰਾਂ ਚੜਾਈਆਂ ਸੀਗੀਆਂ, ਤੂੰ 5 ਚੜਾ ਕੇ ਤੂੰ ਮੈਨੂੰ 5 ਚੜਾ ਰਿਹਾ, ਕੀ ਕਾਰਨ ਆ। ਔਰ ਜਦੋਂ ਮੱਖਣ ਸ਼ਾਹ ਲੁਬਾਣੇ ਨੂੰ ਇੰਨੀ ਖੁਸ਼ੀ ਹੋਈ
कि ਉਹਦੇ ਦਿਲ ਦੀ ਬੁੱਝੀ ਗਈ ਔਰ ਪਤਾ ਲੱਗ ਗਿਆ ਵੀ ਅਸਲ ਗੁਰੂ ਇਹ ਆ। ਔਰ ਕਹਿੰਦੇ ਵੀ ਮੱਖਣ ਸ਼ਾਹ ਖੁਸ਼ੀ ਵਿੱਚ ਲੁੱਟਬਾਰਾ ਹੋ ਗਿਆ ਔਰ ਇੱਕਦਮ ਭੋਰੇ ਤੋਂ ਬਾਹਰ ਆਇਆ, ਕੋਠੇ ਚੜ੍ਹ ਗਿਆ ਔਰ ਕੋਠੇ ਚੜ੍ਹ ਕੇ ਉਹਨੇ ਰੌਲਾ ਪਾ ਦਿੱਤਾ, ਲਾਧੋ ਰੇ ਗੁਰੂ ਲਾਧੋ ਰੇ, ਲਾਧੋ ਰੇ ਗੁਰੂ ਲਾਧੋ ਰੇ। ਇਹ ਐਡੀ ਵਿਚਿੱਤਰ ਘਟਨਾ ਸੀ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਬੜੇ ਗੌਰਵ ਦੇ ਨਾਲ ਔਰ ਬੜੀ ਖੁਸ਼ੀ ਦੇ ਨਾਲ ਇਹ ਸਾਖੀ ਜਿਹੜੀ ਸੁਣਾਈ ਜਾਂਦੀ ਹੈ, ਲਾਧੋ ਰੇ ਗੁਰੂ ਲਾਧੋ ਰੇ। ਔਰ ਮੱਖਣ ਸ਼ਾਹ ਦੇ ਬਹੁਤ ਸਾਰੇ ਚਿੱਤਰ ਅਸੀਂ ਦੇਖ ਸਕਦੇ ਹਾਂ ਕਿ ਉਹ ਕੋਠੇ ਚੜ੍ਹਿਆ ਹੋਇਆ, ਕਿ ਉਹ ਆਪਣਾ ਇਸ ਤਰ੍ਹਾਂ ਪੱਲਾ ਘੁਮਾ ਰਿਹਾ ਤੇ ਉਹਦੇ ਉਹ ਹੁੱਕਾ ਦੇ ਰਿਹਾ, ਲਾਧੋ ਰੇ ਗੁਰੂ ਲਾਧੋ ਰੇ। ਔਰ ਸਾਰੇ ਬਕਾਲੇ ਸ਼ਹਿਰ ਵਿੱਚ ਪਤਾ ਲੱਗ ਗਿਆ ਕਿ ਅਸਲੀ ਗੁਰੂ ਜਿਹੜਾ ਉਹ ਤੇਗ ਬਹਾਦਰ ਹੈ। ਔਰ ਜਿਹੜੇ ਸੀ ਝੂਠੇ ਗੁਰੂ ਜਿਹੜੇ 22 ਮੰਜੀਆਂ ਢਾਹ ਕੇ ਬੈਠੇ ਸੀਗੇ, ਉਹ ਉੱਥੋਂ ਸਾਰੇ ਛੂ ਮੰਤਰ ਹੋ ਗਏ, ਨੱਠ ਗਏ। ਇੱਕ ਸੀਗਾ ਧੀਰਮਲ, ਜਿਹਨੇ ਖਾਧਾ ਵੀ ਸਾਡਾ ਹੁੰਦਾ ਗੁਰੂ ਦਾ ਰੌਲਾ ਪਾਉਣ ਵਾਲਾ। ਕਹਿੰਦੇ ਆ ਵੀ ਉਹ ਧੀਰਮਲ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਗੋਲੀ ਚਲਾਤੀ ਸੀ। ਉਹ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਗਲ ਦੇ ਕੋਲੋਂ ਖਹਿ ਕੇ ਲੰਘ ਗਈ ਸੀ, ਉਹਨੂੰ ਟੱਚ ਨਹੀਂ ਸੀ ਕੀਤੀ। ਉਹ ਥਾਂ ਅੱਜ ਵੀ ਤੁਸੀਂ ਬਾਬੇ ਬਕਾਲੇ ਜਾ ਕੇ ਦੇਖ ਸਕਦੇ ਆ। ਉਹ ਇੱਕ ਗੋਲ ਦਾਇਰਾ ਬਣਿਆ ਹੋਇਆ, ਉੱਥੇ ਇੱਕ ਮੰਡੀ ਬਣੀ ਆ ਜਿੱਥੇ ਨੌਵੇਂ ਪਾਤਸ਼ਾਹ ਦੇ ਗੋਲੇ ਛੋਹ ਕੇ ਲੰਘ ਗਈ ਸੀ, ਟੱਚ ਨਹੀਂ ਸੀ ਕੀਤੀ, ਧੌਣ ਦੇ ਨਾਲ ਲੰਘ ਗਈ ਸੀ ਔਰ ਗੁਰੂ ਸਾਹਿਬ ਬਾਲ ਬਚ ਗਏ ਸੀਗੇ। ਉਦੋਂ ਬਾਅਦ ਜਦੋਂ ਪਤਾ ਲੱਗਿਆ ਵੀ ਅਸਲੀ ਗੁਰੂ ਤੇਗ ਬਹਾਦਰ ਜੀ ਆ, ਔਰ ਸਾਰੇ ਸੰਗਤ ਨੇ ਆ ਕੇ ਮੱਥਾ ਟੇਕਿਆ ਔਰ ਉਹਨਾਂ ਨੂੰ ਚੜਾਵਾ ਚੜਾਇਆ, ਬਹੁਤ ਸੋਹਣਾ ਚੜਾਵਾ। ਤੇ ਮੱਖਣ ਸ਼ਾਹ ਲਵਾਣੇ ਨੇ 5 ਫੁੱਟ ਚੜਾਈ ਤੇ ਇੰਨਾ ਧਨ ਇਕੱਠਾ ਹੋ ਗਿਆ। ਤੇ ਕਹਿੰਦੇ ਆ ਵੀ ਉਹ ਜਿਹੜਾ ਧੀਰਮਲ ਸੀਗਾ ਉਹ ਬੜਾ ਤਾਕਤਵਰ ਸੀਗਾ, ਉਹਨੇ ਕਾਫੀ ਬੰਦੇ ਬੁੰਦੇ ਰੱਖੇ ਹੋਏ ਸੀਗੇ, ਮਸੰਦ ਆਪਣੇ ਨਾਲ ਰੱਖੇ ਹੋਏ ਸੀਗੇ। ਉਹਨੂੰ ਬੜਾ ਗੁੱਸਾ ਲੱਗਿਆ ਵੀ ਇੱਕ ਤਾਂ ਉਹਨੂੰ ਇਹ ਗੁੱਸਾ ਲੱਗਿਆ ਵੀ ਸਾਡੀ ਦੁਕਾਨ ਬੰਦ ਹੋ ਗਈ, ਦੂਜਾ ਇਹਨੂੰ ਇਹ ਗੁੱਸਾ ਲੱਗਿਆ ਵੀ ਇਹਦੇ ਮੋਹਰੇ ਇੰਨਾ ਚੜਾਵਾ ਚੜ੍ਹ ਗਿਆ। ਕਹਿੰਦੇ ਆ ਵੀ ਜਦੋਂ ਉਹਨੇ ਗੋਲੀ ਵੀ ਚਲਾਈ ਔਰ ਉਹ ਤੋਂ ਬਾਅਦ ਆਪਣੇ ਬੰਦੇ ਚੜ੍ਹਿਆ ਹੋਇਆ ਸਾਰਾ ਇਕੱਠਾ ਕਰਕੇ ਲੈ ਗਿਆ ਸੀਗਾ। ਔਰ ਜਿਸ ਵੇਲੇ ਦਾ ਪਤਾ ਲੱਗਿਆ ਵੀ ਉਹ ਚੜਾਵਾ ਜਿਹੜਾ ਸਾਰਾ ਚੱਕ ਕੇ ਲੈ ਗਿਆ, ਜੇ ਉਹਦੇ 500 ਮੁਹਰ ਹੋਈ ਉਹ ਵੀ ਧੀਰਮਲ ਚੱਕ ਕੇ ਲੈ ਗਿਆ। ਤੇ ਉਹ ਗੁਰੂ ਸਾਹਿਬ ਕੋਲ ਆਇਆ ਤੇ ਗੁਰੂ ਸਾਹਿਬ ਨੂੰ ਉਹਨੇ ਕਿਹਾ ਕਿ ਮੈਂ ਉਹ ਸਾਰਾ ਸਮਾਨ ਜਿਹੜਾ ਗੁਰੂ ਘਰ ਦੀ ਅਮਾਨਤ ਹੈ ਉਹ ਵਾਪਸ ਲੈ ਕੇ ਆਉਣਾ। ਗੁਰੂ ਸਾਹਿਬ ਨੇ ਰੋਕਿਆ ਵੀ, ਪਰ ਉਹ ਚਲਾ ਗਿਆ ਔਰ ਸਾਰਾ ਸਮਾਨ ਜਿਹੜਾ ਧੀਰਮਲ ਤੋਂ ਖੋਹ ਲਿਆਇਆ। ਜਾ ਕੇ ਲਿਆ ਕੇ ਉਹਨੇ ਜਿਹੜੀਆਂ ਪੰਡ ਬੰਨੀ ਹੋਈ ਚੜਾਵੇ ਦੀ, ਪੈਸਿਆਂ ਦੀ, ਮੋਹਰਾਂ ਦੀ, ਉਹ ਲਿਆ ਕੇ ਗੁਰੂ ਸਾਹਿਬ ਦਿੱਤੇ ਆ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਮੋਹਰੇ ਉਹ ਪੈਸਿਆਂ ਦੀ ਪੰਡ ਲਿਆ ਕੇ ਰੱਖੀ ਗਈ ਔਰ ਉਹ ਮੱਖਣ ਸ਼ਾਹ ਲਵਾਣਾ ਸਮਝਦਾ ਸੀ ਵੀ ਗੁਰੂ ਸਾਹਿਬ ਬੜੇ ਖੁਸ਼ ਹੋਣਗੇ ਵੀ ਤੂੰ ਪੈਸੇ ਜਿਹੜੇ ਮੋੜ ਕੇ ਲਿਆਇਆ, ਖੋਹ ਕੇ ਲਿਆਇਆ ਆਪਣੇ, ਔਰ ਅਮਾਨਤ ਹੈ ਗੁਰੂ ਘਰ ਦੀ। ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਜੀ ਨੇ ਮੱਖਣ ਸ਼ਾਹ ਲਵਾਣੇ ਨੂੰ ਬਹੁਤ ਡਾਂਟਿਆ ਔਰ ਉਹਦੀ ਝਾੜ ਝੰਬ ਕੀਤੀ। ਔਰ ਇੱਕ ਉਹਨਾਂ ਨੇ ਖਾਸ ਸ਼ਬਦ ਵਰਤਿਆ, ਇਹ ਕਹਿੰਦੇ ਜਿਹੜੀ ਤੂੰ ਮੋਹਰਾਂ ਦੀ ਪੰਡ ਲੈ ਕੇ ਆਇਆ ਇਹ ਜ਼ਹਿਰ ਦੀ ਪੰਡ ਆ, ਇਹ ਜ਼ਹਿਰ ਨਾ ਸਾਨੂੰ ਖਿਲਾ, ਇਹ ਜ਼ਹਿਰ ਉਹਨਾਂ ਨੂੰ ਤੂੰ ਵਾਪਸ ਕਰਿਆ। ਔਰ ਕਹਿੰਦੇ ਬੜਾ ਇਨਸਿਸਟ ਕਰਕੇ ਬੜੇ ਜ਼ੋਰ ਨਾਲ ਉਹਨਾਂ ਨੇ ਮੱਖਣ ਸ਼ਾਹ ਲਵਾਣੇ ਨੂੰ ਵਾਪਸ ਭੇਜਿਆ ਸੀਗਾ। ਔਰ ਜਿਹੜੇ ਪੈਸੇ ਜਿਹੜੀ ਗੁਰੂ ਘਰ ਦੀ ਅਮਾਨਤ ਸੀਗੀ ਉਹ ਵੀ ਉਹ ਧੀਰਮਲ ਨੂੰ ਦਵਾ ਕੇ ਹਟੇ ਸੀਗੇ ਔਰ ਉਹ ਪੈਸੇ ਰੱਖੇ ਨਹੀਂ ਸੀਗੇ। ਤੇ ਉਦੋਂ ਬਾਅਦ ਚਲੋ ਇਹ ਵਾਕਿਆ ਹੋਇਆ ਤੇ ਫਿਰ ਨੌਵੇਂ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਜਦੋਂ ਗੁਰਿਆਈ ਪ੍ਰਗਟ ਹੋ ਗਈ ਤੇ ਉਹ ਬਾਹਰ ਵਿਚਰਨ ਲੱਗ ਪਏ। ਤੇ ਫਿਰ ਉਹਨਾਂ ਨੇ ਇੱਕਦਮ ਫੈਸਲਾ ਕੀਤਾ ਕਿ ਹੁਣ ਇੱਥੇ ਬਕਾਲੇ ਨਹੀਂ ਰਹਿਣਾ ਹੈ। ਜਿਵੇਂ ਅਸੀਂ ਜਾਣਦੇ ਹਾਂ ਵੀ ਸਾਰੇ ਗੁਰੂ ਸਾਹਿਬਾਨ ਨੇ ਤਕਰੀਬਨ ਕੋਈ ਨਵਾਂ ਸ਼ਹਿਰ ਵਸਾਇਆ, ਜਿਵੇਂ ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਸ਼ਹਿਰ ਵਸਾਇਆ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਸ਼ਹਿਰ ਵਸਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਔਰ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਵਸਾਇਆ ਔਰ ਤਰਨ ਤਾਰਨ ਸ਼ਹਿਰ ਵਸਾਇਆ ਗੁਰੂ ਅਰਜਨ ਦੇਵ ਜੀ ਨੇ। ਤੇ ਇਸੇ ਤਰ੍ਹਾਂ ਹੀ 6ਵੇਂ ਪਾਤਸ਼ਾਹ ਨੇ ਹਰਗੋਬਿੰਦਪੁਰ ਸ਼ਹਿਰ ਵਸਾਇਆ ਤੇ ਸਾਡੇ 9ਵੇਂ ਪਾਤਸ਼ਾਹ ਨੇ ਇੱਕ ਸ਼ਹਿਰ ਜਿਹੜਾ ਵਸਾਇਆ ਉਹ ਅਸੀਂ ਸਾਰੇ ਜਾਣਦੇ ਹਾਂ, ਅਨੰਦਪੁਰ ਸ਼ਹਿਰ ਵਸਾਇਆ। ਔਰ ਉਹਨਾਂ ਨੇ ਗੁਰਿਆਈ ਧਾਰਨ ਤੋਂ ਬਾਅਦ ਅਨੰਦਪੁਰ ਆ ਕੇ ਆਪਣਾ ਗੁਰਿਆਈ ਦਾ ਸਥਾਨ ਬਣਾ ਲਿਆ, ਜਿੱਥੋਂ ਦੂਰ ਦਰਾਡੇ ਪ੍ਰਚਾਰ ਕਰਨ ਲਈ ਜਾਂਦੇ। ਔਰ ਉਹਨਾਂ ਨੇ ਕਾਫੀ ਯਾਤਰਾਵਾਂ ਕੀਤੀਆਂ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ
ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕੀਤੀਆਂ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਤੋਂ ਯਾਤਰਾਵਾਂ ਕੀਤੀਆਂ ਔਰ ਉਹਨਾਂ ਦੇ ਜੀਵਨ ਬਾਰੇ ਖਾਸ ਤੌਰ ਦੇ ਉੱਤੇ ਜਿਹੜੀ ਅਨੰਦਪੁਰ ਸਾਹਿਬ ਦੀ ਚੋਣ ਜਿਹੜੀ ਆ ਉਹਦੇ ਬਾਰੇ ਮੈਂ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਜ਼ਿੰਦਗੀ ਜੀਣ ਦੇ ਦੋ ਤਰੀਕੇ ਸੀਗੇ। ਇੱਕ ਪ੍ਰਵਿਰਤੀ ਮਾਰਗ ਕਿਹਾ ਜਾਂਦਾ, ਇੱਕ ਨਿਰਵਿਰਤੀ ਮਾਰਗ ਕਿਹਾ ਜਾਂਦਾ। ਮੈਡਮ ਮੈਨੂੰ ਟਾਈਮ ਬਾਰੇ ਦੱਸ ਦਿਓ, ਮੈਂ ਟਾਈਮ ਕਿੰਨਾ ਕੁ ਹੋਰ ਲੈ ਸਕਦਾ ਜੀ? हाँ जी सर, कोई गल नहीं जी, टाइम ले सकते हो जो तुसी। ठीक है हाँ जी 15-20 मिनट है साडे कोल जी। ठीक है ठीक है ठीक हाँ है। जी ਔਰ ਜਿਹੜੇ ਹਿੰਦੁਸਤਾਨ ਦੇ ਸਨਾਤਨ ਮਤ ਵਿੱਚ ਦੋ ਤਰੀਕੇ ਜ਼ਿੰਦਗੀ ਜੀਣ ਦੇ, ਪ੍ਰਵਿਰਤੀ ਮਾਰਗ ਤੇ ਨਿਵਰਤੀ ਮਾਰਗ। ਔਰ ਜਿਹੜਾ ਪ੍ਰਵਿਰਤੀ ਮਾਰਗ ਆ ਇਹ ਜ਼ਿੰਦਗੀ ਜੀਣ ਦਾ ਮਾਰਗ ਆ, ਯਾਨੀ ਸਮਾਜ ਵਿੱਚ ਵਿਚਰਨ ਦਾ ਮਾਰਗ ਆ, ਇਹ ਗ੍ਰਸਥ ਦਾ ਮਾਰਗ ਆ। ਔਰ ਜਿਹੜਾ ਨਿਵਰਤੀ ਮਾਰਗ ਆ ਇਹ ਸਮਾਜ ਤੋਂ ਉਦਾਸੀਨ ਹੋਣ ਦਾ ਮਾਰਗ ਆ, ਇਹ ਸਮਾਜ ਤੋਂ, ਪਰਿਵਾਰ ਤੋਂ, ਗ੍ਰਸਥ ਤੋਂ ਤਿਆਗ ਦਾ ਮਾਰਗ ਆ। ਔਰ ਅਸੀਂ ਸਾਰੇ ਜਾਣਦੇ ਹਾਂ ਵੀ ਜਿਹੜੀ ਗੁਰਬਾਣੀ ਆ ਜਾਂ ਜਿਹੜਾ ਸਿੱਖ ਮਤ ਆ ਇਹ ਨਾ ਤਿਆਗ ਦਾ ਮਾਰਗ ਆ, ਨਾ ਇਹ ਉਸ ਤਰ੍ਹਾਂ ਗ੍ਰਸਥ ਦਾ ਮਾਰਗ ਆ। ਇਹ ਦੋਨਾਂ ਦਾ ਸਾਂਝਾ ਮਾਰਗ ਆ, ਪ੍ਰਵਿਰਤੀ ਤੇ ਨਿਰਵਿਰਤੀ ਇਹ ਦੋਹਾਂ ਦਾ ਸਾਂਝਾ ਮਾਰਗ ਆ। ਔਰ ਇਹ ਜਿਹੜੀ ਦੋਹਾਂ ਦੀ ਸਾਂਝ ਇਹ ਗੁਰਬਾਣੀ ਵਿੱਚ ਵੀ ਸਾਨੂੰ ਦੱਸੀ ਗਈ ਆ ਤੇ ਖਾਸ ਤੌਰ ਦੇ ਉੱਤੇ ਨੌਵੇਂ ਪਾਤਸ਼ਾਹ ਨੇ ਆਪਣੇ ਜਿਸ ਉਸ ਸ਼ਹਿਰ ਦੀ ਨੀਂਹ ਰੱਖੀ ਜਾਂ ਜਿਹੜਾ ਸ਼ਹਿਰ ਦੀ ਜਿਹੜੀ ਜਗ੍ਹਾ ਚੁਣੀ ਉਹਦੇ ਵਿੱਚ ਵੀ ਇਹ ਪ੍ਰਵਿਰਤੀ ਤੇ ਨਿਵਰਤੀ ਦੀ ਸਾਂਝੀ ਵਾਲਤਾ ਜਿਹੜੀ ਉਹਦੇ ਵਿੱਚ ਪਈ ਆ। ਉਹ ਕਿੱਦਾਂ ਪਈ ਆ? ਕਿਉਂਕਿ ਜਿਹੜੇ ਮਹਾਨ ਬੰਦੇ ਹੁੰਦੇ ਆ, ਮਹਾਨ ਲੋਕ ਹੁੰਦੇ ਆ, ਉਹ ਭਾਸ਼ਾ ਜਿਹੜੀ ਇੱਕ ਤਾਂ ਅਸੀਂ ਜਿਹੜੀ ਭਾਸ਼ਾ ਬੋਲਦੇ ਇਹਦੇ ਰਾਹੀਂ ਵੀ ਗੱਲ ਕਹਿੰਦੇ ਆ, ਲੇਕਿਨ ਉਹ ਸਿੰਬਲ ਦੀ ਭਾਸ਼ਾ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਇਸਤੇਮਾਲ ਕਰਦੇ ਆ। ਔਰ ਹਿੰਦੁਸਤਾਨ ਦੇ ਵਿੱਚ ਇੱਕ ਦਰਿਆ, ਜਿਹੜਾ ਦਰਿਆ ਆ ਇਹ ਸਭਿਅਤਾ ਦਾ ਸਿੰਬਲ ਆ, ਇਹ ਪਰਿਵਾਰ ਦਾ ਸਿੰਬਲ ਆ, ਇਹ ਦਾ ਸਿੰਬਲ ਆ। ਕਿਉਂਕਿ ਸਭਿਅਤਾਵਾਂ ਹੋਈਆਂ ਉਹ ਦਰਿਆਵਾਂ ਦੇ ਕੰਢਿਆਂ ਤੇ ਹੋਈਆਂ। ਔਰ ਕਿਉਂਕਿ ਦਰਿਆਵਾਂ ਪਹਿਲਾ ਪਾਣੀ ਜੀਵ ਹੈ, ਪਾਣੀ ਜ਼ਿੰਦਗੀ ਦਾ ਸੂਚਕ ਆ। ਔਰ ਪਾਣੀ ਜਿਹੜਾ ਤੁਹਾਨੂੰ ਜ਼ਿੰਦਗੀ ਜੀਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਆ। ਔਰ ਪਾਣੀ ਜਿਹੜਾ ਦਰਿਆਵਾਂ 'ਚ ਵਗਦਾ ਰਹਿੰਦਾ ਤੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਜਿਹੜੀ ਸਾਡੀ ਸਭਿਅਤਾਵਾਂ ਹੋਈਆਂ। ਤੇ ਜਦੋਂ ਬੰਦਾ ਸੰਨਿਆਸੀ ਹੋ ਜਾਂਦਾ ਉਹ ਫਿਰ ਪਰਿਵਾਰ ਛੱਡ ਕੇ ਛੱਡ ਕੇ ਉਹ ਪਹਾੜ ਜਾਂਦਾ। ਔਰ ਪਹਾੜਾਂ ਵਿੱਚ ਹੀ ਸਾਰੇ ਜਾਣਦੇ ਗੁਫਾਵਾਂ ਹੁੰਦੀਆਂ ਔਰ ਗੁਫਾਵਾਂ ਦੇ ਵਿੱਚ ਜੋਗੀ ਜਿਹੜੇ ਆ, ਜਿਹੜਾ ਸਾਡੀ ਪੁਰਾਣੀ ਜਿਹੜੀ ਆ ਸਿੰਬਲਿਜ਼ਮ ਹੈ ਜਿਹੜਾ ਹਿੰਦੁਸਤਾਨ ਦਾ, ਉਹਦੇ ਵਿੱਚ ਪਹਾੜ ਤਿਆਗ ਦਾ ਸਿੰਬਲ ਆ, ਸੰਨਿਆਸ ਦਾ ਸਿੰਬਲ ਆ। ਔਰ ਜਿਹੜਾ ਦਰਿਆ ਆ ਇਹ ਜ਼ਿੰਦਗੀ ਦਾ ਸਿੰਬਲ ਆ, ਗ੍ਰਸਥ ਦਾ ਸਿੰਬਲ ਆ, ਸਮਾਜ ਦਾ ਸਿੰਬਲ ਆ। ਔਰ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਸ਼ਹਿਰ ਬਣਾਉਣ ਲਈ ਜਿਹੜਾ ਥਾਂ ਚੁਣਿਆ ਉਹਦੇ ਇੱਕ ਪਾਸੇ ਪਹਾੜ ਆ, ਇੱਕ ਪਾਸੇ ਸਤਲੁਜ ਦਰਿਆ ਆ। ਯਾਨੀ ਸਤਲੁਜ ਤੇ ਪਹਾੜ ਦੇ ਦਰਮਿਆਨ ਸੈਂਟਰ ਦੇ ਵਿੱਚ ਜਿਹੜੀ ਥਾਂ ਚੁਣੀ ਗਈ ਉਹ ਇੱਕ ਤਰ੍ਹਾਂ ਪ੍ਰਵਿਰਤੀ ਤੇ ਨਿਰਵਿਰਤੀ ਦਾ ਦੋਹਾਂ ਦਾ ਸੰਗਮ ਹੈ। ਉਹ ਤੁਸੀਂ ਦੇਖੋ ਵੀ ਗੁਰੂ ਸਾਹਿਬ ਸ਼ਾਦੀ ਵੀ ਕਰਾਉਂਦੇ ਆ, ਉਹਨਾਂ ਦੇ ਬੱਚਾ ਵੀ ਹੁੰਦਾ ਆ, ਉਹ ਆਪਣਾ ਪਰਿਵਾਰ ਵੀ ਪਾਲਦੇ ਆ, ਲੇਕਿਨ ਉਹਨਾਂ ਦੇ ਸੁਭਾਅ ਦੇ ਵਿੱਚ, ਉਹਨਾਂ ਦੇ ਉਪਦੇਸ਼ ਦੇ ਵਿੱਚ ਤਿਆਗ ਜਿਹੜਾ ਸੰਨਿਆਸ ਆ ਉਹ ਵੀ ਬਿਲਕੁਲ ਭਰਪੂਰ ਮਾਤਰਾ ਵਿੱਚ ਸਾਨੂੰ ਨਜ਼ਰ ਆਉਂਦਾ। ਇਹ ਜਿਹੜੀ ਗੱਲ ਜਿਹੜੀ ਹੈ ਇਹ ਵੀ ਮੈਂ ਦੇਖਦਾ ਵੀ ਸਾਡਾ ਸਿੱਖ ਇਤਿਹਾਸ, ਸਾਡੇ ਪ੍ਰਚਾਰਕ ਕਦੇ ਕਿਸੇ ਨੇ ਅਨੰਦਪੁਰ ਸਾਹਿਬ ਨੂੰ ਇਸ ਨੁਕਤੇ ਤੋਂ ਜਾਂ ਫਲਸਫੇ ਦੇ ਇਸ ਨੁਕਤੇ ਤੋਂ ਕਦੇ ਨਹੀਂ ਕਿਸੇ ਨੇ ਦੇਖਿਆ। ਤੇ ਮੇਰੀ ਜਦੋਂ ਇਸ ਵੱਲ ਧਿਆਨ ਤੇ ਮੈਂ ਬੜਾ ਹੈਰਾਨ ਹੁੰਦਾ ਵੀ ਜਿਹੜੇ ਮਹਾਂਪੁਰਖ ਗੱਲਾਂ ਵਿੱਚ ਵੀ ਕਿੱਡੇ ਕਿੱਡੇ ਵੱਡੇ ਵੱਡੇ ਸੰਦੇਸ਼ ਜਿਹੜੇ ਉਹਨਾਂ ਦੇ ਪਏ ਹੁੰਦੇ ਆ। ਔਰ ਜਿਹੜੀ ਅਨੰਦਪੁਰ ਸਾਹਿਬ ਦੀ ਚੋਣ ਹੈ ਇਹ ਬਹੁਤ ਹੀ ਕਮਾਲ ਦਾ ਨੁਕਤਾ ਮੈਨੂੰ ਉਹਨਾਂ ਦਾ ਨੌਵੇਂ ਪਾਤਸ਼ਾਹ ਦਾ ਲੱਗਦਾ। ਤੇ ਉਦੋਂ ਬਾਅਦ ਇੱਕ ਚੀਜ਼ ਖਾਸ ਤੌਰ ਦੇ ਉੱਤੇ ਜਿਹੜੀ ਪਾਤਸ਼ਾਹ ਦਾ ਸਮਾਂ ਆ, ਉਸ ਹਿੰਦੁਸਤਾਨ ਦੀ ਸਲਤਨਤ ਆ, ਹਿੰਦੁਸਤਾਨ ਦੀ ਹਕੂਮਤ ਆ, ਉਹਦੇ ਉੱਤੇ ਜਿਹੜਾ ਬਿਰਾਜਮਾਨ ਸ਼ਖਸ ਉਹਦਾ ਨਾਂ ਔਰੰਗਜ਼ੇਬ ਆ। ਔਰ ਜਿਹੜਾ ਔਰੰਗਜ਼ੇਬ ਜਿਹੜਾ ਸ਼ਾਇਦ ਕਿਸੇ ਨੂੰ ਪਤਾ ਹੋਵੇ ਕਿ ਹਿੰਦੁਸਤਾਨ ਗਾਲੀ ਇਤਿਹਾਸਕਾਰ ਹੋਇਆ ਔਰ ਹਿਸਟਰੀ ਆਫ ਔਰੰਗਜ਼ੇਬ। ਤੇ ਉਹ ਕਿਤਾਬ ਦੇ ਵਿੱਚ ਉਹਨੇ ਜਾਦੂਨਾਥ ਸਰਕਾਰ ਨੇ ਲਿਖਿਆ ਵੀ ਔਰੰਗਜ਼ੇਬ ਦੇ ਵੇਲੇ ਹਿੰਦੁਸਤਾਨ ਦਾ ਜਿਹੜਾ ਕਸ਼ਮੀਰ ਸ਼ਹਿਰ ਆ
ਉਹ ਇੱਕ ਤਰ੍ਹਾਂ ਨਾਲ ਮੁਗਲਾਂ ਦੀ ਅਯਾਸ਼ੀ ਦਾ ਅੱਡਾ ਬਣਿਆ ਹੋਇਆ ਸੀਗਾ। ਤੇ ਕਹਿੰਦੇ ਆ ਵੀ ਜਿਹੜੇ ਕਸ਼ਮੀਰ ਦੇ ਪੰਡਤ ਖਾਸ ਤੌਰ ਦੇ ਉੱਤੇ ਉਹਨਾਂ ਲਈ ਜੀਣਾ ਇੰਨਾ ਦੁੱਭਰ ਹੋ ਚੁੱਕਿਆ ਸੀਗਾ, ਇੰਨਾ ਮੁਸ਼ਕਲ ਹੋ ਚੁੱਕਿਆ ਸੀਗਾ ਕਿ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਸਹੂਲਤ, ਕੋਈ ਵੀ ਸੁਵਿਧਾ ਉਹ ਨਹੀਂ ਸੀ ਦਿੱਤੀ ਜਾਂਦੀ। ਔਰ ਉਹ ਕਿਤਾਬ ਦੇ ਵਿੱਚ ਬੜੇ ਦਰਦਨਾਕ ਹਾਲਤ ਲਿਖੇ ਹੋਏ ਆ ਵੀ ਕਹਿੰਦੇ ਵੀ ਕਸ਼ਮੀਰੀ ਜਿਹੜੇ ਪੰਡਤ ਹੈਗੇ ਆ ਵੀ ਉਹਨਾਂ ਲਈ ਕੱਪੜਾ ਪਹਿਨਣਾ ਵੀ ਉਹਨਾਂ ਲਈ ਮੁਸ਼ਕਲ ਹੋਇਆ ਸੀਗਾ, ਕਿ ਪੱਤਿਆਂ ਦੇ ਨਾਲ ਆਪਣਾ ਉਹ ਤਨ ਢੱਕਦੇ ਸੀਗੇ। ਔਰੰਗਜ਼ੇਬ ਦਾ ਇਹ ਸੋਚਣਾ ਸੀਗਾ, ਇਹ ਸ਼ਾਇਦ ਸਾਰੇ ਜਾਣਦੇ ਹੋਵਾਂਗੇ ਅਸੀਂ, ਕਿ ਜਿਹੜੇ ਕਸ਼ਮੀਰੀ ਪੰਡਤ ਹੈਗੇ ਆ ਇਹ ਹਿੰਦੁਸਤਾਨ ਦੇ ਸਾਰੇ ਪੰਡਤਾਂ ਨਾਲੋਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਤੇ ਬਹੁਤ ਹੈ ਕਿ ਜਿਹੋ ਜਿਹੀ ਸੰਸਕ੍ਰਿਤੀ ਸਮਝ ਹੁੰਦੀ ਆ ਉਹੀ ਬਾਕੀ ਦੇਸ਼ ਦੇ ਖਿੱਤਿਆਂ ਵਿੱਚ ਵਸਣ ਵਾਲੇ ਪੰਡਤ ਨਹੀਂ ਬੋਲ ਸਕਦਾ, ਨਾ ਉਹੋ ਜਿਹੀ ਸੰਸਕ੍ਰਿਤ ਕਿਸੇ ਨੂੰ ਆਉਂਦੀ ਆ। ਹਿੰਦੁਸਤਾਨ ਦਾ ਜਿਹੜਾ ਪਹਿਲਾ ਇਤਿਹਾਸ ਹੈ ਰਾਜ ਤਰੰਗਣੀ, ਉਹ ਕਸ਼ਮੀਰੀ ਭਾਸ਼ਾ ਵਿੱਚ ਲਿਖਿਆ ਗਿਆ, ਕਸ਼ਮੀਰੀ ਪੰਡਤਾਂ ਨੇ ਲਿਖਿਆ। ਤੇ ਇਸ ਕਰਕੇ ਜਿਹੜਾ ਔਰੰਗਜ਼ੇਬ ਸੀਗਾ ਉਹ ਕਿਸੇ ਪੰਡਤਾਂ ਨੂੰ ਮੁਸਲਮਾਨ ਬਣਾ ਲਵਾਂ ਤਾਂ ਸ਼ਾਇਦ ਸਾਰੇ ਹਿੰਦੁਸਤਾਨ ਦੇ ਪੰਡਤ ਜਿਹੜੇ ਆ ਉਹਨਾਂ ਨੂੰ ਮੁਸਲਮਾਨ ਬਣਾਉਣਾ ਬੜਾ ਸੌਖਾ ਹੋ ਜਾਊਗਾ। ਕਿ ਜਦੋਂ ਸ੍ਰੇਸ਼ਟ ਜਿਹੜੇ ਬ੍ਰਾਹਮਣ ਉਹ ਇਸਲਾਮ ਧਾਰਨ ਕਰ ਲੈਣਗੇ ਤਾਂ ਬਾਕੀਆਂ ਲਈ ਤਾਂ ਬੜਾ ਸੌਖਾ ਹੋ ਜਾਊਗਾ। ਇਸ ਮਨਸ਼ਾ ਨਾਲ ਉਹਨੇ ਕਸ਼ਮੀਰੀ ਪੰਡਤਾਂ ਦੇ ਉੱਤੇ ਤੱਦੀ ਸ਼ੁਰੂ ਕਰ ਦਿੱਤੀ, ਜ਼ੁਲਮ ਸ਼ੁਰੂ ਕਰ ਦਿੱਤਾ। ਇਹਨਾਂ ਜ਼ੁਲਮ ਸ਼ੁਰੂ ਕਰ ਦਿੱਤਾ ਕਿ ਉਹਨਾਂ ਲਈ ਜੀਣਾ ਮੁਹਾਲ ਹੋ ਗਿਆ। ਇਹ ਸਾਰੇ ਵੇਰਵੇ ਜਿਹੜੇ ਆ ਕਸ਼ਮੀਰ ਬਾਰੇ, ਜਿਹੜੇ ਕਸ਼ਮੀਰ ਦਾ ਇਤਿਹਾਸ ਜਿਹਨਾਂ ਵਿੱਚ ਲਿਖਿਆ ਗਿਆ ਉਹਨਾਂ ਵਿੱਚ ਵੀ ਮਿਲਦੇ ਆ। ਔਰ ਜਿਹੜਾ ਜਾਦੂਨਗਰ ਸਰਕਾਰ ਨੇ ਔਰੰਗਜ਼ੇਬ ਦਾ ਇਤਿਹਾਸ ਲਿਖਿਆ ਉਹਦੇ ਵਿੱਚ ਵੀ ਇਹਦੇ ਵੇਰਵੇ ਸਾਨੂੰ ਨਜ਼ਰ ਆ ਜਾਂਦੇ ਆ। ਔਰ ਉਸ ਵੇਲੇ ਜਦੋਂ ਕਸ਼ਮੀਰ ਵਿੱਚ ਇਸ ਤਰ੍ਹਾਂ ਹੋ ਰਿਹਾ ਸੀਗਾ, ਤੇ ਮੈਂ ਇੱਕ ਛੋਟਾ ਜਿਹਾ ਵਾਕਿਆ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ, ਤੁਹਾਨੂੰ ਪਿੱਛੇ ਲੈ ਚੱਲਦਾ। ਕਿ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਜਿਹੜੀਆਂ ਉਹਨਾਂ ਨੇ 4 ਉਦਾਸੀਆਂ ਕੀਤੀਆਂ, ਔਰ ਗੁਰੂ ਨਾਨਕ ਪਾਤਸ਼ਾਹ ਵੀ ਕਸ਼ਮੀਰ ਗਏ ਸੀਗੇ। ਔਰ ਜਦੋਂ ਕਸ਼ਮੀਰ ਗਏ ਸੀਗੇ ਤੇ ਉੱਥੇ ਉਹਨਾਂ ਨੂੰ ਇੱਕ ਪੰਡਤ ਮਿਲਿਆ ਸੀਗਾ, ਬ੍ਰਹਮਦਾਸ। ਔਰ ਉਹ ਬ੍ਰਹਮਦਾਸ ਸਾਲਗ੍ਰਾਮ ਦਾ ਉਪਾਸ਼ਕ ਸੀਗਾ। ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਨਾਲ ਉਹਦੀ ਗੱਲਬਾਤ ਹੋਈ ਸੀਗੀ ਤਾਂ ਬੜੀ ਉਹਨਾਂ ਦੀ ਬਹਿਸ ਹੋਈ ਸੀ, ਬੜੀ ਗਰਮਾ ਗਰਮ ਬਹਿਸ ਹੋਈ। ਔਰ ਉਹ ਸਾਲਗ੍ਰਾਮ ਦੀ ਸਿਫਤ ਦੱਸਦਾ ਸੀਗਾ, ਗੁਰੂ ਸਾਹਿਬ ਅਕਾਲ ਪੁਰਖ ਦੀ ਮਹਿਮਾ ਗਾਉਂਦੇ ਸੀਗੇ। ਤੇ ਜਦੋਂ ਉਹਨਾਂ ਦੇ ਵਿੱਚ ਬਹਿਸ ਹੋਈ ਤੇ ਉਹ ਜਿਹੜਾ ਪੰਡਤ ਬ੍ਰਹਮਦਾਸ ਉਹ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਕਾਇਲ ਹੋ ਗਿਆ ਸੀਗਾ। ਔਰ ਜਦੋਂ ਉਹਨਾਂ ਦੇ ਗੁਰੂ ਸਾਹਿਬ ਦੇ ਕਾਇਲ ਹੋਇਆ ਉਹਨਾਂ ਦੇ ਵਿਚਾਰਾਂ ਤੋਂ, ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਮੈਥਡ ਸੀਗਾ, ਤਰੀਕਾ ਸੀਗਾ ਕਿ ਜਿੱਥੇ ਵੀ ਜਾਂਦੇ ਸੀਗੇ ਉਹਨਾਂ ਦੇ ਲੋਕ ਜਿਹੜੇ ਉਪਾਸ਼ਨਾ ਵਿੱਚ ਆ ਜਾਂਦੇ ਸੀਗੇ, ਉੱਥੇ ਉਹ ਸੰਗਤ ਇਸਟੈਬਲਿਸ਼ ਕਰ ਦਿੰਦੇ ਸੀਗੇ। ਔਰ ਉਹਨਾਂ ਵਿੱਚੋਂ ਕਿਸੇ ਇੱਕ ਜਾਣੇ ਨੂੰ ਉਹ ਸੰਗਤ ਦਾ ਮੁਖੀਆ ਜਿਹੜਾ ਉਹ ਬਣਾ ਦਿੰਦੇ ਸੀਗੇ। ਗੁਰੂ ਨਾਨਕ ਪਾਤਸ਼ਾਹ ਕਸ਼ਮੀਰ ਵਿੱਚ ਗਏ ਤਾਂ ਉਹਨਾਂ ਨੇ ਉਸ ਪੰਡਤ ਬ੍ਰਹਮਦਾਸ ਨੂੰ ਆਪਣੀ ਸੰਗਤ ਦਾ ਮੁਖੀ ਥਾਪ ਦਿੱਤਾ ਸੀਗਾ। ਔਰ ਉਹ ਪੰਡਤ ਬ੍ਰਹਮਦਾਸ ਬਹੁਤ ਵੱਡਾ ਵਿਦਵਾਨ ਸੀਗਾ ਸੰਸਕ੍ਰਿਤ ਦਾ। ਔਰ ਜਦੋਂ ਸਿੱਖ ਬਣ ਗਿਆ, ਗੁਰੂ ਸਾਹਿਬ ਦੇ ਵਿਚਾਰਾਂ ਨੂੰ ਉਹਨੇ ਅਪਣਾ ਲਿਆ ਔਰ ਸੰਗਤ ਦਾ ਮੁਖੀ ਬਣ ਗਿਆ। ਤੇ ਤੁਸੀਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਜਦੋਂ ਅਸੀਂ ਆਉਂਦੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦੇ ਉੱਤੇ, ਜਦੋਂ ਔਰੰਗਜ਼ੇਬ ਕਸ਼ਮੀਰ ਦੇ ਹਿੰਦੂਆਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕਰਦਾ ਸੀਗਾ, ਉਸ ਵੇਲੇ ਕਸ਼ਮੀਰੀ ਪੰਡਤਾਂ ਨੇ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਅਸੀਂ ਇਸ ਅਤਿਆਚਾਰ ਦਾ ਕੋਈ ਹੱਲ ਸੋਚਣਾ ਆ, ਅਸੀਂ ਆਪਣੇ ਨੂੰ ਬਚਾਉਣ ਦਾ ਕੋਈ ਢੰਗ ਤਰੀਕਾ ਸੋਚਣਾ ਆ। ਜਿਹੜੇ 2 ਭਾਈ ਸੀਗੇ, ਇੱਕ ਉਹਨਾਂ 'ਚ ਸੀਗਾ ਪੰਡਤ ਕਿਰਪਾ ਰਾਮ, ਇੱਕ ਪੰਡਤ ਸੀਗਾ ਮਨਸੁਖ। ਉਹ 2 ਭਾਈ ਜਿਹੜੇ ਆ ਉਹਨਾਂ ਨੇ ਵਿਚਾਰ ਕੀਤੀ ਔਰ ਉਹਨਾਂ ਨੇ ਉਸ ਵੇਲੇ ਦੇ ਸ੍ਰੇਸ਼ਟ ਪੰਡਤਾਂ ਨੂੰ, ਵਿਦਵਾਨ ਪੰਡਤਾਂ ਨੂੰ ਇਕੱਠੇ ਕੀਤਾ ਕਿ ਆਪਾਂ ਇਹਦੇ ਬਾਰੇ ਕੁਝ ਸੋਚੀਏ ਕਿ ਜਿਹੜੀ ਸਾਡੇ ਤੇ ਤੱਦੀ ਹੋ ਰਹੀ ਆ ਇਹ ਤੋਂ ਬਚਣ ਦਾ ਰਾਹ ਤੁਰੀਏ। ਔਰ ਜਿਹੜੀ ਖਾਸ ਗੱਲ ਇਹ ਕਿ ਉਹ ਜਿਹੜੇ ਪੰਡਤ ਕਿਰਪਾ ਰਾਮ ਤੇ ਪੰਡਤ ਮਨਸੁਖ, ਉਹ 2 ਭਾਈ ਉਸ ਪੰਡਤ ਬ੍ਰਹਮਦਾਸ ਦੇ ਵੰਸ਼ ਵਿੱਚੋਂ ਸੀਗੇ, ਜਿਸ ਪੰਡਤ ਬ੍ਰਹਮਦਾਸ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਸੰਗਤ ਦਾ ਮੁਖੀ ਬਣਾਇਆ ਸੀਗਾ। ਇਹ ਕਿਤਾਬ, ਇਹ ਸਾਰੇ ਗ੍ਰੰਥਾਂ ਦੇ ਵਿੱਚ ਤਕਰੀਬਨ ਇਹ ਗੱਲ ਲਿਖੀ ਹੋਈ ਮਿਲਦੀ ਆ ਕਿ ਉਹ ਜਿਹੜੇ ਪੰਡਤ ਕਿਰਪਾ ਰਾਮ ਤੇ ਪੰਡਤ ਮਨਸੁਖ ਜੀ, ਉਹ 2 ਭਾਈ ਉਸ ਬ੍ਰਹਮਦਾਸ ਦੇ ਵੰਸ਼ ਵਿੱਚੋਂ ਸੀਗੇ। ਔਰ ਉਹਨਾਂ ਨੇ ਜਿਹੜੇ ਉਸ ਵੇਲੇ
ਕਸ਼ਮੀਰ ਦੇ ਪੰਡਤਾਂ ਨੂੰ ਇਕੱਠੇ ਹੋ ਕੇ ਉਹਨਾਂ ਮੂਹਰੇ ਤਜਵੀਜ਼ ਰੱਖੀ ਵੀ ਕਿਉਂ ਨਾ ਅਸੀਂ ਗੁਰੂ ਨਾਨਕ ਦੇ ਜਿਹੜੀ ਕੁੱਲ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਵਿੱਚ ਜਿਹੜੇ ਇਸ ਵੇਲੇ ਗੁਰੂ ਤੇਗ ਬਹਾਦਰ ਜੀ ਆ, ਕਿਉਂ ਨਾ ਅਸੀਂ ਉਹਨਾਂ ਕੋਲ ਜਾਈਏ ਤੇ ਕਿਉਂ ਨਾ ਉਹਨਾਂ ਕੋਲ ਜਾ ਕੇ ਆਪਣਾ ਸੰਕਟ ਜਿਹੜਾ ਦੱਸੀਏ। ਔਰ ਉਹ ਕਹਿੰਦੇ ਆ ਵੀ ਇਕੱਠੇ ਹੋ ਕੇ ਇੱਕ ਡੈਪੂਟੇਸ਼ਨ ਲੈ ਕੇ ਪੰਡਤ ਉਹ ਅਨੰਦਪੁਰ ਸਾਹਿਬ ਆਏ ਔਰ ਆਨੰਦ ਜਾਪੂ ਮਤਲਬ ਉਹਨਾਂ ਦੇ ਉੱਤੇ ਤੱਦੀ ਕੀਤੀ ਜਾਂਦੀ ਹੈ। ਕਿਸ ਤਰ੍ਹਾਂ ਉਹਨਾਂ ਨੂੰ ਮਾਰਨ ਦੇ ਮਨਸੂਬੇ ਨਾਲ ਇੰਨਾ ਤੰਗ ਕੀਤਾ ਜਾਂਦਾ ਕਿ ਉਹ ਆਪਣੀ ਜ਼ਿੰਦਗੀ ਵੀ ਚੱਜ ਨਾਲ ਜੀ ਨਾ ਸਕਣ। ਤੇ ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਸਮੱਸਿਆ ਸੁਣੀ ਔਰ ਸੁਣ ਕੇ ਬੜੇ ਗੰਭੀਰ ਮੁਦਰਾ ਵਿੱਚ ਚਲੇ ਗਏ ਸੀਗੇ। ਔਰ ਅਸੀਂ ਸਾਰਿਆਂ ਨੇ ਗੱਲ ਸੁਣੀ ਹੋਈ ਆ ਵੀ ਉਹਨਾਂ ਦੀ ਗੰਭੀਰਤਾ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਜੀ ਦੇ ਬੇਟੇ ਗੋਬਿੰਦ ਰਾਏ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਇਸ ਤਰ੍ਹਾਂ ਗਮਗੀਨ ਅਵਸਥਾ 'ਚ ਬੈਠੇ ਆ। ਤਾਂ ਉਹਨਾਂ ਨੇ ਕਿਹਾ ਵੀ ਦੇਸ਼ ਦੇ ਕਿਸੇ ਮਹਾਨ ਆਤਮਾ ਨੂੰ ਕੁਰਬਾਨੀ ਦੇਣੀ ਪੈਣੀ ਆ। ਉਹਨਾਂ ਨੇ ਕਿਹਾ ਵੀ ਤੁਹਾਡੇ ਤੋਂ ਬਿਨਾਂ ਮਹਾਨ ਕੌਣ ਆ, ਇਹ ਕੁਰਬਾਨੀ ਤੁਸੀਂ ਦਿਓ। ਔਰ ਉਹ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ 9ਵੇਂ ਪਾਤਸ਼ਾਹ ਆਪਣੇ ਸਿੱਖਾਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋ ਗਏ। ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾ ਕੇ ਸ਼ੇਰ ਅਫਗਾਨ ਜਿਹੜਾ ਉੱਥੋਂ ਦਾ ਹਾਕਮ ਸੀਗਾ ਕਸ਼ਮੀਰ ਦਾ, ਵੀ ਉਹਨੂੰ ਕਹੋ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਵੇ ਵੀ ਅਗਰ ਤੂੰ ਸਾਡੇ ਗੁਰੂ ਤੇਗ ਬਹਾਦਰ ਨੂੰ ਇਸਲਾਮ ਵਿੱਚ ਲੈ ਆਵੇਂ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਔਰ ਸ਼ੇਰ ਅਫਗਾਨ ਨੇ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿੱਤਾ ਤੇ ਇੱਧਰੋਂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਰਵਾਨਾ ਹੋ ਗਿਆ। ਔਰ ਇਹਦੇ ਵਿੱਚ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਕਿ ਜਿਸ ਵੇਲੇ ਉਹ ਦਿੱਲੀ ਜਾਣ ਲੱਗੇ ਤੇ ਉਹ ਡੈਪੂਟੇਸ਼ਨ ਵਾਲੇ ਪੰਡਤ ਕਿਰਪਾ ਰਾਮ ਤੇ ਪੰਡਤ ਮਨਸੁਖ ਜੀ ਉਹਨਾਂ ਨੇ ਜਿੱਦ ਕੀਤੀ ਵੀ ਅਸੀਂ ਵੀ ਤੁਹਾਡੇ ਨਾਲ ਦਿੱਲੀ ਜਾਣਾ, ਲੇਕਿਨ 9ਵੇਂ ਪਾਤਸ਼ਾਹ ਨੇ ਉਹਨਾਂ ਨੂੰ ਦਿੱਲੀ ਨਾਲ ਲੈ ਕੇ ਨਹੀਂ ਗਏ। ਔਰ ਖਾਸ ਤੌਰ ਦੇ ਉੱਤੇ ਜਿਹੜੇ ਪੰਡਤ ਕਿਰਪਾ ਰਾਮ ਜੀ ਸੀਗੇ ਉਹ ਕਹਿੰਦੇ ਵੀ ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਸੀਗੇ। ਉਹਨਾਂ ਨੇ ਉਹਨਾਂ ਦਾ ਜ਼ਿੰਮਾ ਲਾਇਆ ਕਿ ਤੁਸੀਂ ਮੇਰੇ ਬੱਚੇ ਗੋਬਿੰਦ ਰਾਏ ਨੂੰ ਤੁਸੀਂ ਸੰਸਕ੍ਰਿਤ ਸਿਖਾਉਣੀ ਹੈ। ਔਰ ਉਹ ਪੰਡਤ ਕਿਰਪਾ ਰਾਮ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਕ੍ਰਿਤ ਦੇ ਅਧਿਆਪਕ ਬਣੇ। ਉਹਨਾਂ ਨੇ ਗੁਰੂ ਸਾਹਿਬ ਨੂੰ ਸੰਸਕ੍ਰਿਤ ਸਿਖਾਈ। ਔਰ ਇੱਥੇ ਬਸ ਨਹੀਂ, ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਔਰ ਉਸ ਵੇਲੇ ਉਹ ਦੋਨੇ ਭਾਈ ਪੰਡਤ ਕਿਰਪਾ ਰਾਮ ਤੇ ਪੰਡਤ ਮਨਸੁਖ ਜੀ ਦੋਨਾਂ ਨੇ ਅੰਮ੍ਰਿਤ ਛਕਿਆ ਸੀਗਾ। ਔਰ ਉਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਣਾ ਪਿਆ ਉਹਨਾਂ ਨੂੰ। ਔਰ ਸਾਰੇ ਜਾਣਦੇ ਆ ਕਿ ਜਦੋਂ ਅਨੰਦਪੁਰ ਸਾਹਿਬ ਛੱਡ ਕੇ ਸਰਸਾ ਨਦੀ ਤੇ ਉਹਨਾਂ ਦਾ ਪਰਿਵਾਰ ਵਿਛੜਿਆ ਔਰ 40 ਸਿੰਘ ਜਿਹੜੇ ਆ ਉਹ ਚਮਕੌਰ ਦੀ ਗੜੀ ਜਾ ਕੇ ਉਹਨਾਂ ਨੇ ਟਿਕਾਣਾ ਕੀਤਾ ਔਰ ਜਿੱਥੇ ਉਹਨਾਂ ਨੂੰ ਅਗਲੇ ਦਿਨ ਫੌਜ ਨੇ ਘੇਰ ਲਿਆ ਸੀਗਾ। ਔਰ ਜਿਹੜੇ 40 ਸਿੰਘ ਜਿਹੜੇ ਆ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਅਗਲੇ ਦਿਨ ਲੜ ਕੇ ਸ਼ਹੀਦ ਹੋਏ ਸੀਗੇ। ਉਹਨਾਂ 40 ਸਿੰਘਾਂ ਦੇ ਵਿੱਚ ਇਹ ਜਿਹੜੇ ਸੀਗੇ ਦੋ ਪੰਡਤ ਕਿਰਪਾ ਰਾਮ ਤੇ ਪੰਡਤ ਮਨਸੁਖ ਜੀ, ਇਹ ਵੀ ਚਮਕੌਰ ਦੀ ਗੜੀ ਵਿੱਚ ਲੜ ਕੇ ਸ਼ਹੀਦ ਹੋਏ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਸੰਬੰਧਿਤ ਇੱਕ ਕਿਤਾਬ ਗੁਰੂ ਗੋਬਿੰਦ ਸਿੰਘ ਮਾਰਗ ਪੰਜਾਬੀ ਭਾਸ਼ਾ ਵਿਭਾਗ ਪਟਿਆਲੇ ਵਾਲਿਆਂ ਨੇ ਛਾਪੀ ਹੋਈ ਆ, ਗੁਰੂ ਗੋਬਿੰਦ ਸਿੰਘ ਮਾਰਗ, ਉਹਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੈ ਕੇ ਸਾਬੋ ਕੀ ਤਲਵੰਡੀ ਤੱਕ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਫ਼ਰ ਆ ਉਹਦਾ ਇੱਕ ਇੱਕ ਘਟਨਾ ਉਹਦੇ ਵਿੱਚ ਦੱਸੀ ਹੋਈ ਆ। ਔਰ ਉਹਦੇ ਵਿੱਚ ਬੜੀ ਡਿਟੇਲ ਦਿੱਤੀ ਹੋਈ ਆ ਉਹਨਾਂ ਹਸਤੀਆਂ ਦੀ, ਜਿਹੜੇ ਕੌਣ ਕਿੱਥੇ ਕਿੱਥੇ ਗੁਰੂ ਸਾਹਿਬ ਦੇ ਨਾਲ ਰਲਿਆ, ਕੌਣ ਕਿੱਥੇ ਕਿੱਥੇ ਲੜਿਆ, ਕੌਣ ਕਿੱਥੇ ਕਿੱਥੇ ਸ਼ਹੀਦ ਹੋਇਆ। ਔਰ ਉਸ ਕਿਤਾਬ ਦੇ ਵਿੱਚ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣ ਵਾਲੇ 40 ਸਿੰਘਾਂ ਦੀ ਸੂਚੀ ਦਿੱਤੀ ਹੋਈ ਆ। ਉਹ ਸੂਚੀ ਦੇ ਵਿੱਚ ਪਹਿਲੇ ਤੇ ਦੂਜੇ ਨੰਬਰ ਦੇ ਉੱਤੇ ਪੰਡਤ ਕਿਰਪਾ ਰਾਮ ਤੇ ਪੰਡਤ ਮਨਸੁਖ ਉਹ ਦੋਨਾਂ ਦਾ ਨਾਮ ਲਿਖਿਆ ਹੋਇਆ। ਤੇ ਇਸ ਤਰ੍ਹਾਂ ਨਹੀਂ ਹੈ ਵੀ ਉਹਨਾਂ ਨੇ ਗੁਰੂ ਸਾਹਿਬ ਨੂੰ ਸ਼ਹੀਦ ਹੋਣ ਲਈ ਤੋਰ ਦਿੱਤਾ ਤੇ ਆਪ ਆ ਕੇ ਕਸ਼ਮੀਰ ਵਸ ਗਏ। ਉਹਨਾਂ ਨੇ ਗੁਰੂ ਸਾਹਿਬ ਨੂੰ ਸੰਸਕ੍ਰਿਤ ਸਿਖਾਈ ਔਰ ਉਹਨਾਂ ਤੋਂ ਅੰਮ੍ਰਿਤ ਛਕਿਆ ਔਰ ਉਹਨਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਤੇ ਅਸੀਂ ਉੱਥੇ ਚੱਲਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਰਵਾਨਾ ਹੋਏ ਔਰ ਦਿੱਲੀ ਜਾ ਕੇ ਉਹਨਾਂ ਨੇ ਔਰੰਗਜ਼ੇਬ ਦੇ ਕੋਲ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਔਰ ਔਰੰਗਜ਼ੇਬ ਨੇ ਉਹਨਾਂ ਸਿੱਖਾਂ ਨੂੰ ਤੇ 9ਵੇਂ ਪਾਤਸ਼ਾਹ ਨੂੰ ਪਿੰਜਰਿਆਂ ਵਿੱਚ ਕੈਦ ਕਰ ਦਿੱਤਾ, ਕੋਠੜੀਆਂ ਵਿੱਚ ਕੈਦ ਕਰ ਦਿੱਤਾ। ਤੇ ਉਹਨਾਂ ਦੇ ਉੱਤੇ ਡਾਇਲਾਗ ਹੋਏ, ਸੰਵਾਦ ਹੋਇਆ ਤੇ ਉਹਨਾਂ ਨੇ ਮੁਸਲਮਾਨ ਬਣਨ ਲਈ ਕਿਹਾ ਔਰ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ। ਔਰ ਫਿਰ ਇੱਕ ਬਹੁਤ ਹੀ ਇੱਕ ਨੀਚ ਹਰਕਤ
एक बड़ा घटिया गिरिया होया कारनामा जिहड़ा ने कीती हुकूमत ने औरंगजेब ने वो ये कीती कि गुरु तेग बहादुर जी इन्ने अडोल सीगे, इन्ने भै मुक्त सीगे, इन्ने निर्वैर निरभौ सीगे कि कोई भी दलील जिहड़ी आ कोई भी गल उन्हां नूं ना प्रभावित कर सकी, ना ਉਹਨਾਂ ਨੂੰ ਆਪਣੇ ਇਰਾਦੇ ਤੋਂ ਕੀ ਰੰਗ ਤੇ ਛਟਪਟਾ ਗਿਆ ਕਿ ਮੈਂ ਉਹਨਾਂ ਦਾ ਹੁਣ ਕੀ ਕਰਾਂ। ਫਿਰ ਉਹਨੇ ਆਖਰੀ ਹਰਬਾ ਜਿਹੜਾ ਵਰਤਿਆ ਕਿ ਉਹਨਾਂ ਨੂੰ ਧਮਕੀ ਦਿਓ, ਔਰ ਉਹਨਾਂ ਨੇ ਉਹਨੂੰ ਧਮਕੀ ਦਿੱਤੀ ਗੁਰੂ ਤੇਗ ਬਹਾਦਰ ਜੀ ਨੂੰ, ਔਰ ਉਹਨਾਂ ਨੇ ਕਿਹਾ ਤੁਹਾਡਾ ਸਿਰ ਕਲਮ ਕਰ ਦਿੱਤਾ ਜਾਊਗਾ। ਉਹ ਕਹਿੰਦੇ ਠੀਕ ਹੈ ਕਰ ਦਿਓ। ਲੇਕਿਨ ਔਰੰਗਜ਼ੇਬ ਲੱਗਿਆ ਵੀ ਸ਼ਾਇਦ ਇਹ ਇੱਦਾਂ ਸਮਝੇ ਹੋਣਗੇ ਵੀ ਇਹ ਇੱਕ ਧਮਕੀ ਆ, ਇੱਕ ਡਰਾਵਾ ਆ, ਔਰ ਉਹਨੇ ਉਸ ਧਮਕੀ ਨੂੰ ਡਰਾਵੇ ਨੂੰ ਅਸਲੀਅਤ ਵਜੋਂ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਰੱਖਣ ਲਈ ਉਹਨੇ ਇੱਕ ਜਿਹੜਾ ਹਰਬਾ ਵਰਤਿਆ, ਇਹ ਵਰਤਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਦੋਸਤ ਸੀਗੇ, ਉਹਨਾਂ ਦੇ ਸਿੱਖ ਸੀਗੇ ਜਿਹੜੇ ਆ, ਉਹਨਾਂ ਨੇ ਬੁਲਾਇਆ। ਸਭ ਤੋਂ ਪਹਿਲੇ ਦਰਜੇ ਦੇ ਉੱਤੇ ਜਿਹੜੇ ਉਹ ਦੀਵਾਨ ਸੀਗੇ ਗੁਰੂ ਸਾਹਿਬ ਦੇ, ਭਾਈ ਮਤੀ ਦਾਸ ਜੀ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਹਨਾਂ ਨੂੰ ਆਰੇ ਦੇ ਨਾਲ ਚੀਰ ਦਿੱਤਾ ਜਾਵੇ। ਔਰ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਮਤੀ ਦਾਸ ਜੀ ਨੂੰ 2 ਫੱਟਿਆਂ ਦੇ ਵਿੱਚ ਬੰਨ੍ਹ ਕੇ ਜਲਾਦਾਂ ਨੇ ਆਰੇ ਦੇ ਨਾਲ ਚੀਰ ਦਿੱਤਾ। ਫਿਰ ਉਹਨਾਂ ਦਾ ਇੱਕ ਹੋਰ ਸਿੱਖ ਜਿਹੜਾ ਭਾਈ ਦਿਆਲਾ ਜੀ, ਉਹਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਔਰ ਤੀਜੇ ਉਹਨਾਂ ਦੇ ਸੀਗੇ ਭਾਈ ਸਤੀ ਦਾਸ ਜੀ, ਉਹਨਾਂ ਨੂੰ ਰੂੰ ਦੇ ਵਿੱਚ ਬੰਨ੍ਹ ਕੇ ਲਪੇਟ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਇਹਨਾਂ ਬਾਰੇ ਇਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਕਿ ਜਿਸ ਵੇਲੇ ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ ਗਿਆ ਔਰ ਉਹਨੂੰ ਪੁੱਛਿਆ ਤੇਰੀ ਆਖਰੀ ਇੱਛਾ ਕੀ ਆ, ਤੇ ਭਾਈ ਮਤੀ ਦਾਸ ਜੀ ਨੇ ਕਿਹਾ ਸੀਗਾ ਕਿ ਮੇਰੀ ਆਖਰੀ ਇੱਛਾ ਇਹ ਆ ਕਿ ਮੇਰਾ ਮਰਨ ਸਮੇਂ ਮੇਰਾ ਮੂੰਹ ਜਿਹੜਾ ਮੇਰੇ ਗੁਰੂ ਵੱਲ ਕੀਤਾ ਜਾਵੇ। ਅਸੀਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਰਬਤ ਭਲਾ ਨਾ ਕਰਬਤ ਤੇਰੀ, ਕਿ ਮੈਨੂੰ ਆਰਾ ਤਾਂ ਭਲਾ ਆ, ਕਰਬਤ ਕਹਿੰਦੇ ਆਰੇ ਨੂੰ, ਕਰਵਟ ਕਹਿੰਦੇ ਆ ਮੁੱਖ ਮੋੜਨਾ, ਮੂੰਹ ਪਰੇ ਨੂੰ ਕਰਨਾ, ਵੀ ਮੈਨੂੰ ਤੇਰੀ ਕਰਵਟ ਨਹੀਂ ਪਸੰਦ, ਕਰਬਤ ਜਿਹੜਾ ਆਰਾ ਮੈਂ ਉਹ ਸਹਿ ਸਕਦਾ। ਇਸ ਸ਼ਬਦ ਦਾ ਯਾਨੀ ਜਿਹੜੀ ਪ੍ਰੇਮ ਦੀ ਇੰਤਹਾ ਆ ਕਿ ਮੇਰੇ ਦੇਹ ਦੇ ਉੱਤੇ ਆਰਾ ਚੱਲੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਵੀ ਤੇਰਾ ਮੂੰਹ ਮੇਰੇ ਤੋਂ ਪਰੇ ਨੂੰ ਫਿਰ ਜਾਵੇ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਸ ਗੁਰੂ ਗ੍ਰੰਥ ਸਾਹਿਬ ਦੀ ਇਹ ਸਿੱਖਿਆ ਦਾ ਜਾਂ ਪ੍ਰੇਮ ਮੁਹੱਬਤ ਦੀ ਇਸ ਜਿਹੜੀ ਗੱਲ ਦਾ ਸਬੂਤ ਜਿਹੜਾ ਭਾਈ ਮਤੀ ਦਾਸ ਜੀ ਨੇ ਦਿੱਤਾ ਜਦੋਂ ਉਹਨਾਂ ਦੇ ਸਿਰ ਤੇ ਆਰਾ ਰੱਖਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਬੇਬਲਤਾ ਨਾਲ ਕਿਹਾ ਗਿਆ ਮੇਰਾ ਮੂੰਹ ਜਿਹੜਾ ਉਹ ਗੁਰੂ ਤੇਗ ਬਹਾਦਰ ਵੱਲ ਰੱਖਿਆ ਜਾਵੇ। ਔਰ ਤਕਰੀਬਨ ਸਾਰੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਅਡੋਲ ਰਹਿੰਦਿਆਂ ਹੋਇਆਂ ਸ਼ਹਾਦਤ ਦਿੱਤੀ। ਔਰ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਭੈ ਦਾ ਕੋਈ ਡਰ ਦਾ ਚਿੰਨ੍ਹ ਨਿਸ਼ਾਨ ਉਹਨਾਂ ਦੇ ਚਿਹਰੇ ਤੇ ਨਹੀਂ ਆਇਆ ਔਰ ਉਹ ਅਡੋਲ ਰਹੇ। ਜਦੋਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਕਿ ਹੁਣ ਗੁਰੂ ਤੇਗ ਬਹਾਦਰ ਨੂੰ ਇੱਕ ਵਾਰੀ ਆਖਰੀ ਵਾਰੀ ਪੁੱਛ ਕੇ ਉਹਨੂੰ ਸਜ਼ਾ ਦਿੱਤੀ ਕਿ ਸਿਰ ਕਲਮ ਕਰ ਦਿੱਤਾ ਜਾਵੇ। ਅਗਲਾ ਵਾਕਿਆ ਬੜੇ ਹੀ ਦਿਲ ਟੁੰਬਵਾਂ ਵਾਕਿਆ, ਬੜੇ ਭਰੇ ਮਨ ਨਾਲ ਅਸੀਂ ਉਹਨੂੰ ਪੜ੍ਹਦੇ ਹਾਂ, ਪੜ੍ਹਿਆ ਨਹੀਂ ਜਾਂਦਾ। ਮੈਕਾਲਫ ਨੇ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਲਿਖੀ ਹੈ, ਉਹਦੇ ਵਿੱਚ ਇਹ ਘਟਨਾ ਉਹਨੇ ਲਿਖੀ ਹੈ ਕਿ ਜਲਾਦ ਜਿਹੜਾ ਉਹਨੇ ਅਖੀਰ ਵਿੱਚ ਸਵਾਲ ਕੀਤਾ ਗੁਰੂ ਤੇਗ ਬਹਾਦਰ ਜੀ ਨੂੰ ਵੀ ਤੁਹਾਡਾ ਨਾਂ ਤੇਗ ਬਹਾਦਰ ਹੈ, ਵੀ ਇਹਦਾ ਕੀ ਸਬੂਤ ਹੈ ਕਿ ਤੁਸੀਂ ਤੇਗ ਬਹਾਦਰ ਹੈ, ਵੀ ਤੁਹਾਡਾ ਇਹ ਨਾਂ ਜਿਹੜਾ ਬੰਦੇ ਦੀ ਪਰਸਨੈਲਿਟੀ ਨਾਲ ਸ਼ਖਸੀਅਤ ਨਾਲ ਮਿਲਦਾ ਹੁੰਦਾ, ਵੀ ਤੁਸੀਂ ਤਾਂ ਤੇਗ ਚਲਾਈ ਨਹੀਂ, ਤੁਸੀਂ ਕੋਈ ਵਿਰੋਧ ਨਹੀਂ ਕੀਤਾ, ਤੁਸੀਂ ਸਰੈਂਡਰ ਕੀਤਾ, ਵੀ ਤੁਸੀਂ ਮੁਕਾਬਲਾ ਨਹੀਂ ਕੀਤਾ ਹੈ, ਵੀ ਤੁਹਾਡਾ ਨਾਂ ਜਿਹੜਾ ਤੇਗ ਬਹਾਦਰ ਕਿਵੇਂ ਆ। ਔਰ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਉਸ ਜਲਾਦ ਨੂੰ ਕਿਹਾ ਜਿਹੜਾ ਮੈਕਾਲਫ ਨੇ ਆਪਣੀ ਉਸ ਕਿਤਾਬ ਦੇ ਵਿੱਚ ਲਿਖਿਆ, ਉਹ ਕਹਿੰਦੇ ਵੀ ਤੇਗ ਚਲਾਉਣ ਵਾਲਾ ਤੇਗ ਬਹਾਦਰ ਨਹੀਂ ਹੁੰਦਾ, ਤੇਗ ਦਾ ਵਾਰ ਸਹਿਣ ਵਾਲਾ ਖਾਣ ਵਾਲਾ ਤੇਗ ਬਹਾਦਰ ਅਸਲ ਵਿੱਚ ਹੁੰਦਾ। ਇਹ ਗੱਲ ਗਾਂਧੀ ਜੀ ਨੇ ਵੀ ਲਿਖੀ ਸੀ ਵੀ ਤੋਪ ਦੇ ਪਿਛਲੇ ਪਾਸੇ ਖੜਨ ਵਾਲਾ ਯੋਧਾ ਨਹੀਂ ਹੁੰਦਾ, ਤੋਪ ਦੇ ਮੋਹਰੇ ਖੜਨ ਵਾਲਾ ਯੋਧਾ ਹੁੰਦਾ। ਔਰ ਗੁਰੂ ਤੇਗ ਬਹਾਦਰ ਜੀ ਨੇ ਵੀ ਇਹੀ ਗੱਲ ਕਹੀ, ਤਲਵਾਰ ਚਲਾਉਣ ਵਾਲਾ ਯੋਧਾ ਨਹੀਂ ਹੁੰਦਾ, ਤਲਵਾਰ ਖਾਣ ਵਾਲਾ ਯੋਧਾ ਹੁੰਦਾ। ਇਸ ਕਰਕੇ ਤੇਗ ਬਹਾਦਰ ਉਹ ਆ ਜਿਹੜਾ ਆਪਣੇ ਤੇ ਤੇਗ ਦਾ ਵਾਰ ਸਹਿ ਸਕੇ, ਤੇਗ ਦਾ ਵਾਰ ਕਰਨ ਵਾਲਾ ਯੋਧਾ ਨਹੀਂ ਹੈ। ਔਰ ਫਿਰ ਉਹਨਾਂ ਨੇ ਜਲਾਦ ਨੂੰ ਕਿਹਾ, ਉਹ ਜਲਾਦ ਨੇ ਕਿਹਾ ਵੀ ਤੁਸੀਂ ਕੋਈ ਕਰਾਮਾਤ ਦਿਖਾਓ।
ਜਿਵੇਂ ਇਸਲਾਮ ਵਿੱਚ ਉਹਨਾਂ ਨੇ ਕਿਹਾ ਵੀ ਐਡਾ ਮਹਾਨ ਲੱਗਦਾ ਇਸ ਤਰ੍ਹਾਂ ਵੀ ਇਹਨਾਂ ਨੂੰ ਕਿਹਾ ਵੀ ਕਰਾਮਾਤ ਦਿਖਾਓ। ਉਹ ਕਹਿੰਦੇ ਨੌਵੇਂ ਪਾਤਸ਼ਾਹ ਪਹਿਲਾਂ ਕੋਈ ਕਰਾਮਾਤ ਦਿਖਾਉਣ ਲਈ ਰਾਜੀ ਨਹੀਂ ਸੀ ਹੋਏ ਜਦੋਂ ਔਰੰਗਜ਼ੇਬ ਨੇ ਕਿਹਾ ਤੱਕ ਕਰਾਮਾਤ ਦਿਖਾਓ, ਲੇਕਿਨ ਜਦੋਂ ਜਲਾਦ ਨੇ ਉਹਨਾਂ ਦੇ ਜ਼ੋਰ ਪਾਇਆ ਕਿ ਤੁਹਾਡੇ ਕੋਲ ਕੀ ਤਾਕਤ ਹੈ, ਕੀ ਕਰਾਮਾਤ ਹੈ, ਤੁਸੀਂ ਤਾਂ ਤਲਵਾਰ ਵੀ ਨਹੀਂ ਚਲਾ ਸਕਦੇ। ਔਰ ਫਿਰ ਉਹਨਾਂ ਨੇ ਕਿਹਾ ਕਿ ਜਲਾਦ ਨੂੰ ਕਿਹਾ ਵੀ ਤੂੰ ਜਿਹੜੀ ਤਲਵਾਰ ਤੂੰ ਘੁਮਾ ਰਿਹਾ ਮੇਰੇ ਸਾਹਮਣੇ, ਇਸ ਤਲਵਾਰ ਦੇ ਅੱਗੇ ਮੈਂ ਇੱਕ ਧਾਗਾ ਬੰਨ੍ਹ ਦਿੰਦਾ ਇੱਕ ਮੰਤਰ ਪੜ੍ਹ ਕੇ, ਔਰ ਤੇਰੀ ਤਲਵਾਰ ਮੇਰੀ ਧੌਣ ਨਹੀਂ ਕੱਟ ਸਕੂਗੀ। ਔਰ ਕਹਿੰਦੇ ਆ ਵੀ ਨੌਵੇਂ ਪਾਤਸ਼ਾਹ ਨੇ ਕਾਗਜ਼ ਲਿਆ, ਉੱਤੇ ਕੁਛ ਲਿਖਿਆ, ਔਰ ਉਹ ਕਾਗਜ਼ ਜਿਹੜਾ ਲਪੇਟ ਕੇ ਧਾਗੇ ਦੁਆਲੇ ਉਹ ਜਲਾਦ ਦੀ ਕਿਰਪਾਨ ਨਾਲ ਬੰਨ੍ਹ ਦਿੱਤਾ। ਔਰ ਕਿਹਾ ਉਹਨਾਂ ਨੇ ਜਲਾਦ ਨੂੰ ਵੀ ਤੂੰ ਇੰਨੇ ਜ਼ੋਰ ਨਾਲ, ਜਿੰਨੇ ਮਰਜ਼ੀ ਜ਼ੋਰ ਨਾਲ ਤੂੰ ਵਾਰ ਕਰੀ, ਮੇਰੀ ਧੌਣ ਨਹੀਂ ਕੱਟ ਹੋਊਗੀ। ਕਹਿੰਦੇ ਆ ਵੀ ਜਲਾਦ ਨੇ, ਹਾਂ ਉਸ ਵੇਲੇ ਇੱਕ ਘਟਨਾ ਹੋਰ ਮਿਲਦੀ ਆ ਕਿ ਨੌਵੇਂ ਪਾਤਸ਼ਾਹ ਨੇ ਉਸ ਵੇਲੇ ਉੱਥੇ ਖੂਹ ਸੀਗਾ, ਇੱਕ ਖੂਹ ਦੇ ਉੱਤੇ ਇਸ਼ਨਾਨ ਕੀਤਾ, ਔਰ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਮੈਂ ਜਪਜੀ ਸਾਹਿਬ ਦਾ ਪਾਠ ਕਰੂੰਗਾ, ਔਰ ਜਦੋਂ ਮੈਂ ਪਾਠ ਦੀ ਸਮਾਪਤੀ ਵੇਲੇ ਸਿਰ ਝੁਕਾਊਂਗਾ ਤੂੰ ਉਸ ਵੇਲੇ ਵਾਰ ਕਰਦੀ। ਇੱਕ ਗੱਲ ਮੈਂ ਛੋਟੀ ਜਿਹੀ ਹੋਰ ਦੱਸਣੀ ਚਾਹੁੰਦਾ ਕਿ ਉਹ ਜਿਹੜਾ ਥਾਂ ਸੀਗਾ ਜਿਹੜਾ ਜਿੱਥੇ ਔਰੰਗਜ਼ੇਬ ਨੇ ਚੁਣਿਆ ਉਹਨਾਂ ਨੂੰ ਸ਼ਹੀਦ ਕਰਨ ਲਈ, ਉਸ ਥਾਂ ਨੂੰ ਚਾਂਦਨੀ ਚੌਂਕ ਕਹਿੰਦੇ ਆ। ਔਰ ਕਹਿੰਦੇ ਆ ਵੀ ਔਰੰਗਜ਼ੇਬ ਦੀ ਭੈਣ ਨੇ ਉੱਥੇ ਇੱਕ ਚੌਂਕ ਬਣਾਇਆ ਸੀਗਾ, ਔਰ ਉਹ ਇਹੋ ਜਿਹਾ ਚੌਂਕ ਸੀਗਾ ਜਿਹਦੇ ਵਿੱਚ ਇੱਕ ਪਾਣੀ ਦਾ ਤਲਾਬ ਸੀਗਾ, ਔਰ ਪਾਣੀ ਦੇ ਤਲਾਬ ਵਿੱਚ ਚੰਦਰਮਾ ਦੀ ਚਮਕ ਇਹੋ ਜਿਹੀ ਪੈਂਦੀ ਸੀ ਕਿ ਚਾਰੇ ਪਾਸੇ ਰੌਸ਼ਨੀ ਹੁੰਦੀ ਸੀ। ਉਹ ਇਹੋ ਜਿਹਾ ਇੱਕ ਅਜੂਬਾ ਸੀਗਾ, ਇੱਕ ਸੋਹਜ ਦਾ ਅਜੂਬਾ, ਜਿਹਨੂੰ ਲੋਕ ਚਾਂਦਨੀ ਚੌਂਕ ਕਹਿਣ ਲੱਗ ਪਏ ਸੀਗੇ। ਔਰ ਜਿਸ ਵੇਲੇ ਔਰੰਗਜ਼ੇਬ ਜਿਹੜਾ ਉਹ ਇਸ ਤਰ੍ਹਾਂ ਦਾ ਸੋਹਜਾਤਮਕ ਚੀਜ਼ਾਂ ਪਸੰਦ ਨਹੀਂ ਸੀ ਕਰਦਾ, ਔਰ ਔਰੰਗਜ਼ੇਬ ਨੇ ਆਪਣੀ ਭੈਣ ਵੱਲੋਂ ਬਣਾਏ ਗਏ ਉਸ ਚਾਂਦਨੀ ਚੌਂਕ ਨੂੰ ਇੱਕ ਅਟਰੈਕਸ਼ਨ ਦਾ ਕੇਂਦਰ ਨਹੀਂ ਬਣਾਇਆ ਵੀ ਲੋਕ ਦੇਖਣ ਆ ਕੇ, ਜਿਵੇਂ ਅਜਾਇਬ ਘਰ ਹੁੰਦਾ ਜਾਂ ਕਿਸ ਤਰ੍ਹਾਂ ਕੋਈ ਚੀਜ਼ ਹੁੰਦੀ ਆ, ਉਹਨੇ ਉਹਨੂੰ ਕਤਲਗਾਹ ਬਣਾ ਲਿਆ। ਔਰ ਹਰੇਕ ਫਕੀਰ, ਹਰੇਕ ਜਿਹਦਾ ਵੀ ਕਤਲ ਕਰਦਾ ਸੀਗਾ ਉਸ ਚਾਂਦਨੀ ਚੌਂਕ 'ਚ ਕਤਲ ਕਰਦਾ ਸੀਗਾ। ਔਰ ਔਰੰਗਜ਼ੇਬ ਨੇ ਉਸ ਨੌਵੇਂ ਪਾਤਸ਼ਾਹ ਨੂੰ ਉਸ ਚਾਂਦਨੀ ਚੌਂਕ ਦੇ ਵਿੱਚ ਕਤਲ ਕਰਨ ਲਈ ਉਹ ਜਗ੍ਹਾ ਨੂੰ ਚੁਣਿਆ, ਥੜੇ ਦੇ ਉੱਤੇ ਬਿਠਾਇਆ ਗਿਆ। ਔਰ ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੈਂ ਜਪਜੀ ਸਾਹਿਬ ਦਾ ਪਾਠ ਸਮਾਪਤ ਕਰੂੰਗਾ ਔਰ ਜਦੋਂ ਮੈਂ ਅਖੀਰਲੇ ਸ਼ਲੋਕ ਵੇਲੇ ਸਿਰ ਝੁਕਾਊਂਗਾ ਉਸ ਵੇਲੇ ਵਾਰ ਕਰ ਦੇਣਾ। ਕਹਿੰਦੇ ਉਹ ਤੈਅ ਗੱਲ ਦੇ ਮੁਤਾਬਕ ਜਦੋਂ ਪਾਤਸ਼ਾਹ ਨੇ ਆਖਰੀ ਸ਼ਲੋਕ ਪੜ੍ਹਿਆ ਔਰ ਅਖੀਰ ਦੇ ਵਿੱਚ ਸਿਰ ਨੂੰ ਹੇਠਾਂ ਝੁਕਾਇਆ ਤੇ ਜਲਾਦ ਨੇ ਬੜੇ ਜੋਸ਼ੀਲੇ ਢੰਗ ਨਾਲ ਉਹਨਾਂ ਦੀ ਧੌਣ ਦੇ ਉੱਤੇ ਵਾਰ ਕੀਤਾ। ਔਰ ਜਦੋਂ ਵਾਰ ਕੀਤਾ ਉਹਨਾਂ ਦੀ ਧੌਣ ਕੱਟੀ ਗਈ। ਜਲਾਦ ਬੜਾ ਹੈਰਾਨ ਹੋਇਆ ਵੀ ਇਹ ਤਾਂ ਕਹਿੰਦੇ ਸੀ ਧੌਣ ਕੱਟੀ ਨਹੀਂ ਜਾਊਗੀ, ਵੀ ਧੌਣ ਕੱਟੀ ਗਈ, ਇਹ ਕੀ ਹੋਇਆ, ਇਹ ਕਾਹਦੀ ਕਰਾਮਾਤ ਹੋਈ। ਲੇਕਿਨ ਜਦੋਂ ਉਹਨੇ ਆਪਣੀ ਤਲਵਾਰ ਵੱਲ ਦੇਖਿਆ, ਉਹਦੇ ਤਲਵਾਰ ਨਾਲ ਬੰਨੇ ਹੋਏ ਕਾਗਜ਼ ਨੂੰ ਖੋਲ੍ਹਿਆ ਉਹਨੇ, ਔਰ ਕਾਗਜ਼ ਨੂੰ ਖੋਲ੍ਹ ਕੇ ਪੜ੍ਹਿਆ, ਉਹਦੇ ਵਿੱਚ ਲਿਖਿਆ ਹੋਇਆ ਸੀਗਾ ਸੀਸ ਦਿਆ ਪਰ ਸਿਰ ਨਾ ਦਿਆ। ਔਰ ਕਹਿੰਦੇ ਵੀ ਉਹ ਪੜ੍ਹ ਕੇ ਜਲਾਦ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਸੀਗਾ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ, ਔਰੰਗਜ਼ੇਬ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਸੀਗਾ ਵੀ ਇਹ ਅਸੀਂ ਕੀ ਕਰ ਬੈਠੇ। ਇਸ ਗੱਲ ਦਾ ਸਬੂਤ ਇਸ ਗੱਲ ਤੋਂ ਮਿਲਦਾ ਕਿ ਜਿਸ ਵੇਲੇ ਔਰੰਗਜ਼ੇਬ ਦਾ ਆਖਰੀ ਸਮਾਂ ਆਇਆ ਔਰ ਉਹਨੇ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ 2 ਚਿੱਠੀਆਂ ਲਿਖੀਆਂ। ਉਹ ਚਿੱਠੀਆਂ ਸਰ ਜਾਦੂਨਾਥ ਸਰਕਾਰ ਨੇ ਔਰੰਗਜ਼ੇਬ ਦੇ ਇਤਿਹਾਸ ਵਾਲੀ ਕਿਤਾਬ ਦੇ ਵਿੱਚ ਉਹ ਚਿੱਠੀਆਂ ਛਾਪੀਆਂ ਹੋਈਆਂ ਦੋਨੇ। ਔਰ ਚਿੱਠੀਆਂ ਜਦੋਂ ਅਸੀਂ ਪੜ੍ਹਦੇ ਹਾਂ ਉਹ ਐਂ ਪੜ੍ਹਨ ਲੱਗਦਾ ਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਆ ਉਹ ਔਰੰਗਜ਼ੇਬ ਦੇ ਉੱਤੇ ਇੰਨਾ ਅਸਰ ਕੀਤਾ ਹੋਇਆ ਉਹਨਾਂ ਗੱਲਾਂ ਦਾ ਕਿ ਉਹ ਚਿੱਠੀ ਨੌਵੇਂ ਪਾਤਸ਼ਾਹ ਦੇ ਸਲੋਕ ਹੀ ਲੱਗਦੇ ਆ, ਜਿਵੇਂ ਉਹਨਾਂ ਦੇ ਸਲੋਕਾਂ ਦੀ ਉਹਨੇ ਤਰਜਮਾਨੀ ਕੀਤੀ ਹੋਵੇ। ਔਰੰਗਜ਼ੇਬ ਕਹਿੰਦਾ ਵੀ ਦੁਨੀਆ 'ਚ ਕੁਛ ਨਹੀਂ ਹੈ, ਮੈਂ ਬਹੁਤ ਗਲਤ ਕੰਮ ਕਰਦਾ ਰਿਹਾ, ਰੱਬ ਮੇਰੇ ਅੰਦਰ ਵੱਸਦਾ ਸੀਗਾ, ਮੈਂ ਉਹਨੂੰ ਦੇਖ ਨਾ ਸਕਿਆ, ਇਹ ਸਾਰੀ ਦੁਨੀਆ ਝੂਠ ਹੈ, ਇਹ ਸਾਰਾ ਕੁਝ ਫਜ਼ੂਲ ਹੈ, ਕੁਛ ਵੀ ਸੱਚਾ ਨਹੀਂ ਹੈ, ਸਿਰਫ ਰੱਬ ਦਾ ਨਾਮ ਸੱਚਾ। ਇਸ ਤਰ੍ਹਾਂ ਦੀ ਗੱਲਾਂ ਔਰੰਗਜ਼ੇਬ ਨੇ ਮਰਨ ਵੇਲੇ ਆਪਣੇ ਬੱਚਿਆਂ ਨੂੰ ਲਿਖੀਆਂ। ਔਰ ਉਹ ਗੱਲਾਂ ਜਿਹੜੀਆਂ ਇਸ ਤਰ੍ਹਾਂ ਲੱਗਦੀਆਂ ਜਿਵੇਂ ਉਹਦੇ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਦਾ ਇੰਨਾ ਜ਼ਿਆਦਾ ਪ੍ਰਭਾਵ ਪੈ ਗਿਆ ਹੋਵੇ, ਉਹਦਾ ਅਸਰ ਪੈ ਗਿਆ ਹੋਵੇ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨੌਵੇਂ ਪਾਤਸ਼ਾਹ ਦਾ ਸੀਸ ਜਿਹੜਾ ਉਹ ਕਲਮ ਕਰ ਦਿੱਤਾ ਗਿਆ। ਉਹ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਔਰੰਗਜ਼ੇਬ ਦਾ ਹੁਕਮ ਸੀਗਾ ਜਿਹਨੂੰ ਵੀ ਉੱਤੇ ਸ਼ਹੀਦ ਕੀਤਾ ਜਾਂਦਾ, ਜਿਹੜਾ ਵੀ ਹਕੂਮਤ ਦੇ ਵਿਰੁੱਧ ਬਗਾਵਤ ਕਰਦਾ ਉਹਨੂੰ ਕਤਲ ਕਰਕੇ ਉਹਦੇ ਅੰਗ ਪੈਰ ਕੱਟ ਕੇ
ਦਿੱਲੀ ਦੇ ਦਰਖਤਾਂ ਦੇ ਨਾਲ ਲਟਕਾ ਦਿੱਤੇ ਜਾਣ, ਤਾਂ ਕਿ ਜਿਹੜੇ ਪ੍ਰਜਾ ਜਿਹੜੀ ਇੰਨੀ ਭੈਭੀਤ ਹੋ ਜਾਵੇ ਉਹ ਹਕੂਮਤ ਦੇ ਖਿਲਾਫ ਨਾ ਸੋਚ ਸਕੇ। ਅਸੀਂ ਸਾਰੇ ਜਾਣਦੇ ਹਾਂ ਕਿ ਉਸ ਵੇਲੇ ਇੱਕ ਦਿੱਲੀ ਦੇ ਸਿੱਖ ਲੱਖੀ ਸ਼ਾਹ ਬੰਜਾਰੇ ਨੇ 9ਵੇਂ ਪਾਤਸ਼ਾਹ ਦੇ ਧੜ ਦਾ ਜਿਹੜਾ ਉਹਨੂੰ ਚੱਕ ਲਿਆ ਔਰ ਉਹਨਾਂ ਨੂੰ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਉਹਨੇ ਧੜ ਦਾ ਸੰਸਕਾਰ ਕੀਤਾ। ਔਰ ਦੂਜਾ ਜਿਹੜਾ 9ਵੇਂ ਪਾਤਸ਼ਾਹ ਦਾ ਸੀਸ ਸੀਗਾ ਉਹ ਭਾਈ ਜੈਤਾ ਜੀ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਠਾ ਲਿਆ ਔਰ ਆਪਣੀ ਹਿੱਕ ਨਾਲ ਲਾ ਕੇ ਉਹ ਅਨੰਦਪੁਰ ਸਾਹਿਬ ਆ ਗਏ। ਅਨੰਦਪੁਰ ਸਾਹਿਬ ਆ ਕੇ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਤੇ ਮਾਤਾ ਗੁਜਰੀ ਜੀ ਨੇ ਭਾਈ ਜੈਤੇ ਨੂੰ ਰਿਸੀਵ ਕੀਤਾ ਕਿ ਜਾ ਕੇ, ਔਰ ਉਹਨਾਂ ਨੇ ਅਨੰਦਪੁਰ ਸਾਹਿਬ ਜਾ ਕੇ ਔਰ ਸੀਸ ਦਾ ਸੰਸਕਾਰ ਕੀਤਾ। ਉਹ ਸਥਾਨ ਨੂੰ ਅੱਜ ਕੱਲ੍ਹ ਸੀਸ ਗੰਜ ਜਿਹੜਾ ਕਿਹਾ ਜਾਂਦਾ ਹੈ ਉਹ ਅਨੰਦਪੁਰ ਸਾਹਿਬ ਗੁਰਦੁਆਰਾ। ਤੇ 9ਵੇਂ ਪਾਤਸ਼ਾਹ ਦਾ ਜਿਹੜਾ ਜੀਵਨ ਹੈ ਉਹ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹ ਤਿਆਗ, ਤੇਗ ਤੇ ਸ਼ਹਾਦਤ, ਇਹ ਤਿੰਨ ਜਿਹੜੇ ਆ ਚੀਜ਼ਾਂ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਸੰਕੇਤ ਜਿਹੜੇ ਆ, ਬੜੇ ਪਾਵਰਫੁਲ ਸੰਕੇਤ ਜਿਹੜੇ ਸਾਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਮਿਲਦੇ ਆ। ਉਹ ਤਿਆਗ, ਉਹ ਤੇਗ ਜਿਹੜੀ ਉਹਨਾਂ ਨੂੰ ਸ਼ਹਾਦਤ ਤੱਕ ਲੈ ਕੇ ਜਾਂਦੀ ਹੈ। ਤੇ ਮੇਰਾ ਖਿਆਲ ਹੈ ਵੀ ਸਮਾਂ ਵੀ ਹੋ ਗਿਆ। 9ਵੇਂ ਪਾਤਸ਼ਾਹ ਦੀ ਜ਼ਿੰਦਗੀ ਸਾਨੂੰ ਉਹਨਾਂ ਦੀ ਬਾਣੀ ਦਾ ਪੱਖ ਰਹਿ ਗਿਆ। ਫਿਰ ਕਿਤੇ ਸਮਾਂ ਮਿਲਿਆ ਉਹ ਇੱਕ ਇੰਡੀਪੈਂਡੈਂਟ ਇੱਕ ਪੂਰਾ ਮਜ਼ਮੂਨ ਬਣਦਾ ਉਹਨਾਂ ਦੀ ਬਾਣੀ ਬਾਰੇ ਵੀ। ਲੇਕਿਨ ਗੁਰੂ ਸਾਹਿਬ ਜਿਹੜੀ ਉਹਨਾਂ ਦੀ ਜੀਵਨ ਆ, ਉਹਨਾਂ ਦੀ ਜੀਵਨ ਸ਼ੈਲੀ ਆ, ਉਹਨਾਂ ਦਾ ਜੀਵਨ ਦਾ ਇਤਿਹਾਸ ਹੈ, ਉਹ ਅਸਲ ਵਿੱਚ ਉਹਨਾਂ ਦੀ ਬਾਣੀ ਦਾ ਤਰਜਮਾ ਹੀ ਆ। ਕਿ ਉਹਨਾਂ ਦੀ ਬਾਣੀ ਪੜ੍ਹ ਲਓ, ਉਹਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ। ਉਹਨਾਂ ਦਾ ਜੀਵਨ ਪੜ੍ਹ ਲਓ, ਉਹਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ। ਮੈਂ ਇੰਨੀਆਂ ਗੱਲਾਂ ਨਾਲ ਹੀ ਖਿਮਾ ਜਾਤੀਆਂ ਕੋਈ ਗਲਤ ਗੱਲ ਕਹਿ ਗਈ ਹੋਵੇ ਗੁਰੂ ਸਾਹਿਬ ਬਾਰੇ ਬੋਲਦੇ ਆ, ਕਈ ਵਾਰੀ ਸਾਨੂੰ ਉਚਿਤ ਲਫ਼ਜ਼ ਨਹੀਂ ਆਉਂਦੇ ਮੌਕੇ ਦੇ ਉੱਤੇ ਕਰਨਾ। ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਆਪਣੇ ਕਾਲਜ ਵਿੱਚ ਬੁਲਾਇਆ, ਸੁਣਿਆ, ਤੇ ਅਸਲ ਵਿੱਚ ਮੇਰਾ ਹੀ ਕਾਲਜ ਹੈ। ਬਹੁਤ ਬਹੁਤ ਮਿਹਰਬਾਨੀ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਬਹੁਤ ਹੀ ਵਧੀਆ ਤੇ ਸਰਲ ਤਰੀਕੇ ਨਾਲ ਅੱਜ ਦੇ ਵੈਬੀਨਾਰ ਦੇ ਵਿਸ਼ੇ ਸੰਬੰਧੀ ਵਿਚਾਰਾਂ ਨੂੰ ਬਹੁਤ ਵਿਸਥਾਰ ਵਿੱਚ ਪੇਸ਼ ਕੀਤਾ। ਤੇ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਸਾਰੇ ਗੁਰੂ ਜੀ ਦੇ ਜੀਵਨ ਫਲਸਫੇ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਵਾਂਗੇ ਤੇ ਉਸਾਰੂ ਸਮਾਜ ਲਈ ਸਕਾਰਾਤਮਕ ਕੋਸ਼ਿਸ਼ ਕਰਾਂਗੇ। ਹੁਣ ਪ੍ਰਸ਼ਨ ਉੱਤਰ ਸੈਸ਼ਨ ਦੇ ਤਹਿਤ ਡਾਕਟਰ ਵਿਕਾਸ ਕੁਮਾਰ ਜੀ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਉਹ ਇੱਕ ਵਾਰ ਚੈਟ ਬਾਕਸ ਚੈੱਕ ਕਰ ਲੈਣ। ਜੇ ਕਿਸੇ ਪਾਰਟਿਸਪੈਂਟ ਦਾ ਕੋਈ ਕੁਐਸਚਨ ਹੈ ਤਾਂ ਸਰਦਾਰ ਪ੍ਰੋਫੈਸਰ ਅਵਤਾਰ ਸਿੰਘ ਜੀ ਉਸ ਦਾ ਸ਼ੰਕਾ ਦਾ ਨਿਵਾਰਨ ਕਰ ਸਕਣ। ਡਾਕਟਰ ਵਿਕਾਸ ਕੁਮਾਰ ਜੀ। ਬਹੁਤ ਬਹੁਤ ਧੰਨਵਾਦ ਮੈਮ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਅਵਤਾਰ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਹੀ ਸਰਲ ਤਰੀਕੇ ਨਾਲ ਗੁਰੂ ਜੀ ਦੇ ਸਾਰੇ ਜੀਵਨ ਨੂੰ ਸਰੋਤਿਆਂ ਅੱਗੇ ਪੇਸ਼ ਕੀਤਾ। ਹਜੇ ਤੱਕ ਤਾਂ ਚੈਟ ਬਾਕਸ 'ਚ ਕੋਈ ਐਵੇਂ ਦਾ ਕੁਐਸਚਨ ਨਹੀਂ ਆਇਆ, ਕੋਈ ਵੀ ਕੁਐਸਚਨ ਨਹੀਂ ਆਇਆ। ਫਿਰ ਵੀ ਮੈਂ ਸਾਰੇ ਪਾਰਟਿਸਪੈਂਟਸ ਨੂੰ ਰਿਕੁਐਸਟ ਕਰਾਂਗਾ ਕਿ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਸਚਨ ਅਗਰ ਪ੍ਰੋਫੈਸਰ ਅਵਤਾਰ ਸਿੰਘ ਜੀ ਕੋ ਕੋਈ ਪੁੱਛਣਾ ਚਾਹੁੰਦਾ ਹੈ ਤੇ ਉਹ ਕਾਈਂਡਲੀ ਚੈਟ ਬਾਕਸ ਦੇ ਵਿੱਚ ਟਾਈਪ ਕਰ ਦੇਣ, ਜਾਂ ਅਗਰ ਉਹ ਚਾਹੁੰਦੇ ਨੇ ਤੇ ਆਪਣਾ ਹੈਂਡ ਰੇਜ਼ ਕਰ ਦੇਣ, ਅਸੀਂ ਉਹਨਾਂ ਨੂੰ ਅਨਮਿਊਟ ਕਰਕੇ ਵੀ ਕੁਐਸਚਨ ਲੈ ਸਕਦੇ ਹਾਂ। ਪ੍ਰੋਫੈਸਰ ਸਾਹਿਬ, ਮੈਂ ਇੱਕ ਰਿਕੁਐਸਟ ਕਰਾਂਗਾ ਕਿ ਜਿਹੜੀ ਅੱਜ ਦੀ ਜਨਰੇਸ਼ਨ ਆ, ਜਿਹੜੇ ਅੱਜ ਦੇ ਬੱਚੇ ਨੇ, ਅਗਰ ਉਹ ਆਪਣੇ ਗੁਰੂ ਜੀ ਤੋਂ ਕੋਈ ਸਿੱਖਿਆ ਲੈਣੀ ਚਾਹਣ, ਜਾਂ ਜਿਹੜੀ ਮੇਨ ਸਿੱਖਿਆ ਉਹਨਾਂ ਦੇ ਜੀਵਨ ਤੋਂ ਜਿਹੜੀ ਸਭ ਨੂੰ ਲੈਣੀ ਚਾਹੀਦੀ ਆ ਜਾਂ ਮਿਲਦੀ ਆ, ਉਹਦੇ ਬਾਰੇ ਅਗਰ ਥੋੜਾ ਜਿਹਾ ਚਾਨਣਾ ਪਾਉਣ ਤੇ ਵਧੀਆ ਹੋਏਗਾ। ਸਭ ਤੋਂ ਪ੍ਰਮੁੱਖ। ਹਾਂਜੀ ਪ੍ਰੋਫੈਸਰ ਅਵਤਾਰ ਸਿੰਘ ਜੀ। ਹਾਂਜੀ ਹਾਂਜੀ ਸਰ। ਜਿਹੜੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਜੀ, ਹਾਂਜੀ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਇੱਕ ਪੋਜੈਸਿਵ ਨੇਚਰ ਸਾਡੀ ਬਹੁਤ ਹੋ ਗਈ, ਸਮਾਨ ਇਕੱਠਾ ਕਰਨ ਦੀ ਸਾਡੀ ਬਿਰਤੀ ਬਹੁਤ ਜ਼ਿਆਦਾ ਬਣ ਗਈ, ਔਰ ਨਿੱਜਵਾਦ ਜਿਹੜਾ ਸਾਡੇ ਤੇ ਬਹੁਤ ਜ਼ਿਆਦਾ ਭਾਰੂ ਹੋ ਗਿਆ। ਔਰ ਤੁਸੀਂ ਦੇਖ ਲਓ ਵੀ ਇਹ ਸਾਡਾ ਪੰਜਾਬ, ਜਿਹਦੇ ਅਸੀਂ ਆਪਣੇ ਗੀਤਾਂ ਵਿੱਚ, ਆਪਣੇ ਵਿਚਾਰਾਂ 'ਚ ਬਹੁਤ ਸੋਹਲੇ ਗਾਉਂਦੇ ਹਾਂ, ਔਰ ਅਸੀਂ ਸਮਝਦੇ ਹਾਂ ਵੀ ਸਾਰੀ ਦੁਨੀਆ ਦੇ ਉੱਤੋਂ ਪੰਜਾਬ ਜਿਹੜਾ ਇਹ ਬਹੁਤ ਵੱਡਾ, ਜਿਵੇਂ ਸਾਡੇ ਕਵੀਆਂ ਨੇ ਕਿਹਾ ਵੀ ਫੁੱਲਾਂ ਵਿੱਚ ਫੁੱਲ ਗੁਲਾਬ ਨਹੀਂ ਸਹੀ ਹੋ, ਦੇਸ਼ਾਂ ਵਿੱਚ ਦੇਸ਼ ਸੋਹਣਾ ਗੁਲਾਬ ਨਹੀਂ ਸਹੀ ਹੋ। ਔਰ ਸੱਚਮੁੱਚ ਸਾਡਾ ਦੇਸ਼ ਇਸ ਤਰ੍ਹਾਂ ਸੀਗਾ ਵੀ ਹਰ ਪੱਖ ਤੋਂ। ਪਰ ਤੁਸੀਂ ਦੇਖੋ ਵੀ ਅੱਜ ਕਿਉਂ ਕੋਈ ਬੱਚਾ ਪੰਜਾਬ ਦਾ, ਚਾਹੇ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਚਾਹੇ ਕਿਸੇ ਵੀ ਪਿੰਡ ਦਾ ਜਾਂ ਸ਼ਹਿਰ ਦਾ, ਕਿਉਂ ਕੋਈ ਇੱਥੇ ਨਹੀਂ ਰਹਿਣਾ ਚਾਹੁੰਦਾ ਹੈ? ਕਿਉਂ ਇੱਥੇ ਕੋਈ ਵਸਣਾ ਨਹੀਂ ਚਾਹੁੰਦਾ ਹੈ? ਚਾਹੇ ਕੁੜੀਆਂ ਚਾਹੇ ਮੁੰਡੇ, ਸਾਰੇ ਕਿਸੇ ਨਾ ਕਿਸੇ ਤਰ੍ਹਾਂ ਚਾਹੁੰਦੇ ਵੀ ਸਾਡਾ ਇਸ ਪੰਜਾਬ ਤੋਂ ਖਹਿੜਾ ਛੁੱਟ ਜਾਵੇ। ਤੇ ਮੈਂ ਠੀਕ ਹੈ ਵੀ ਸਾਡੇ ਸਰਕਾਰੀ ਨਿਜ਼ਾਮ
ਉਹਦੇ ਵਿੱਚ ਨੁਕਸ ਹੈ, ਕਿਤੇ ਨਾ ਕਿਤੇ ਹਰ ਚੀਜ਼ ਵਿੱਚ ਤੁਸੀਂ ਨੁਕਸ ਲੱਭ ਸਕਦੇ ਆ ਔਰ ਜਸਟੀਫਾਈ ਕਰ ਸਕਦੇ ਆ, ਲੇਕਿਨ ਕਿਤੇ ਨਾ ਕਿਤੇ ਸਾਡੇ ਵਿਸ਼ਵਾਸ ਦੇ ਵਿੱਚ ਵੀ ਕਮੀ ਆ, ਸਾਡੀ ਜਿਹੜੀ ਆ ਸਾਡੀ ਪਰਵਰਿਸ਼ ਆ ਉਹਦੇ ਵਿੱਚ ਕਮੀ ਆ। ਅਸੀਂ ਜਿਹੜੀ ਆ ਕੋਈ ਵੀ ਦੇਖੋ, ਗੁਰੂ ਸਾਹਿਬ ਨੇ ਤਕਲੀਫ ਸਹਿਣ ਦਾ ਮਾਰਗ ਚੁਣਿਆ, ਜਿਹੜਾ ਸ਼ਹਾਦਤ ਤੱਕ ਚਲਾ ਗਿਆ, ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ। ਪਿੱਛੇ ਜੇ ਮੇਰੇ ਵਾਈਫ ਬੈਂਕ ਵਿੱਚ ਕੰਮ ਕਰਦੇ ਆ, ਉਹਨਾਂ ਦੇ ਕੋਲ ਕੋਈ ਲੇਡੀ ਇੰਗਲੈਂਡ ਤੋਂ ਉਹ ਆਏ ਤੇ ਉਹ ਮਿਲਣ ਆਏ, ਸਾਡੇ ਘਰੇ ਆ ਗਏ ਤੇ ਮੇਰੀ ਵਾਈਫ ਚਾਹ ਬਣਾਉਣ ਲੱਗ ਪਏ ਤੇ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਏ। ਤੇ ਮੈਂ ਵੀ ਜਿਵੇਂ ਹੁੰਦਾ ਵੀ ਅਸੀਂ ਕਿਤਾਬੀ ਜੇ ਬੰਦੇ ਆ, ਕਿਤਾਬਾਂ ਦੀ ਗੱਲਾਂ ਕਰਦੇ ਰਹਿੰਦੇ ਆ ਤੇ ਆਮ ਦੁਨੀਆ ਨਾਲ ਗੱਲਬਾਤ ਸਾਨੂੰ ਕਰਨੀ ਵੀ ਨਹੀਂ ਆਉਂਦੀ, ਤੇ ਮੈਂ ਚੁੱਪ ਕਰਕੇ ਬੈਠਾ ਰਿਹਾ ਵੀ ਇਹਨਾਂ ਨਾਲ ਕਿਹੜੀ ਗੱਲ ਕਰਾਂ। ਤੇ ਔਰ ਉਸ ਲੇਡੀ ਨੇ ਮੈਨੂੰ ਕਿਹਾ, ਭਾਜੀ ਤੁਸੀਂ ਕਿਤੇ ਬਾਹਰ ਨਹੀਂ ਗਏ? ਤੇ ਅਕਸਰ ਤੁਸੀਂ ਦੇਖੋ ਵੀ ਸਾਡੇ ਇਹੀ ਸਵਾਲ ਪੁੱਛਿਆ ਜਾਂਦਾ, ਕੋਈ ਬੰਦਾ ਤੁਹਾਨੂੰ ਅੱਜ ਵੀ ਮਿਲੇ ਉਹਨੂੰ ਇਹੀ ਸਵਾਲ ਹੀ ਹੁੰਦਾ ਵੀ ਤੁਸੀਂ ਕਿਤੇ ਬਾਹਰ ਨਹੀਂ ਗਏ? ਤੇ ਮੈਂ ਜੀ ਨਹੀਂ, ਮੈਂ ਗਿਆ ਨਹੀਂ ਬਾਹਰ। ਔਰ ਉਹਨਾਂ ਨੇ ਫਿਰ ਕਹਿੰਦੇ ਵੀ ਤੁਸੀਂ ਕਿਤੇ ਜਾ ਕੇ ਦੇਖੋ, ਤੁਸੀਂ ਪੰਜਾਬ ਨੂੰ ਭੁੱਲ ਜਾਓਗੇ। ਤੇ ਮੈਂ ਜੀ ਮੈਂ ਤਾਂ ਹੀ ਨਹੀਂ ਜਾਂਦਾ ਹੈ ਕਿ ਮੈਨੂੰ ਕਿਤੇ ਪੰਜਾਬ ਹੀ ਨਾ ਭੁੱਲ ਜਾਵੇ। ਫਿਰ ਉਹ ਕਹਿੰਦੇ ਇੱਥੇ ਕਹਿੰਦੀ ਧੂੜ ਬਹੁਤ ਆ ਪੰਜਾਬ ਵਿੱਚ। ਤੇ ਮੈਂ ਜੀ ਵੀ ਧੂੜ ਨਹੀਂ ਹੈ, ਇੱਥੇ ਸਾਡੇ ਗੁਰੂਆਂ ਦੀ ਧਰਤੀ ਆ, ਗੁਰੂਆਂ ਦੇ ਪੈਰ ਲੱਗੇ ਹੋਏ ਆ, ਵੀ ਲੋਕ ਕਹਿੰਦੇ ਵੀ ਉਹ ਧੂੜ ਜਾ ਕੇ ਮੱਥੇ ਲਾਉਣੀ ਚਾਹੀਦੀ ਆ, ਤੁਸੀਂ ਕਹਿੰਦੇ ਧੂੜ ਬਹੁਤ ਹੈ, ਮੈਨੂੰ ਛੱਡ ਕੇ ਚਲੇ ਜਾਣਾ ਚਾਹੀਦਾ। ਤੇ ਯਾਨੀ ਕਿ ਅਸੀਂ ਐਵੇਂ ਛੋਟੀਆਂ ਗੱਲਾਂ ਬਣਾਈਆਂ ਹੋਈਆਂ ਵੀ ਇੱਥੇ ਧੂੜ ਬਹੁਤ ਆ, ਇੱਥੇ ਤੁਸੀਂ ਪੰਜਾਬ ਨੂੰ ਭੁੱਲ ਜਾਓਗੇ, ਇੱਥੇ ਗਰਮੀ ਬਹੁਤ ਹੈ। ਇਹ ਗੱਲਾਂ ਠੀਕ ਹੈਗੀਆਂ, ਧੂੜ ਵੀ ਬਹੁਤ ਆ, ਸੜਕਾਂ ਟੁੱਟੀਆਂ ਹੋਈਆਂ, ਨੌਕਰੀ ਨਹੀਂ ਮਿਲਦੀ, ਪੜ੍ਹਾਈ ਨਹੀਂ ਠੀਕ, ਮਹਿੰਗਾਈ, ਸਾਰੀਆਂ ਗੱਲਾਂ ਠੀਕ ਹੈ, ਲੇਕਿਨ ਇਸ ਦੇ ਬਾਵਜੂਦ ਸਾਡੇ ਅੰਦਰ ਬਰਦਾਸ਼ਤ ਕਰਨ ਦਾ ਮਾਦਾ ਘਟਿਆ, ਸਾਡੇ ਅੰਦਰ ਸਹਿਣ ਕਰਨ ਦਾ ਮਾਦਾ ਘਟਿਆ, ਸਾਡੇ ਅੰਦਰ ਇੱਕ ਨਿੱਜਵਾਦ ਆ ਗਿਆ ਕਿ ਮੈਂ ਆਪਣੇ ਆਪ ਨੂੰ ਬਾਹਰ ਕੱਢ ਲਵਾਂ, ਬਾਕੀ ਪਰਿਵਾਰ ਇੱਥੇ ਗਰਮੀ ਛੜੇ, ਮਹਿੰਗਾਈ ਛੜੇ, ਸਾਰੇ ਜੋ ਮਰਜ਼ੀ ਇੱਥੇ ਭੁਗਤੀ ਜਾਣ। ਵੀ ਇੱਕ ਬੱਚਾ ਜਿਹੜਾ ਉਹ ਸਮਝਦਾ ਕਿ ਮੈਨੂੰ ਹੁਣ ਪੜ੍ਹਾਤਾ ਵੀ ਮੈਂ ਇੱਥੋਂ ਨਿਕਲ ਕੇ ਬਾਹਰ ਚਲੇ ਜਾਵਾਂ। ਤੁਸੀਂ ਦੇਖੋ ਕਿੱਦਾਂ ਇਹ ਸੰਭਵ ਹੈ, ਕੋਈ ਕਿਵੇਂ ਆਪਣੇ ਇਹ ਮੁਸ਼ਕਿਲਾਂ ਨੂੰ, ਕਿਵੇਂ ਕੋਈ ਆਪਣੇ ਮੁਸ਼ਕਿਲਾਂ ਵਿੱਚ ਆਪਣੇ ਸਾਰੇ ਪਰਿਵਾਰ ਨੂੰ ਛੱਡ ਕੇ ਕਿਵੇਂ ਬੱਚੇ ਨਿਕਲ ਜਾਂਦੇ ਆ ਬਾਹਰ। ਤੇ ਕਿਤੇ ਨਾ ਕਿਤੇ ਸਾਡੀ ਤਰਬੀਅਤ, ਸਾਡੀ ਜਿਹੜੀ ਆ ਉਹਦੇ ਵਿੱਚ ਘਾਟ ਆ ਵੀ ਅਸੀਂ ਨਿੱਜਵਾਦੀ ਹੋ ਗਏ ਆ, ਅਸੀਂ ਪਦਾਰਥਵਾਦੀ ਹੋ ਗਏ ਆ, ਅਸੀਂ ਆਪਣੇ ਆਪ ਨੂੰ ਮੁਕਤ ਕਰਨਾ ਚਾਹੁੰਦੇ ਆ। ਗੁਰੂ ਸਾਹਿਬ ਦੀ ਸਿੱਖਿਆ ਸਾਨੂੰ ਇਹ ਦਿੰਦੀ ਆ ਕਿ ਇੱਕ ਤਾਂ ਤਕਲੀਫ ਸਹਿਣੀ ਸਿੱਖੋ, ਮੁਸ਼ਕਿਲਾਂ ਵਿੱਚ ਰਹਿਣਾ ਸਿੱਖੋ, ਔਰ ਮੁਸ਼ਕਿਲਾਂ ਵਿੱਚ ਰਹਿੰਦੇ ਹੋਏ ਸਾਰੇ ਇਕੱਠੇ ਹੋ ਕੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰੋ, ਦੂਜੇ ਲਈ ਆਪਾਂ ਕੁਰਬਾਨ ਕਰੋ। ਤੇ ਖਾਸ ਤੌਰ ਤੇ ਸਭ ਤੋਂ ਵੱਡੀ ਜਿਹੜੀ ਗੁਰੂ ਦੀ ਸਿੱਖਿਆ ਉਹ ਇਹ ਆ ਵੀ ਜ਼ਿੰਦਗੀ ਵਿੱਚ ਪਦਾਰਥ ਵੀ ਹਾਸਲ ਕਰੋ, ਪਰ ਨਾਲ ਸੰਨਿਆਸੀ ਵਾਲੀ ਭਾਵਨਾ ਵੀ ਆਪ ਰੱਖੋ। ਜਿਵੇਂ ਪ੍ਰਵਿਰਤੀ ਤੇ ਨਿਵਰਤੀ ਮਾਰਗ ਦਾ ਤੁਹਾਨੂੰ ਸੰਗਮ ਦੱਸਿਆ ਆਨੰਦਪੁਰ ਸਾਹਿਬ, ਇਸ ਤਰ੍ਹਾਂ ਸੰਨਿਆਸੀ ਵੀ ਸਾਨੂੰ ਹੋਣਾ ਚਾਹੀਦਾ। ਯਾਨੀ ਇੱਕ ਸੰਨਿਆਸੀ ਹੋਣਾ ਦੇਸ਼ ਨੂੰ ਛੱਡ ਜਾਣਾ, ਘਰ ਨੂੰ ਛੱਡ ਜਾਣਾ। ਇੱਕ ਹੈਗਾ ਵੀ ਇਹਦੇ ਵਿੱਚ ਰਹਿੰਦੇ ਹੋਏ ਤੁਸੀਂ ਸੰਨਿਆਸੀਆਂ ਵਾਂਗ ਰਹਿਣਾ। ਜੇ ਚੀਜ਼ ਤੁਹਾਨੂੰ ਨਹੀਂ ਹਾਸਲ ਹੋਈ ਜਾਂ ਕੋਈ ਹਾਸਲ ਹੋਈ ਚੀਜ਼ ਤੁਹਾਡੇ ਤੋਂ ਚਲੀ ਗਈ ਤਾਂ ਇਸ ਤਰ੍ਹਾਂ ਛਟਪਟਾਉਣਾ ਨਹੀਂ ਹੈ, ਸਹਿਜ ਵਿੱਚ ਰਹਿਣਾ। ਉਹਨਾਂ ਦੀ ਜ਼ਿੰਦਗੀ ਦਾ ਅਸਲ ਜਿਹੜਾ ਉਪਦੇਸ਼ ਹੈ ਉਹ ਸਹਿਜ ਹੈਗਾ ਤੇ ਨਿਵਰਤੀ ਤੇ ਪ੍ਰਵਿਰਤੀ ਦੀ ਸਾਂਝੀ ਵਾਲਤਾ ਆ, ਔਰ ਦੂਜੇ ਲਈ ਕੁਰਬਾਨੀ ਕਰਨ ਦਾ ਮਾਦਾ ਆ। ਇਹ ਤੋਂ ਅਸੀਂ ਸਿੱਖਿਆ ਲਵਾਂਗੇ ਤੇ ਮੇਰੇ ਖਿਆਲ ਅਸੀਂ ਪੰਜਾਬ ਨੂੰ ਸੱਚਮੁੱਚ ਅਸੀਂ ਪੰਜਾਬ ਬਣਾ ਸਕਦੇ ਹਾਂ। ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਣਾਉਣਾ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ। ਬਿਲਕੁਲ ਠੀਕ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਜਦੋਂ ਤੁਸੀਂ ਗੁਰੂ ਜੀ ਦੇ ਬਾਰੇ ਦੱਸ ਰਹੇ ਸੀ ਸਰ, ਦਿਲ ਤਾਂ ਇਹੀ ਕਰਦਾ ਕਿ ਤੁਸੀਂ ਬੋਲੀ ਜਾਓ, ਅਸੀਂ ਤੁਹਾਨੂੰ ਸੁਣੀ ਜਾਈਏ। ਜਿੰਨੇ ਸਹਿਜ ਸ਼ਬਦਾਂ 'ਚ ਤੁਸੀਂ ਗੁਰੂ ਜੀ ਦੇ ਬਾਰੇ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ, ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਦੱਸੀਆਂ, ਅਗਰ ਅਸੀਂ ਉਹਨਾਂ ਦੇ ਜੀਵਨ ਤੋਂ ਲੈ ਕੇ ਕੁਝ ਸਿੱਖਣਾ ਚਾਹੁੰਦੇ ਹਾਂ, ਅਗਰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤੇ ਵਾਕਈ ਜਿਹੜਾ ਪੰਜਾਬ ਆ ਉਹ ਪੰਜਾਬ ਜਿਹੜਾ ਵਾ ਉਵੇਂ ਦਾ ਪੰਜਾਬ ਸਾਡੇ ਸਾਹਮਣੇ ਆਏਗਾ ਜਿਹੜਾ ਸਾਡੇ ਗੁਰੂ ਪੀਰਾਂ ਨੇ, ਜਿਹੜਾ ਪੁਰਾਣੇ ਟਾਈਮ ਦੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੁੰਦਾ ਸੀ, ਗੁਰੂ ਪੀਰਾਂ ਦੇ ਟਾਈਮ ਹੁੰਦਾ ਸੀ। ਇਸ ਲਈ ਨਾਲੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਰ ਕਿ ਇਹ ਵੀ ਗੁਰੂ ਜੀ ਦੇ ਜੀਵਨ ਤੋਂ ਸਿੱਖਣ ਵਾਲੀ ਗੱਲ ਹੈ ਕਿ ਜੇ ਅਸੀਂ ਤਿਆਗ ਕਰਨਾ ਉਹ ਸਾਨੂੰ ਆਪਣੇ ਤੋਂ ਸ਼ੁਰੂ ਕਰਨਾ ਪਏਗਾ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤਿਆਗ ਕੋਈ ਹੋਰ ਕਰੇ। ਤਿਆਗ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਬੜੇ ਛੋਟੇ ਸੀ, ਉਹਨਾਂ ਨੇ ਆਪਣੇ ਪਿਤਾ ਬਾਰੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋਏਗਾ ਅੱਜ ਦੇ ਜ਼ਮਾਨੇ 'ਚ। ਉਹ ਮਤਲਬ ਠੀਕ ਹੈ, ਉਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਦੇ ਮਨ 'ਚ ਉਹਨਾਂ ਦੇ ਬਚਪਨ ਤੋਂ ਹੀ ਤਿਆਗ ਦੀ ਭਾਵਨਾ ਸੀ।
ਅਗਰ ਅਸੀਂ ਇਹ ਸਿੱਖੀਏ ਕਿ ਜੇ ਤਿਆਗ ਕਰਨਾ ਹੈ, ਅਗਰ ਅਸੀਂ ਸੁਸਾਇਟੀ ਨੂੰ ਸੁਧਾਰਨਾ ਹੈ, ਅਸੀਂ ਅਗਰ ਪੰਜਾਬ ਦਾ ਕੋਈ ਭਲਾ ਕਰਨਾ ਹੈ ਤੇ ਸਾਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਪਏਗਾ। ਸਾਨੂੰ ਤਿਆਗ ਆਪਣੇ ਤੋਂ ਸ਼ੁਰੂ ਕਰਨਾ ਪਏਗਾ। ਇਹ ਨਹੀਂ ਸਾਨੂੰ ਸੋਚਣਾ ਚਾਹੀਦਾ ਕਿ ਸਰਕਾਰ ਕਰੇ ਜਾਂ ਕੋਈ ਹੋਰ ਕਰੇ। ਇਹਨਾਂ ਸ਼ਬਦਾਂ ਨਾਲ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ। ਬਹੁਤ ਵਧੀਆ ਲੱਗਾ ਸਰ ਤੁਹਾਨੂੰ ਮਿਲ ਕੇ, ਤੁਹਾਡੇ ਵਿਚਾਰ ਸੁਣ ਕੇ। ਤੇ ਅਗਰ ਮੌਕਾ ਮਿਲਿਆ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਰ, ਫਿਰ ਕਦੀ ਅਸੀਂ ਦੁਬਾਰਾ ਇਕੱਠੇ ਹੋਵਾਂਗੇ ਤੇ ਤੁਹਾਨੂੰ ਦੁਬਾਰਾ ਸੁਣਨਾ ਚਾਹਾਂਗੇ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ, ਬਹੁਤ ਧੰਨਵਾਦ। ਥੈਂਕ ਯੂ ਜੀ। ਇਹਦੇ ਨਾਲ ਹੀ ਮੈਂ ਸਾਰੇ ਪਾਰਟਿਸਿਪੈਂਟਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆਣ ਕੇ ਅੱਜ ਸਾਡੇ ਨਾਲ ਜੁੜੇ ਤੇ ਜਿਨ੍ਹਾਂ ਨੇ ਗੁਰੂ ਜੀ ਦੇ ਜੀਵਨ ਤੋਂ ਕੁਝ ਸਿੱਖਿਆਵਾਂ ਜਿਹੜੀਆਂ ਲੈਣ ਦੀ ਕੋਸ਼ਿਸ਼ ਕੀਤੀ। ਤੇ ਸਭ ਦਾ ਬਹੁਤ ਬਹੁਤ ਧੰਨਵਾਦ। ਫੀਡਬੈਕ ਫਾਰਮ ਜਲਦੀ ਹੀ ਗਰੁੱਪ ਦੇ ਵਿੱਚ ਪਾ ਦਿੱਤਾ ਜਾਏਗਾ ਤੇ ਸਾਰੇ ਕਾਈਂਡਲੀ ਉਹਨੂੰ ਭਰ ਦੇਣਾ। ਧੰਨਵਾਦ, ਥੈਂਕ ਯੂ। ਹੁਣ ਤੁਸੀਂ ਲੀਵ ਕਰ ਸਕਦੇ ਹੋ। ਇੱਕ ਵਾਰੀ ਸਾਰੇ ਬੱਚੇ ਆਪਣਾ ਕੈਮਰਾ ਔਨ ਕਰੋ।